ਸ਼ਮਾਦਾਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ। ਇਸ ਵਕਤ ਤੁਸੀਂ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 26 ਨਵੰਬਰ, ਸਮਾਂ ਹੈ ਸ਼ਾਮ ਦੇ 6:30 ਦਾ। ਪ੍ਰੋਗਰਾਮ ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਨੂੰ ਇਸ ਸਮੇਂ 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਹਦੇ ਸਪਾਂਸਰ ਨੇ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ, ਅਤੇ ਜਗਜੀਤ ਸਿੰਘ ਲੰਡਨ ਤੋਂ, ਸਰਦਾਰ ਬਲਵੀਰ ਸਿੰਘ ਉਸਮਾਨਪੁਰ ਸ਼ਿਆਟਲ ਤੋਂ, ਭਰਪੂਰ ਸਿੰਘ ਬੇਕਸਫੀਲ ਤੋਂ, ਦਵਿੰਦਰ ਸਿੰਘ ਨੀਟੂ ਮਾਨ ਟੋਰਾਂਟੋ ਤੋਂ, ਲਖਵਿੰਦਰ ਸਿੰਘ ਹੋਰੀ, ਸਾਰਾ ਸਾਡੇ ਜਿੰਨੇ ਵੀ ਸਾਡੇ ਨਿਊਯਾਰਕ ਦੇ ਲਿਸਨਰਸ ਨੇ, ਖਾਸ ਕਰਕੇ ਬਾਈ ਜੀ ਕੁਲਦੀਪ ਹੋਰੀ ਅਤੇ ਸਾਰੇ ਗੁਰਮੀਤ ਬੁੱਟਰ ਜੀ, ਰਜਿੰਦਰ ਸਿੰਘ ਜੀ, ਅਤੇ ਇਸੇ ਤਰ੍ਹਾਂ ਜੇ ਗੱਲ ਕਰੀਏ ਬਾਈ ਮੰਗੀ ਹੋਰੀ, ਸੋ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਮੈਂ, ਅਤੇ ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਦਾ ਸਾਥ ਦਿੰਦੇ ਰਹਿੰਦੇ ਨੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਤੋਂ ਪਹਿਲਾਂ ਮੈਂ ਇੱਕ ਅਨਾਊਂਸਮੈਂਟ ਕਰਨੀ ਚਾਹੁੰਦਾ ਕਿ ਜੇਕਰ ਸਾਡੇ ਨਾਲ ਕੋਈ ਵੀਰ ਜੁੜਨਾ ਚਾਹੁੰਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਨੇ 9780141741 'ਤੇ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੀ ਬਹੁਤ ਅੱਛੀ ਰੀਚ ਹੈ। ਮੈਨੂੰ ਪਾਰਟਨਰਸ ਦੀ ਜ਼ਰੂਰਤ ਹੈ ਤਾਂ ਕਿ ਇਸ ਪੇਜ ਨੂੰ ਐਕਸਪੈਂਡ ਕੀਤਾ ਜਾਵੇ, ਇਸ ਨੂੰ ਇੱਕ ਫੁੱਲ ਫਲੈਜ TV ਦੀ ਤਰ੍ਹਾਂ ਦੇ ਉੱਤੇ ਇਹਨੂੰ ਚਲਾਇਆ ਜਾਵੇ। YouTube ਚੈਨਲ ਦੀ ਵੀ ਅੱਛੀ ਰੀਚ ਹੈ। ਸੋ ਇਹਦੇ ਲਈ ਜੇਕਰ ਤੁਸੀਂ ਮੇਰੇ ਨਾਲ ਬਤੌਰ ਪਾਰਟਨਰ ਜੁੜਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਟਰਮਸ ਐਂਡ ਕੰਡੀਸ਼ਨਸ ਜੋ ਵੀ ਹੋਣਗੀਆਂ ਆਪਾਂ ਬਹਿ ਕੇ ਡਿਸਕਸ ਕਰ ਲਾਂਗੇ। ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 'ਤੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ 'ਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਵਰਜੀਨੀਆ ਦੇ ਸ਼ਹਿਰ 'ਚ ਫਰੈਡਰਿਕਸਬਰਗ ਦੇ ਵਿੱਚ 2020 CDL ਡਰਾਈਵਿੰਗ ਸਕੂਲ ਖੁੱਲ੍ਹ ਗਿਆ ਜੀ। ਇਹਨਾਂ ਦੇ ਡਾਇਰੈਕਟਰ ਬੜੇ ਪੈਸ਼ਨੇਟ ਅਤੇ ਪ੍ਰੋਫੈਸ਼ਨਲ ਨੇ। ਤੁਸੀਂ ਸੰਪਰਕ ਕਰ ਸਕਦੇ ਹੋ ਸਨੀ ਜੀ ਨਾਲ 5406560985 'ਤੇ। ਟਿਊਸ਼ਨ ਫੀ ਜਾਂ ਸਟੇ ਦਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੁਹਾਨੂੰ ਹੱਲ ਕਰਕੇ ਦਿੰਦੇ ਨੇ। ਸਟੇ ਫਰੀ ਦਿੰਦੇ ਨੇ, ਪਿਕ ਐਂਡ ਡਰੋਪ ਫਰੀ ਦਿੰਦੇ ਨੇ। ਸੋ ਅਮਰੀਕਾ ਦੇ ਵਿੱਚ ਸਕੂਲ ਬੱਸ ਡਰਾਈਵਰਸ ਦੀ ਬੜੀ ਲੋੜ ਹੈ, ਬੜੀ ਸ਼ਾਰਟੇਜ ਹੈ, ਤਾਂ ਤੁਸੀਂ ਇਹਨਾਂ ਨਾਲ ਇੱਕ ਵਾਰੀ ਸੰਪਰਕ ਕਰ ਲਓ। ਤੁਸੀਂ ਜਲਦੀ ਸਕੂਲ ਬੱਸ ਡਰਾਈਵਰ ਬਣ ਕੇ ਅੱਛੀ ਇਨਕਮ ਕਰ ਸਕਦੇ ਹੋ। ਸੋ ਇੱਕ ਵਪਾਰਕ ਸਨੇਹ ਤੇ ਫਿਰ ਸਰਦਾਰ ਜਸਵੀਰ ਸਿੰਘ ਪੱਟੀ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ। DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ये MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-459-2000 ਜਾਂ ਫਿਰ ਕਾਲ ਕਰੋ 204-777-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 6061-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 days, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ।
ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 4034049501 Dreamliner Express Company, Calgary, Alberta, Canada। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ, ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਇਸ ਵਕਤ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਗੁਰਫਤਿਹ ਕਬੂਲ ਕਰਿਓ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ, ਅੱਜ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕੀ ਅਪਡੇਟਸ ਨੇ ਤੁਹਾਡੇ ਕੋਲੇ ਜੀ? ਬੇਸਿਕਲੀ ਇਸ ਤੋਂ ਪਹਿਲਾਂ ਮੈਂ ਇੱਕ ਖਬਰ ਹੋਰ ਸਾਂਝੀ ਕਰਨਾ ਚਾਹੁੰਦਾ ਵੀ ਜਿਹੜਾ ਡੇਰਾ ਸਿਰਸਾ ਦੀ BBC ਵਿਪਾਸ ਸਾਹਿਬ ਦੇ ਚੇਅਰਪਰਸਨ ਤੇ ਡਿਪਟੀ ਚੇਅਰਮੈਨ ਸੀ, ਉਹਨੇ ਡਾਕਟਰ ਪੀਆਰ ਨੈਨ ਜੀ ਸੌਦਾ ਸਾਹਿਬ ਤੋਂ ਪੁੱਛ ਪੜਤਾਲ ਤੋਂ ਬਾਅਦ ਕੁਝ 114 ਸਾਲਾਂ ਪਿੱਛੇ ਸੀ, ਜਿਨ੍ਹਾਂ ਸਵਾਲਾਂ ਦਾ ਸਹੀ ਉੱਤਰ ਕਈਆਂ ਨੇ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਇਹਨਾਂ ਨੂੰ ਪਤਾ ਹੈ। ਉਸ ਕੇਸ ਦੇ ਵਿੱਚ ਜਿਹੜੇ ਸਾਡੇ ਸੁਰਿੰਦਰ ਸਿੰਘ ਪਰਮਾਰ, ਉਹਨਾਂ ਦੇ ਖਿਲਾਫ IG ਦੀ ਇੱਕ ਸਿੱਟ ਬਣੀ ਸੀ। ਉਸ ਸਿੱਟ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ 26 ਤਰੀਕ ਨੂੰ ਲੁਧਿਆਣੇ ਜਿਹੜਾ ਸੀ ਬੁਲਾਇਆ ਸੀ ਕਿ ਆ ਕੇ ਤੁਸੀਂ ਇੱਥੇ ਪੇਸ਼ ਹੋ ਜੀ। ਲੇਕਿਨ ਲੱਗਦਾ ਵੀ ਸ਼ਾਇਦ ਇਹ ਪੇਸ਼ ਨਹੀਂ ਹੋਣਗੇ। ਪਹਿਲਾਂ ਹਾਈਕੋਰਟ ਜਿਹੜੇ ਹਾਈਕੋਰਟ ਤੋਂ ਬਲੈਂਕਟ ਬੇਲ ਲੈਣ ਦੀ ਕੋਸ਼ਿਸ਼ ਕਰਨਗੇ, ਸਾਨੂੰ ਗ੍ਰਿਫਤਾਰ ਨਾ ਕੀਤਾ। ਇਹਦੇ ਵਿੱਚ ਵਿਪਾਸਨਾ ਇੰਸਾ ਨੂੰ ਤਾਂ ਸੰਮਨ ਸਰਵਦੀ ਹੋਏ, ਲੇਕਿਨ ਡਾਕਟਰ ਪੀਆਰ ਨੈਨ ਜਿਹੜੇ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਆਪਣਾ ਜਿਹੜਾ ਮੈਡੀਕਲ ਭੇਜਿਆ, ਭਾਈ ਮੈਂ ਇਸ ਕਰਕੇ ਨਹੀਂ ਆ ਸਕਦਾ ਜੀ। ਜੇ ਉਹਨਾਂ ਮੈਡੀਕਲ ਭੇਜਤਾ ਵਾ, ਹੁਣ ਅਗਲੀ ਤਰੀਕ ਉਹਨਾਂ ਨੇ ਕਹਿਤਾ ਵੀ ਉਮੀਦ ਆ ਵੀ ਅਗਲੇ ਸ਼ੁੱਕਰਵਾਰ 8 ਦਿਨ ਬਾਅਦ ਫਿਰ ਇਹਨਾਂ ਨੂੰ ਸ਼ਾਇਦ ਬੁਲਾਇਆ ਜਾਊਗਾ। ਉਹਨਾਂ ਕਿਹਾ ਜਲਦੀ ਅਸੀਂ ਸੰਮਨ ਭੇਜ ਰਹੇ ਹਾਂ ਤੇ ਇਹਨਾਂ ਨੂੰ ਬੁਲਾ ਕੇ ਪੁੱਛ ਪੜਤਾਲ ਕੀਤੀ ਜਾਊਗੀ ਜੀ। ਤੇ ਇਹਨਾਂ ਤੋਂ ਵੀ ਉਹੀ ਪੁੱਛ ਪੜਤਾਲ ਕਰਨੀ ਹੈ ਵੀ ਜਿਹੜੀ ਬੁਰਜ ਜਵਾਹਰ ਸਿੰਘ ਜਿਹੜਾ ਸਰੂਪ ਚੋਰੀ ਹੋਇਆ ਸੀ ਉਹਦੇ ਬਾਰੇ, ਉਸ ਤੋਂ ਬਾਅਦ ਗਾੜੀ ਦੀਆਂ ਕੜੀਆਂ ਜਿਹੜਾ ਅੰਕ ਮਾਰੇ ਗਏ ਸੀ ਉਹਦੇ ਬਾਰੇ ਪੁੱਛ ਪੜਤਾਲ ਕੀਤੀ ਜਾਊਗੀ। ਖਤਰਾ ਇਹਨਾਂ ਨੂੰ ਇਹ ਆ ਵੀ ਇਹ ਜਿਹੜੀ ਸਿੱਟ ਇਹਨਾਂ ਨੂੰ ਅਰੈਸਟ ਵੀ ਕਰ ਸਕਦੀ ਹੈ, ਜਿਹਦੇ ਕਰਕੇ ਇਹ ਭੱਜੇ ਫਿਰਦੇ ਨੇ। ਹੁਣ ਵਿਪਾਸਨਾ ਇੰਸਾ ਬਾਰੇ ਪਹਿਲਾਂ ਵੀ ਕਾਫੀ ਚਰਚਾ ਹੋਈ ਸੀਗੀ, ਲੇਕਿਨ ਉਹ ਉਸ ਟਾਈਮ ਦੇ ਉੱਤੇ ਪਹਿਲਾਂ ਤੇ ਲੋਪ ਹੋ ਗਈ, ਫਿਰ ਆ ਗਈ। ਉਹ ਡੇਰੀ ਦੀ ਚੇਅਰਪਰਸਨ ਹੈ ਤੇ ਡਾਕਟਰ ਪੀਆਰ ਜਿਹੜੇ ਨੈਨ ਨੇ ਉਹ ਡਿਪਟੀ ਸੀਨੀਅਰ ਵਾਈਸ ਚੇਅਰਮੈਨ ਨੇ। ਹੁਣ ਵੇਖੋ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕੀ ਬਣਦਾ, ਲੇਕਿਨ ਉਮੀਦ ਘੱਟ ਆ, ਹੋ ਸਕਦਾ ਪਹਿਲਾਂ ਕੋਰਟ ਤੋਂ ਇਹ ਆਪਣੀ ਕੋਈ ਬਲੈਂਕਟ ਬਿੱਲ ਲੈ ਕੇ ਆਉਣ ਜੀ। ਜਿਹੜੀ ਗੱਲ ਤੁਸੀਂ ਹੁਣ ਕੀਤੀ ਕੋਟਕਪੂਰਾ ਤੇ ਡਬਲ ਕਲਾਕਾਰ, ਹਾਂਜੀ, ਉਹਦੇ ਵਿੱਚ ਬਕਾਇਦਾ ਤੌਰ ਤੇ 2 ਵਿਅਕਤੀ, ਇੱਕ ਸੁਹੇਲ ਤੇ ਇੱਕ ਜਿਹੜਾ ਪਰਮਰਾਜ ਸਿੰਘ ਉਬਰਾ ਨੰਗਲ, ਇਹ 2 ਜਿਹੜੇ ਸੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ, ਕਿਸੇ ਕਾਰਨ ਕਰਕੇ ਪੇਸ਼ ਨਹੀਂ ਹੋਏ। ਬਾਕੀ ਸਾਰੀ ਦੀ ਸਾਰੀ ਟੀਮ ਪੇਸ਼ ਹੋਈ ਜੀ। ਉਹਦੇ ਵਿੱਚ ਇਹਨਾਂ ਦੇ ਜਿਹੜੇ ਵਕੀਲ ਨੇ ਸੈਣੀ, ਸੈਣੀ, ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ। ਪਹਿਲਾਂ ਵੀ ਦਰਖਾਸਤ ਦਿੱਤੀ, ਇੱਕ ਦਰਖਾਸਤ ਅੱਜ ਦਿੱਤੀ ਉਹਨਾਂ ਨੇ।
ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਇਸ ਬਹਿਬਲ ਕਲਾਂ ਕੇਂਡ ਦੇ ਵਿੱਚ ਜਦੋਂ ਗੋਲੀ ਚੱਲਣ ਦੀ ਗੱਲ ਕੀਤੀ ਜਾਂਦੀ ਹੈ ਤੇ ਬਕਾਇਦਾ ਤੌਰ ਤੇ ਤੁਸੀਂ ਵੇਖੋ ਨਾ ਸਾਡੇ ਪੁਲਿਸ ਮੁਲਾਜ਼ਮ ਫੱਟ ਹੋਏ ਨੇ। ਸਰਕਾਰੀ ਸੰਪਤੀ ਨੂੰ ਬਕਾਇਦਾ ਤੌਰ ਤੇ ਜਿਹੜੇ ਵੀ ਨੁਕਸਾਨ ਪਿਆ ਗਿਆ ਤੇ ਸਤਿੰਦਰ ਸਿੰਘ ਗੁਰੀ ਉਸ ਨੂੰ ਪੇਸ਼ ਹੋਏ ਹਨ ਇਸ ਵੱਲੋਂ, ਤੇ ਉਹਨਾਂ ਨੇ ਕਿਹਾ ਦੱਸੋ ਵੀ, ਉਹ ਕਹਿੰਦੇ ਇਹਦੀ ਜਾਂਚ ਹੀ ਨਹੀਂ ਕੀਤੀ ਗਈ। ਉਹਨਾਂ ਦੇ ਵਕੀਲ ਨੇ ਕਿਹਾ ਵੀ ਬਾਕੀ ਜਾਂਚ ਕੀਤੀ ਹੈ ਤੇ ਇਹ ਜਾਂਚ ਨਹੀਂ ਕੀਤੀ ਕਿਉਂਕਿ ਸਰਕਾਰੀ ਸੰਪਤੀ ਵੀ ਜਿਹੜੀ ਤਬਾਹ ਕੀਤੀ ਗਈ, ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਜੀ। ਜਿਹੜੇ ਪੁਲਿਸ ਮੁਲਾਜ਼ਮ ਫੱਟ ਹੋਏ ਉਹਨਾਂ ਦੇ ਬਿਆਨ ਕੋਈ ਦਰਜ ਕੀਤੇ ਗਏ। ਇਹਦੇ ਬਾਰੇ ਉਹਨਾਂ ਗਾਜੀ ਨਾਲ ਸਿੱਟ ਨਾਲ ਗੱਲ ਕਰਕੇ ਦੱਸੂਗਾ। ਤੇ ਦੂਸਰੀ ਐਪਲੀਕੇਸ਼ਨ ਜਿਹੜੀ ਅੱਜ ਦਿੱਤੀ ਗਈ ਉਹਦੇ ਉੱਤੇ ਉਹਨਾਂ ਕਿਹਾ ਕਿ ਜਿਹੜਾ ਤੁਸੀਂ ਚਾਰਜ ਫਰੇਮ ਕਰਨੇ ਜੀ ਉਹ ਹਾਲ ਦੀ ਘੜੀ ਪੋਸਟਪੋਨ ਪਾਏ ਜਾਣ। ਤੁਸੀਂ ਜਿੰਨਾ ਚਿਰ ਸਾਰੇ ਮੁਲਜ਼ਮ ਪੇਸ਼ ਨਹੀਂ ਹੁੰਦੇ ਉਨ ਚਿਰ ਇਹ ਚਾਰਜ ਫਰੇਮ ਨਹੀਂ ਹੋ ਸਕਦੇ ਕਿਉਂਕਿ ਬਕਾਇਦਾ ਤੌਰ ਤੇ ਜਿਹੜੇ ਸਾਡੇ ਸਮੇਤ ਸਿੰਘ ਸੈਣੀ ਡੀਜੀਪੀ ਰਹੇ ਨੇ, ਸਾਬਕਾ ਡੀਜੀਪੀ ਨੇ, ਉਹਨਾਂ ਨੂੰ ਕੋਰਟ ਨੇ ਹਾਈ ਕੋਰਟ ਨੇ ਬਲੈਂਕਟ ਬੇਲ ਦਿੱਤੀ ਫਰਵਰੀ, ਕੰਬਲ ਲੈ ਕੇ ਸੌਂ ਜਾਓ, ਸਾਰਾ ਸਿਆਲ ਕੱਢੋ। ਬਿਲਕੁਲ ਫਰਵਰੀ 2022 ਤੱਕ ਇਹਨਾਂ ਤੇ ਕੋਈ ਕਿਸੇ ਪੇਸ਼ੀ ਨਹੀਂ ਹੋਊਗੀ ਤੇ ਨਾ ਇਹਨਾਂ ਦੇ ਖਿਲਾਫ ਕੋਈ ਚਾਰਜ ਸ਼ੀਟ ਪੇਸ਼ ਕੀਤੀ ਜਾਊਗੀ ਜੀ। ਇੱਕ ਐਪਲੀਕੇਸ਼ਨ ਉਹ ਦਿੱਤੀ, ਹੁਣ ਕੋਰਟ ਦੀ ਮਰਜ਼ੀ ਆ ਕਿ ਉਹ ਚਾਰਜ ਫਰੇਮ ਕਰਦੇ ਜਾਂ ਨਹੀਂ ਕਰਦੇ, ਲੇਕਿਨ ਜਿਹੜੀ ਦੂਸਰੀ ਐਪਲੀਕੇਸ਼ਨ ਸੀ ਉਹਦੇ ਬਾਰੇ ਸਿੱਟ ਕੋਲ ਜਾ ਕੇ ਜਾਂਚ ਕਰੇਗੀ ਜਾਂ ਆਪਣਾ ਕੁਝ ਸਪਸ਼ਟੀਕਰਨ ਲਈ ਅਸੀਂ ਬੁਲਾਇਆ ਸੀ, ਕੋਈ ਆਇਆ ਨਹੀਂ ਕਿਉਂਕਿ ਉਹਨਾਂ ਵੀ ਕਿਸੇ ਵੀ ਜਦੋਂ ਇਹਦਾ ਹਾਈਫਾਈ ਕੇਸ ਹੋ ਗਿਆ ਕਿਹੜਾ ਮੁਲਾਜ਼ਮ ਆਪਣੇ ਸਿਰ ਤੇ ਲਊਗਾ। ਤੇ ਜਿਹੜੇ ਮੁਲਾਜ਼ਮ ਹੈਗੇ ਸੀਗੇ ਉਹ ਰਿਟਾਇਰ ਹੋ ਚੁੱਕੇ ਨੇ, ਜਿਨ੍ਹਾਂ ਦੇ ਕਰਕੇ ਜਾਣਾ ਸੀ ਤੇ ਇਸ ਤੋਂ ਜਾਣਾ ਕਿਹਨੇ ਹੁਣ ਉੱਥੇ। ਲੇਕਿਨ ਇਹ ਆ ਵੀ ਹਾਲ ਦੀ ਘੜੀ ਉਹਨਾਂ ਨੇ ਰੋਕ ਲਾਤੀ ਆ ਜੀ। ਅਗਲੀ ਤਰੀਕ ਜਿਹੜੀ ਆ ਉਹ 3 ਦਸੰਬਰ ਪਈ ਆ। 3 ਦਸੰਬਰ ਨੂੰ ਫਿਰ ਅਗਲੀ ਸੁਣਾਈ ਹੋਏਗੀ, ਵੇਖੋ ਕੀ ਜੱਜ ਆਰਡਰ ਕਰਦੇ ਨੇ ਜੀ। ਚਲੋ ਅਗਲੀ ਗੱਲ ਤਾਂ ਅੱਗੇ ਹੈ, ਕੌਣ ਜਾਣਦਾ ਹੈ। ਹੁਣ ਜੇ ਐਂ ਕਹਿੰਦੇ ਹੋ ਕਿ ਸਾਰੇ ਸਿਆਲਾਂ ਲਈ ਰਜਾਈ ਦੇਤੀ ਅਗਲੇ ਨੂੰ ਵੀ ਸੌਂ ਜਾ ਆਰਾਮ ਨਾਲ ਤਾਣ ਕੇ, ਹੈ ਜੀ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਬੇਸਿਕਲੀ ਸਾਡਾ ਕਾਨੂੰਨ ਜਿਹੜਾ ਨੱਕ ਦਾ ਮਿਲਦੀ ਹੈ, ਮੋਮ ਦੇ ਨੱਕ ਹੈ, ਜਿਹਦੇ ਮਰਜ਼ੀ ਦੇ ਮੋਲ ਜਿਹੜੇ ਪਾਸੇ ਮਰਜ਼ੀ ਕਰ ਲਓ ਜੀ। ਤੇ ਅਗਲੀ ਗੱਲ ਕਰੀਏ ਤਾਂ ਅੱਜ ਕਹਿੰਦੇ ਡਿਪਟੀ ਸੀਐਮ ਤੇ ਟਰਾਂਸਪੋਰਟ ਮੰਤਰੀਆਂ ਨੂੰ ਵੀ ਮੁਲਾਜ਼ਮਾਂ ਨੇ ਘੇਰ ਲਿਆ ਤੇ ਗਰਮਾ ਸ਼ਰਮੀ ਬਾਹਲੀ ਹੋ ਗਈ। ਦੋਵੇਂ ਗੱਲਾਂ ਗਲਤ ਹੋਈਆਂ ਜੀ। ਦੋਵੇਂ ਗੱਲਾਂ ਗਲਤ ਹੋਈਆਂ। ਪਹਿਲੀ ਗੱਲ ਤੇ ਉਹਨਾਂ ਦੀ ਗੱਡੀ ਅੱਗੇ ਜਾ ਕੇ ਇਹ ਆਪਣੀ ਚਲਦੀ ਗੱਡੀ ਆ ਰਹੀ ਸੀ, ਬਾਈ ਚਾਂਸ ਬ੍ਰੇਕ ਨਾ ਲੱਗੇ ਕੋਈ ਇੰਸੀਡੈਂਟ ਵਾਪਰ ਸਕਦਾ। ਹਾਲੀ ਕਿ ਲਾਲ ਝੰਡਾ ਫੜ ਕੇ ਉਹਨਾਂ ਨੇ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪੁਲਿਸ ਵਾਲੇ ਭੱਜੇ, ਉਹਨਾਂ ਪਾਸੇ ਕੀਤਾ, ਲੇਕਿਨ ਫਿਰ ਵੀ ਡਿਪਟੀ ਮੁੱਖ ਮੰਤਰੀ ਰੰਧਾਵਾ ਸਾਹਿਬ ਤੇ ਟਰਾਂਸਪੋਰਟ ਮੰਤਰੀ ਜਿਹੜੇ ਥੱਲੇ ਉਤਰ ਕੇ ਗੱਲਬਾਤ ਕਰਨ ਵਾਸਤੇ ਆਏ ਜੀ। ਉਹਨਾਂ ਮੁਲਾਜ਼ਮਾਂ ਦੀ ਗੱਲ ਸੱਚੀ ਸੀ, ਭਾਵੇਂ ਨਾ ਗੁੱਸਾ ਕੀਤਾ ਇਸ ਗੱਲ ਦਾ। ਉਹਨਾਂ ਕਿਹਾ ਜੀ ਵੇਖੋ 4.5 ਸਾਲ ਹੋ ਗਏ ਸਾਨੂੰ ਸੜਕਾਂ ਤੇ ਆਉਂਦਿਆਂ ਨੂੰ, ਆਪਣੀਆਂ ਮੰਗਾਂ ਮੰਨਦਿਆਂ ਨੂੰ, ਕਈ ਸਾਲ ਹੋ ਗਏ ਸਾਨੂੰ ਕੱਚੇ ਮੁਲਾਜ਼ਮ ਅਸੀਂ ਭਰਤੀ ਕੀਤੇ ਗਏ, ਸਾਨੂੰ 8,000 ਤਨਖਾਹ ਮਿਲਦੀ ਹੈ, ਕਿੱਥੇ ਗੁਜ਼ਾਰਾ ਸਾਡਾ। ਤੇ ਹੁਣ ਸਾਨੂੰ ਪੱਕੇ ਕਰਦੇ, ਤੁਹਾਡੇ 15 ਦਿਨ ਰਹਿ ਗਏ ਸਿਰਫ। 15 ਦਿਨਾਂ ਬਾਅਦ ਜੇ ਕੋਡ ਖੁੱਲਣ ਲੱਗ ਗਿਆ ਤੇ ਮੁੜ ਕੇ ਸਾਨੂੰ ਕਿਹਨੇ ਪੱਕਿਆ ਪੁੱਛਣਾ। ਲੇਕਿਨ ਉੱਥੇ ਜਿਹੜੇ ਦੋਵੇਂ ਜਿਹੜੇ ਸੀ ਇਹ ਲੀਡਰ ਸੀ, ਜਿਹੜੇ ਗਰਮੀ ਖਾ ਕੇ ਜਾਂ ਜੋ ਮਰਜ਼ੀ ਕਰ ਲਾ ਸੀ ਕਰਦੇ, ਬੜੀਆਂ ਉਲਟਾ ਪੁਲਟਾ ਬੋਲੇ। ਉਹਨੇ ਤੇ ਨਾਲ ਕਹਿਤਾ ਡੀਸੀ ਨੂੰ ਕਿ ਇਹਨਾਂ ਨੂੰ ਸਸਪੈਂਡ ਕਰੋ। ਕਰਦੇ ਵੀ ਅੱਗੇ ਉਹਨਾਂ ਦੇ ਪੱਲੇ ਵਿਚਾਰਿਆਂ ਨੇ ਕੀ ਹੋਰ ਸਸਪੈਂਡ ਕਰਦੇ ਤੁਸੀਂ। ਉਹ ਕਹਿੰਦੇ ਜੀ ਇਹ ਪਬਲਿਕ ਸਰਵੈਂਟ ਆ, ਅਸੀਂ ਪਬਲਿਕ ਲਿਬਰੇਟਡ ਹਾਂ, ਅਸੀਂ ਪਬਲਿਕ ਦੇ ਪ੍ਰਤੀਨਿਧ ਹਾਂ ਤੇ ਇਹ ਉਹਨਾਂ ਦੇ ਨੌਕਰ ਨੇ ਜੀ। ਭਾਈ ਤੁਸੀਂ ਵੀ ਨੌਕਰ ਮਤ ਸਮਝੋ ਆਪਣੇ ਆਪ ਨੂੰ, ਤੁਸੀਂ ਮਾਲਕ ਨਾ ਸਮਝੋ ਆਪਣੇ ਆਪ ਨੂੰ। ਜੇ ਤੁਹਾਡੀਆਂ ਅਸੀਂ ਖੋਲ੍ਹਣੀ ਸ਼ੁਰੂ ਕਰਤੀਆਂ ਨਾ ਸਾਰੀਆਂ ਪਿਛਲੀਆਂ ਕਹਾਣੀਆਂ ਤੇ ਭਾਈਚਾਰਾ ਨਹੀਂ ਬਣਾਵਾ, ਜਿਹੜੀਆਂ ਕਰਤੂਤਾਂ ਤੁਸੀਂ ਘੋਈਆਂ ਨੇ, ਕੀ ਲੋੜ ਸੀ ਨਾ ਮੁਲਾਜ਼ਮਾਂ ਦੇ ਗੱਲ ਪੈਣ ਦੀ ਜੀ ਤੁਹਾਨੂੰ। ਪੁਲਿਸ ਨੂੰ ਕਹਿੰਦੇ ਪਾਸੇ ਕਿਤੇ ਸਜਣਾ ਚੱਲ ਜਾਓ, ਤੁਸੀਂ ਜਾਓ ਹੀ ਨਾ ਉੱਥੇ। ਨਹੀਂ ਤੁਹਾਡਾ ਪੁਲਿਸ ਦਾ ਕੰਮ ਹੈ, ਤੁਸੀਂ ਜਾਓ ਹੀ ਨਾ ਉੱਥੇ। ਵੇਖੋ ਅੱਜ ਪ੍ਰਗਟ ਸਿੰਘ ਦੇ ਜਿਹੜੇ ਸੀ ਮੁਲਾਜ਼ਮ ਗਏ ਉਹਦਾ ਵਿਰੋਧ ਕਰਨ ਵਾਸਤੇ, ਉਹ ਆਪ ਆ ਗਿਆ ਉਹਨੇ ਕਿਹਾ ਵੀਰੋ ਜਿਹੜੀ ਗੱਲ ਤੁਸੀਂ ਕਹਿੰਦੇ ਉਹ ਪਹਿਲਾਂ ਹੀ ਸਾਡਾ ਇੱਕ ਪ੍ਰੋਸੀਜਰ ਹੈ ਵੀ ਬਕਾਇਦਾ ਤੌਰ ਤੇ ਉਹਨੂੰ ਅਸੀਂ ਕੈਬਨਿਟ 'ਚ ਲੈ ਕੇ ਜਾਂਦੇ, ਕੈਬਨਿਟ ਤੋਂ ਪ੍ਰਵਾਨਗੀ ਤੋਂ ਬਾਅਦ ਅਸੀਂ ਜਿਹੜਾ ਅਗਲੀ ਗੱਲ ਕਰਦੇ ਆ। ਉਹਨੇ ਬਕਾਇਦਾ ਤੌਰ ਤੇ ਦੱਸਿਆ ਵੀ ਇੰਨੇ ਮੁਲਾਜ਼ਮ ਤੁਹਾਡੇ ਜਿਹੜੇ ਆ ਉਹ ਹਾਈ ਕੋਰਟ ਦੇ ਰੋਕ ਲਈ, ਉੱਥੇ ਅਸੀਂ ਕੀ ਕਰ ਸਕਦੇ। ਇੰਨੇ ਮੁਲਾਜ਼ਮ ਤੁਹਾਡੇ ਹਾਈ ਕੋਰਟ ਗਿਆ, ਜਦੋਂ ਮਨਾ ਲਓ ਉਹਨਾਂ ਨੂੰ, ਅਸੀਂ ਕਰ ਲੈਣੇ। ਉਹ ਇਹਨਾਂ ਦਾ ਵੀ ਅੱਡ ਹੀ ਰੌਲਾ ਨਾ, ਇਹ ਹਜੇ ਬਣਦੇ ਲੱਗਦੇ ਮਗਰੋਂ ਆ, ਪਹਿਲਾਂ ਅੱਧੇ ਕੋਰਟ 'ਚ ਜਾ ਵੜਦੇ ਆ।
ਉਹ ਜਾਂ ਸਰਕਾਰ ਬਿਲਕੁਲ, ਸ਼ਰਾਰਤ ਨਾਲ ਕਰਾ ਬਿਲਕੁਲ। ਦਿੰਦੀ ਹੈ। ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਆਪਣਾ ਸਪਸ਼ਟੀਕਰਨ ਬੜਾ ਤਰੀਕੇ ਦੇ ਤੇ ਸਲੀਕੇ ਦੇ ਦਿੱਤਾ ਪ੍ਰਗਟ ਸਿੰਘ ਹੋਰਾਂ ਨੇ। ਉਹਨਾਂ ਕਿ ਆਹ ਲਿਸਟ ਵੇਖ ਲਓ ਜਿਹੜੀਆਂ ਲਿਸਟਾਂ ਮੈਂ ਕੀਤੀਆਂ, ਜੇ ਤੁਹਾਨੂੰ ਕੋਈ ਫਿਰ ਵੀ ਸ਼ੰਕਾ ਹੋਵੇ ਤੇ ਸੋਮਵਾਰ ਮੇਰੇ ਦਫ਼ਤਰ ਜਦੋਂ ਬਹਿ ਕੇ ਜੋ ਕੋ ਗੱਲ ਕਰ ਲਾਂਗੇ ਜੀ। ਇਹ ਤਾਂ ਨਹੀਂ ਗੱਲ। ਬਿਲਕੁਲ ਨਾਲ ਬਿਲਕੁਲ ਮੈਂ ਗਿਲਾ ਕੀਤਾ ਇਹ ਕੀਤਾ ਵੀ ਜਿਹੜੀ ਮੇਰੀ ਰਿਹਾਇਸ਼ ਹੈ ਤੁਸੀਂ ਉੱਥੇ ਜਾ ਕੇ ਪਾਉਂਦੇ ਹੋ ਰੌਲਾ। ਜਿਹੜੇ ਮੇਰੇ ਆਂਢ ਗੁਆਂਢ ਲੋਕ ਰਹਿੰਦੇ ਉਹਨਾਂ ਦੇ ਵੀ ਆਪਣੇ ਅਧਿਕਾਰ ਹੈਗੇ, ਉਹਨਾਂ ਦੀ ਵੀ ਕੋਈ ਰਾਈਟ ਹੈਗੇ ਨੇ। ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ। ਦੱਸੋ ਤੁਸੀਂ ਮੇਰੇ ਬੂਹੇ ਅੱਗੇ ਦਫ਼ਤਰ ਜਾ ਕੇ ਬਹਿ ਜਾਓ, ਮੈਂ ਤੁਹਾਨੂੰ ਰੋਕਦਾ ਕਿਤੇ? ਤੁਹਾਡਾ ਅਧਿਕਾਰ ਆ ਪ੍ਰੋਟੈਸਟ ਕਰਨ ਦਾ, ਲੇਕਿਨ ਪ੍ਰੋਟੈਸਟ ਤੁਸੀਂ ਉਦੋਂ ਕਰੋ ਜਦੋਂ ਅਸੀਂ ਕੁਝ ਕਰ ਨਹੀਂ ਰਹੇ। ਉਹਨਾਂ ਮੈਨੂੰ 35 ਦਿਨ ਹੋਏ ਸਿਰਫ ਅੱਜ ਬਣੇ ਨੂੰ, ਮੰਤਰੀ ਬਣੇ ਨੂੰ ਜੀ। 35 ਦਿਨਾਂ ਚ ਇੰਨੀ ਕਾਰਵਾਈ ਕਰ ਦਿੱਤੀ, ਆਹ ਸੂਚ ਕਰ ਦੱਸੋ ਹੋਰ ਮੈਂ ਕੀ ਕਰਾਂ? ਮੇਰੀ ਕਾਰਵਾਈ ਜਾਰੀ ਹੈ ਤੇ ਮੈਂ ਤੁਹਾਨੂੰ ਇਹ ਵੀ ਵਾਅਦਾ ਦਿੰਦਾ ਵਾਂ ਕਿ ਜੇ ਕੱਲ ਨੂੰ ਕੋਡ ਆਫ ਕੰਡਕਟ ਲੱਗ ਜਾਂਦਾ ਤੇ ਜਿਹੜੀ ਪ੍ਰਕਿਰਿਆ ਪਈ ਸ਼ੁਰੂ ਕੀਤੀ ਹੁੰਦੀ ਉਹਦੇ ਤੇ ਕੋਡ ਕੰਡਕਟ ਲਾਗੂ ਨਹੀਂ ਹੁੰਦਾ। ਬਿਲਕੁਲ, ਜਦੋਂ ਇੱਕ ਵਾਰੀ ਠੇਕਾ ਕੋਈ ਹੋ ਜਾਏ ਉਹ ਤੇ ਨਹੀਂ ਲਾਗੂ ਹੁੰਦਾ, ਕੰਮ ਸ਼ੁਰੂ ਹੋ ਜਾਂਦਾ। ਤੁਸੀਂ ਚਿੰਤਾ ਨਾ ਕਰੋ ਇਸ ਗੱਲ ਦੀ, ਮੇਰਾ ਤੁਹਾਡੇ ਤੇ ਖਿਆਲ ਆ। ਤੁਸੀਂ ਸਾਡੇ ਬੱਚੇ ਹੋ, ਸਾਡੇ ਛੋਟੇ ਭਰਾ ਹੋ, ਭੈਣਾਂ ਵਾ, ਬੀਬੀਆਂ ਸਾਡੀਆਂ, ਇਸੇ ਕਰਕੇ ਤੁਸੀਂ ਚਿੰਤਾ ਨਾ ਕਰੋ। ਮੈਂ ਜੋ ਕਰੂੰਗਾ ਤੁਹਾਡੇ ਭਲੇ ਦਾ ਕਰੂੰਗਾ, ਮੈਂ ਕੋਈ ਗਲਤ ਨਹੀਂ ਕਰ ਰਿਹਾ। ਲੇਕਿਨ ਇਹਨਾਂ ਦਾ ਖਿਆਲ ਕਰ ਲਿਓ, ਮੇਰੇ ਘਰ ਦੇ ਵੀ ਉੱਤੇ ਤੁਸੀਂ ਜਾਣਦੇ ਹੋ ਲੋਕ ਪਰੇਸ਼ਾਨ ਹੁੰਦੇ, ਲੋਕਾਂ ਨੂੰ ਪਰੇਸ਼ਾਨ ਕਰਨ ਦਾ ਆਪਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ। ਉਹ ਮੰਨੇ ਉੱਥੇ ਮੁਲਾਜ਼ਮ ਉੱਤੇ ਮੰਨੇ ਵੀ ਤੁਹਾਡੀ ਗੱਲ ਠੀਕ ਬਿਲਕੁਲ ਤੁਸੀਂ ਜਾਣਦੇ ਕਿ ਸਾਡੀ ਮਜਬੂਰੀ ਹੈਗੀ ਹੈ ਤੇ ਉਹਨਾਂ ਮਜਬੂਰੀ ਤੋਂ ਮੇਰੇ ਦਫ਼ਤਰ ਸਰਕਾਰੀ ਘਰ ਜੋ ਮਰਜ਼ੀ ਕਰੋ। ਮੈਂ ਤਾਂ ਆਪ ਉੱਠ ਕੇ ਤੁਹਾਡੇ ਜਾ ਕੇ ਦੱਸੋ ਜੀ ਕੀ ਕਰਨਾ। ਮੈਂ ਪੁਲਿਸ ਨੂੰ ਕਹਿੰਦਾ ਪਿੱਛੇ ਜੇ ਮੈਨੂੰ ਆਪ ਗੱਲ ਕਰ ਲੈਂਦੇ ਤੁਸੀਂ, ਬਾਕੀ ਕੀ ਰਹਿ ਗਿਆ ਜੀ। ਜੇ ਪ੍ਰਗਟ ਸਿੰਘ ਕਰ ਸਕਦਾ ਤੇ ਫਿਰ ਨਾਵੇ ਉਹਨੂੰ ਕੀ ਗੋਲੀ ਵੱਜੀ ਜੋ ਉੱਥੇ, ਇਹ ਵੀ ਕਰ ਸਕਦੇ ਸੀ। ਇਹ ਗੁੰਡਾਗਰਦੀ ਥੋੜੀ ਵੀ ਹੈਗੀ ਆ। ਭਾਵੇਂ ਉਹ ਦੁਖੀ ਨੇ ਵਿਚਾਰੇ ਮੁਲਾਜ਼ਮ, ਜਿਹੜੇ ਵਿਚਾਰੇ ਇੰਨੇ ਚਿਰ ਤੋਂ ਕੱਚੇ ਮੁਲਾਜ਼ਮ ਲੱਗੇ ਨੇ 8-10 ਹਜ਼ਾਰ ਤੇ ਦੁਖੀ ਨੇ ਵਿਚਾਰੇ, ਦੁਖੀ ਹੋ ਕੇ ਤੁਹਾਡੇ ਗੱਲ ਪੈਂਦੇ ਆ। ਤੁਸੀਂ ਸਮਝਾਓ ਉਹਨਾਂ ਨੂੰ, ਭਾਈ ਅਸੀਂ ਤੁਹਾਡੇ ਭਲੇ ਦੀ ਗੱਲ ਕਰ ਰਹੇ ਹਾਂ ਜੀ। ਰੰਧਾਵਾ ਸਾਹਿਬ 4.5 ਸਾਲ ਤੁਸੀਂ ਮੰਤਰੀ ਰਹੇ ਹੋ ਜੇਲ੍ਹ ਦੇ, ਤੇ ਕਿੰਨੀ ਵਾਰੀ ਤੁਸੀਂ ਕਿਹਾ ਜੀ ਅਸੀਂ ਜੇਲ੍ਹ ਦੇ ਵਿੱਚ ਜਿਹੜਾ ਸੁਧਾਰ ਕਰਾਂਗੇ। ਜੈਮਰੀ ਨਹੀਂ ਲੱਗੇ ਹਜੇ ਤੱਕ ਤੁਹਾਡੇ ਤੋਂ, ਜੈਮਰੀ ਨੇ ਲੱਗੇ ਇਹਨਾਂ ਕੋਲ। ਇਸੇ ਕਰਕੇ ਦੂਜਿਆਂ ਦੇ ਗੱਲ ਪਾਣਾ ਸੌਖਾ, ਪਹਿਲਾਂ ਆਪਣੀ ਪੀੜੀ ਦੇ ਸੋਟਾ ਕਰੋ ਤੁਸੀਂ ਕਰ ਕੀ ਰਹੇ। ਮੈਨੂੰ ਲੱਗਦਾ ਨਾ ਰੰਧਾਵਾ ਸਾਹਿਬ ਜਦੋਂ ਦੇ ਮੁੱਖ ਮੰਤਰੀ ਵਾਲੀ ਗੱਲ ਜੀ ਹੱਥੋਂ ਨਿਕਲ ਗਈ ਉਦੋਂ ਦੇ ਹਰੇਕ ਨਾਲ ਗਾਲੀ ਪਈ ਜਾਂਦੇ, ਘਬਰਾਉਂਦਾ ਹੀ ਬਹੁਤ ਆ। ਨਹੀਂ ਮਾੜੀ ਗੱਲ ਹੈ ਨਾ ਜੀ, ਮਾੜੀ ਗੱਲ ਆ। ਜੇ ਇਹਨਾਂ ਨੇ ਥੋੜੀ ਜਿਹੀ ਪਿਛਲਾ ਅਸੀਂ ਖੋਲੀਏ ਤੇ ਚਿੱਠਾ ਖੋਲੀਏ, ਬੜਾ ਕੁਛ ਨਿਕਲ ਉਦੋਂ ਲੀਰੇ ਨਿਕਲੇ, ਬਾਕੀ ਕੁਛ ਨਹੀਂ ਨਿਕਲਣਾ। ਮੁੜ ਕੇ ਚੀਕਾਂ ਮਾਰੀਆਂ ਇਹਨਾਂ ਨੇ, ਸਾਡਾ ਨੁਕਸਾਨ ਕੀਤਾ ਇਹਨਾਂ ਨੇ। ਰੇਡੀਓ ਪੰਜਾਬ ਟੁਡੇ ਤਾਂ ਇਸ ਗੱਲ ਨੂੰ ਪਹਿਲਾਂ ਹੀ ਬਦਨਾਮ ਹੈ। ਬਿਲਕੁਲ ਕੋਈ ਗੱਲ ਨਹੀਂ, ਫਿਰ ਕੀ ਹੈ। ਇਸੇ ਕਰਕੇ ਜਿਹੜੇ ਜਿਹੜਾ ਵੇਖੋ ਨੂੰ ਵੇਖੋ ਦੂਜਾ ਜਿਹੜਾ ਹੈਗਾ ਆਪਣਾ ਹੈਗਾ ਕਾਫਰ ਮੰਤਰੀ ਵੀ ਗਰਮ ਹੋ ਗਿਆ ਜੀ। ਉਹ ਵੀ ਗਰਮੀ ਖਾਈ, ਤੂੰ ਕੀ ਕਰੇਂਗੇ? ਮੈਨੂੰ ਕਹਿੰਦਾ ਯਾਰ ਮੈਂ ਕਰਨਾ ਕੀ, ਮੈਂ ਤਾਂ ਤੇਰੇ ਹੱਥ ਜੋੜਨ ਵਾਸਤੇ ਆਇਆ ਵਾਂ, ਆਪਣੀ ਫਰਿਆਦ ਕਰਨ, ਪਰ ਰੋਣਾ ਤੁਸੀਂ ਰੋਣ ਤਾਂ ਦਿਓ ਘੱਟੋ ਘੱਟ। ਰੋਣ ਤਾਂ ਲੈਣ ਦਿਓ, ਰੋਣ ਵੀ ਨਹੀਂ ਦਿੰਦੇ ਤੇ ਤੁਸੀਂ ਰੋਣ ਵੀ ਦਿੰਦੇ ਸਾਨੂੰ। ਉਹ ਜਿਵੇਂ ਪਹਿਲਾਂ ਮਾਸਟਰ ਕੁੱਟਦੇ ਹੁੰਦੇ ਸੀ ਨਾ, ਜੇ ਜਵਾਕ ਰੋਂਦਾ ਉਹਦੇ ਹੋਰ ਥੱਪੜ ਦਿੰਦੇ, ਸਾਲਾ ਰੋਣਾ ਕਿਉਂ ਹੈ? ਉਹਨੇ ਤੇ ਬੜੀ ਸੋਹਣੀ ਗੱਲ ਕਹੀ ਜੀ, ਕਹਿੰਦਾ ਪਹਿਲਾਂ ਮੋਤੀ ਮਹਿਲ ਦੇ ਬਾਅਦ ਸਾਡੀ ਕੁੱਟੀ ਜਾਂਦੀ, ਮੁੜ ਕੇ ਸੰਗਰੂਰ ਕੁੱਟੀ ਜਾਂਦੀ ਰਹੀ। ਤੁਸੀਂ ਘੱਟੋ ਘੱਟ ਪੁਲਿਸ ਨੂੰ ਸਾਡੀ ਟਵੀਟ ਨਹੀਂ ਕੁੱਟੀ ਗਈ। ਚਲੋ ਠੀਕ ਹੈ, ਮਾੜੀ ਮੋਟੀ ਖਿੱਚ ਹੁੰਦੀ, ਪਰ ਅਸੀਂ ਤੁਹਾਡਾ ਧੰਨਵਾਦ ਕਰਦੇ ਵੀ ਤੁਸੀਂ ਸਾਡੀ ਗੱਲ ਸੁਣੀ। ਪ੍ਰਗਟ ਸਿੰਘ ਨੇ ਗੱਲ ਕਹੀ ਹੋਈ। ਅੱਛਾ ਜੀ, ਤੇ ਚੰਗੀ ਗੱਲ ਆ ਜੇ ਪ੍ਰਗਟ ਨੇ ਗੱਲ ਸੁਣੀ ਹੈ ਤੇ ਹੁਣ ਕੰਮ ਤੇ ਫਿਰ ਇਹੋ ਹੀ ਹੈ ਨਾ ਵੀ ਜੇ ਕਰ ਰਿਹਾ ਆਪਣਾ ਰਾਜਾ ਕਰ ਰਿਹਾ ਤੇ ਰਾਜੇ ਨੂੰ ਚਾਹੀਦਾ ਥੋੜਾ ਜਿਹੀ ਸ਼ਾਂਤੀ ਰੱਖੇ, ਗੱਲ ਨਾ ਭਾਵੇਂ ਲੋਕਾਂ ਦੀ। ਨਹੀਂ ਗੱਲ ਤਾਂ ਦੇਖੋ ਜੀ, ਸਿਆਸਤਦਾਨ ਬੰਦਾ ਤਾਂ ਹੁੰਦਾ ਹੀ ਸਬਰ ਦਾ ਭਰਿਆ ਹੁੰਦਾ, ਇਹ ਗੱਲਾਂ ਨਹੀਂ ਨਾ ਚੱਲਦੀਆਂ। ਇਹ ਕਿਹੜਾ ਪੁਲਿਸ ਆ ਵੀ ਜਿਹੜਾ ਨਹੀਂ ਰਾਜਾ ਭਾਵੇਂ ਗੱਲ ਨਾ ਪੈਂਦਾ, ਉਹ ਜਿਹੜਾ ਡਿਪਟੀ ਸੀਐਮ ਗਰਮ ਇੰਨੀ ਗਰਮੀ ਖਾ ਗਿਆ, ਉਹ ਤੇ ਕੱਪੜੇ ਤੋਂ ਬਾਹਰ ਹੋ ਗਿਆ। ਮੈਂ ਚਪੇੜ ਨਾ ਮਾਰ ਕਿਸੇ ਬੰਦੇ ਦੇ, ਮੈਨੂੰ ਵੀ ਆਈ ਡਰ ਸੀ। ਹਾਂਜੀ, ਮੈਂ ਕਿਹਾ ਵੀ ਇਹਦਾ ਕੰਮ ਜੇ ਅੱਗੋਂ ਕਿਸੇ ਨੇ ਮਾਰਤੀ ਜੇ ਮੁੜ ਕੇ ਹੋਰ ਪੰਗਾ ਪੈ ਜਾਣਾ, ਫਿਰ ਤਾਂ ਬੜਾ ਕੁਝ ਹੋ ਜਾਣਾ। ਇੱਥੇ ਖੜਕਦੀਆਂ 'ਚ ਪਤਾ ਥੋੜਾ ਲੱਗਦਾ ਕਿਹਦੇ ਨਾਲ ਕੀ ਭਾਣਾ ਵਾਪਰ ਗਿਆ। ਬਿਲਕੁਲ ਜੀ, ਬਿਲਕੁਲ। ਤੇ ਉਧਰ ਸਿੱਧੂ ਤੇ ਜਾਖੜ ਕਾਟੋ ਕਲੇਸ਼ ਸ਼ੁਰੂ ਹੋ ਗਿਆ, ਕੋਈ ਨਵਾਂ ਹੀ ਕਲੇਸ਼ ਸ਼ੁਰੂ ਕਰ ਲਿਆ। ਵੇਖੋ ਸਿੱਧੂ ਸਾਹਿਬ ਲੱਗਦੇ ਆ ਵੀ ਇਲੈਕਸ਼ਨ ਤੋਂ ਪਹਿਲਾਂ ਇਕੱਲੇ ਰਹਿ ਜਾਣਗੇ। ਆਪਾਂ ਇਹ ਗੱਲ ਕੀਤੀ ਸੀ ਵੀ ਆਖਰਕਾਰ ਇੱਕ ਦਿਨ ਉਹ ਦੂਰ ਨਹੀਂ ਜਿੱਦਣ ਸਿੱਧੂ ਜਿਹੜਾ ਸਿਆਸੀ ਤੌਰ ਤੇ ਸੁਸਾਈਡ ਕਰੇਗਾ। ਹਾਲਾਤ ਤਾਂ ਇਹੋ ਜਿਹੇ ਲੱਗਦੇ, ਹਾਲਾਤ ਬਣ ਰਹੇ ਆ। ਕਿਉਂਕਿ ਅੱਜ ਕੁਲਬੀਰ ਜੀਰਾ ਤੇ ਵਰਿੰਦਰਜੀਤ ਪਾੜਾ ਜੀਰੇ ਤੋਂ MLA ਤੇ ਜਿਹੜਾ ਗੁਰਦਾਸਪੁਰ ਤੋਂ MLA, ਦੋਵਾਂ ਨੇ ਜਿਹੜੀ ਸਿੱਧੂ ਦੇ ਖਿਲਾਫ ਕਿੰਨੀ ਗੱਲ ਕਹੀ ਵੀ ਸਿੱਧੂ ਨੂੰ ਜਿਹੜੀ ਗੱਲ ਕਰਨੀ ਉਹ ਆਪਣੀ ਪਾਰਟੀ 'ਚ ਰੱਖੇ।
ਜਿੱਦਾਂ ਇਹ ਰੱਖਦਾ ਤਰੀਕਾ ਕੋਈ ਨਹੀਂ ਹੈਗਾ। ਜੇ ਅੱਜ 2 MLA ਉੱਠੇ ਤੇ ਕੱਲ ਨੂੰ 4 ਹੀ ਉੱਠ ਸਕਦੇ ਜੀ। ਤੇ ਸਿੱਧੂ ਸਾਹਿਬ ਫਿਰ ਭਾਈਚਾਰਾ ਰਾਜ ਦਾ ਬਣਾ ਤੁਹਾਨੂੰ। ਜਿਹੜੀ ਗੱਲ ਤੁਸੀਂ ਕਰਨੀ ਆ ਤਰੀਕੇ ਤੇ ਸਲੀਕੇ ਨਾਲ ਕਰੋ। ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜੇ ਕਿਸੇ ਨੂੰ ਕੋਈ ਨਾ ਭਾਈ ਉਹ ਤੇਰੇ ਫਾਦਰ ਜਾਂਦੇ, ਉਹ ਕਹਿੰਦਾ ਹਾਂ ਮੇਰੇ ਫਾਦਰ ਜਾਂਦੇ। ਜੀ ਜੀ। ਤੇ ਜੇ ਕਹੀ ਤੇਰੇ ਮਾਂ ਦਾ ਤੇਰੀ ਮਾਂ ਦਾ ਖਸਮ ਜਾਂਦਾ ਤੁਹਾਡੇ ਗੱਲ ਤੋਂ ਕੀ ਕਰੂਗਾ। ਸਿੱਧੂ ਸਾਹਿਬ ਦਾ ਗੱਲ ਕਰਨ ਦਾ ਤਰੀਕਾ ਸਿਰਫ ਇੰਨਾ ਹੀ ਹੈਗਾ ਫਰਕ, ਬਾਕੀ ਗੱਲ ਕੋਈ ਨਹੀਂ ਹੈਗੀ। ਹੁਣ ਜਾਖੜ ਸਾਹਿਬ ਬਾਰੇ ਤੁਸੀਂ ਕਹਿਤਾ ਨਾ, ਕਦੀ ਪਹਿਲੇ ਪ੍ਰਧਾਨ ਇਹੋ ਜਿਹੇ ਮੁੱਦੇ ਠਾਏ ਜਿਹੜੇ ਮੈਂ ਠਾ ਰਿਹਾ। ਅੱਛਾ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਜਾਖੜ ਸਾਹਿਬ ਨੇ ਜਿਹੜਾ ਸੀ ਇਹਨਾਂ ਨੂੰ ਉੱਤਰ ਦਿੱਤਾ ਨਾ, ਉਹ ਸ਼ਾਇਰਾਂ ਦਾ ਅੰਦਾਜ਼ ਦਿੱਤਾ। अच्छा जी, वो भी शायरी से गए हैं। तो बिल्कुल अंधा बुत हमको कहे काफर, अल्लाह की मर्जी है। अच्छा। सूरज में लगे तब्बा, फिदरत के करिश्मा है, बरकत जो नहीं होती नीयत की खराबी है। अच्छा। उन्हें अपने शायरां दा अंदाज देता, भाजी तू अपनी नीयत साफ कर, मेरे लिए वेखण दी लोड़ नहीं है कि मैं की काम कीता कि नहीं कीता। ਦੂਜੇ ਪਾਸੇ ਜਿਹੜੇ ਹਰੀਸ਼ ਚੌਧਰੀ ਨੇ ਉਹ ਜਾਖੜ ਨੂੰ ਮਨਾਉਣ ਤੇ ਲੱਗੇ ਨੇ ਜੀ। ਭਾਈ ਤੈਨੂੰ ਅਸੀਂ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਦਿੰਦੇ ਆ, ਤੂੰ ਚੁੱਪ ਕਰਕੇ ਨਾ ਬੈਠ। ਤੂੰ ਹੀ ਸਿਆਣਾ ਬਣ ਜਾ। ਇੱਕ ਤਾਂ ਸਾਡੀ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਹਿੰਦੂ ਵੋਟ ਉਹ ਖਰਾਬ ਹੋਣ ਰਹੀ ਹੈ। ਭਾਵੇਂ ਕਿ ਡਿਪਟੀ CM ਇਹਨਾਂ ਨੇ ਓਮ ਪ੍ਰਕਾਸ਼ ਸੋਨੀ ਨੂੰ ਬਣਾਤਾ, ਲੇਕਿਨ ਸੋਨੀ ਜਿਹੜਾ ਵਾ ਉਹ ਜਾਖੜ ਦੇ ਕੱਦ ਬੁੱਧ ਦਾ ਬੰਦਾ ਨਹੀਂ, ਬਹੁਤ ਉਹ ਹੈ ਨਹੀਂ ਉਮੀਦ। ਇਸੇ ਕਰਕੇ ਉਹਨਾਂ ਨੇ ਉਹ ਤੇ ਕਹਿੰਦੇ ਵੀ ਤੈਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੰਦੇ ਆ, ਤੈਨੂੰ ਜਿਹੜੀ ਆਪਣੇ MLA ਦੀ ਚੋਣ ਕਰਨੀ ਆ ਉਹਦੀ ਕਮੇਟੀ ਦਾ ਮੈਂਬਰ ਬਣਾ ਦਿੰਦੇ ਆ, ਸਭ ਕੁਝ ਬਣਾ ਦਿੰਦੇ। ਤੂੰ ਛੇਤੀ ਆ ਸੀधा ਦਿਨ ਪਾਸੇ ਬਾਹਰ ਨਿਕਲ ਤੂੰ। ਉਹ ਚੁੱਪ ਕਰਕੇ ਬੈਠਾ ਵਾ। ਪਹਿਲੇ ਦਿਨ ਜਦੋਂ ਬਕਾਇਦਾ ਤੌਰ ਤੇ ਸਿੱਧੂ ਨੂੰ ਬਣਾਇਆ ਸੀ, ਉਦੋਂ ਹੀ ਉਹਨਾਂ ਨੇ ਸਟੇਜ ਤੋਂ ਕਿਹਾ ਸੀ ਭਾਈ ਪ੍ਰਧਾਨ ਮੈਂ ਸੀ, ਚਾਬੀਆਂ ਦੇ ਦਫ਼ਤਰ ਦੀਆਂ ਮੇਰੇ ਕੋਲ, ਮੈਨੂੰ ਘੱਟੋ ਘੱਟ ਪੁੱਛ ਹੀ ਲੈਂਦੇ ਤੁਸੀਂ ਜੀ। ਜਿੰਦਰਾ ਤੋੜਨ ਦੀ ਕੀ ਲੋੜ ਸੀ ਏਦਾਂ? ਭਾਵੇਂ ਜਿੰਦਰਾ ਨਹੀਂ ਤੋੜਿਆ ਗਿਆ, ਲੇਕਿਨ ਕਹਿਣ ਦਾ ਭਾਵ ਸੀ ਉਹਨਾਂ ਦਾ। ਉਹਨਾਂ ਉੱਥੇ ਕੈਪਟਨ ਸਾਹਿਬ ਨੇ ਤਾਰੀਫਾਂ ਕੀਤੀਆਂ ਤੇ ਕੈਪਟਨ ਸਾਹਿਬ ਨੇ ਉਹਨਾਂ ਦੀਆਂ ਕੀਤੀਆਂ ਸੀ। ਇਸ ਕਰਕੇ ਇੱਕ ਪਾਸੇ ਤਾਂ ਹਰੀਸ਼ ਚੌਧਰੀ ਜਾਖੜ ਨੂੰ ਮਨਾ ਕੇ ਜਿਹੜਾ ਨਾਲ ਤੋੜਨ ਲਈ ਤਿਆਰ ਨੇ। ਪੰਜਾਬ ਦੀ ਇੱਕ ਫਿਦਰਤ ਰਹੀ ਹੈ ਜੀ। ਵੇਖੋ ਜੇ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਤੇ ਇਹ ਪੱਕੀ ਗੱਲ ਸੀ, ਹਿੰਦੂ ਵੋਟ ਜਿਹੜੀ ਸੀ ਉਹ BJP ਨੂੰ ਜਿਹੜੀ ਜਾਣੀ ਉਹ ਜਾਣੀ ਚਾਹੀਦੀ। ਲੇਕਿਨ ਜਦੋਂ ਉਹ ਵੇਖਦੇ BJP ਦਾ ਉਮੀਦਵਾਰ ਨਹੀਂ ਜਿੱਤਦਾ ਤੇ ਫਿਰ ਉਹ ਕਾਂਗਰਸ ਨੂੰ ਵੋਟ ਦਿੰਦੇ ਆ। ਕਾਂਗਰਸ ਨੂੰ ਵੋਟ ਤਾਂ ਹੀ ਮਿਲੇਗੀ ਜੇ ਉਹਨਾਂ ਦੇ ਸਾਹਮਣੇ ਕੋਈ ਹਿੰਦੂ ਲੀਡਰ ਸਾਹਮਣੇ ਦਿਖਾਈ ਦਿੰਦਾ ਹੋਊਗਾ। ਜੀ ਜੀ ਜੀ। ਇਸ ਕਰਕੇ ਜਾਖੜ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੇ ਹਰੀਸ਼ ਚੌਧਰੀ ਦੀ ਪੂਰੀ ਕੋਸ਼ਿਸ਼ ਕਰ ਰਹੇ ਆ, ਤੇ ਸਿੱਧੂ ਸਾਹਿਬ ਜਿਹੜੇ ਸਾਰੀ ਗੜਬੜ ਕਰ ਰਹੇ ਨੇ। ਸਿੱਧੂ ਸਾਹਿਬ ਦਾ ਏਜੰਡਾ ਕੀ ਤੱਕ ਇਹ ਸਮਝ ਨਹੀਂ ਆਇਆ ਵੀ ਏਜੰਡਾ ਇਹਨਾਂ ਦਾ ਕੀ ਜੀ। ਆਹੀ ਸਮਝ ਨਹੀਂ ਨਾ ਆਉਂਦਾਗਾ। ਕੱਲ ਬਕਾਇਦਾ ਤੌਰ ਤੇ ਇਹਨਾਂ ਨੂੰ ਪਟਵਾਰੀ ਮਿਲੇ, ਜਿਨ੍ਹਾਂ ਪਟਵਾਰੀਆਂ ਨੇ ਟੈਸਟ ਪਾਸ ਕਰ ਲਿਆ ਕਿ ਉਹਨਾਂ ਦੀ ਹੁਣ ਕਾਉਂਸਲਿੰਗ ਹੋਣੀ ਸੀ। ਉਹ ਜਾ ਕੇ SS ਬੋਰਡ ਦੇ ਜਾ ਕੇ ਸੈਕਟਰੀ ਮਿਸਟਰ ਬਾਸਲ ਨੂੰ ਮਿਲੇ, ਕਹਿੰਦੇ ਜੀ ਸਾਨੂੰ ਕੀ ਅਗਲਾ ਹੁਕਮ ਆ। ਉਹ ਕਹਿੰਦਾ ਕਾਕਾ ਮੈਂ ਤੁਹਾਡਾ ਹਮਦਰਦ ਆ, ਤੁਹਾਨੂੰ ਅਪਾਇੰਟਮੈਂਟ ਲੈਟਰ ਮਿਲਣੇ ਚਾਹੀਦੇ, ਲੇਕਿਨ ਮੇਰੇ ਵੱਸ ਦਾ ਰੋਗ ਨਹੀਂ ਜੀ। ਕਿਉਂਕਿ ਰਮਨ ਬਹਿਲ ਜਿਹੜਾ ਚੇਅਰਮੈਨ ਸੀ ਉਹ ਰਿਜ਼ਾਈਨ ਕਰਕੇ ਜਾ ਕੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ। ਜੇ ਤੁਸੀਂ ਆਪਣਾ ਕੁਝ ਕਰਾਉਣਾ ਤੇ ਇਮੀਡੀਏਟਲੀ ਸਿੱਧੂ ਨੂੰ ਮਿਲ ਕੇ, ਚੰਨੀ ਨੂੰ ਮਿਲ ਕੇ ਪਹਿਲਾਂ ਇੱਥੇ ਚੇਅਰਮੈਨ ਨੂੰ ਅਪਾਇੰਟ ਕਰੋ ਤੇ ਫਿਰ ਤੁਹਾਨੂੰ ਅਗਲੀ ਕਾਰਵਾਈ ਚੱਲ ਸਕਦੀ। ਜੇ ਨਹੀਂ ਕਰ ਰਹੇ ਕੋਈ ਚੱਲੇ। ਉਹ ਦੁਖੀ ਹੋਏ ਬੈਠੇ ਨੇ, ਉਹ ਜਾ ਕੇ ਸਿੱਧੂ ਨੂੰ ਮਿਲੇ ਕਹਿੰਦਾ ਮੈਂ ਕੀ ਕਰ ਸਕਦਾ ਜੀ। ਤੇ ਖੂਨ ਛਾਲ ਮਾਰਦੇ ਪਰ ਨਹੀਂ ਕੁਝ ਕਰ ਸਕਦਾ। ਨਹੀਂ ਕਰ ਫਿਰ ਕਾਹਦੇ ਕਿਸੇ ਨੂੰ ਮੌਕਾ ਦੇ ਕਿਸੇ ਵਿਚਾਰੇ ਨੂੰ। ਜੇ ਕਿਤੇ ਜਾਖੜ ਸਾਹਿਬ ਹੁੰਦੇ ਕਦੀ ਇੰਨੀ ਗੱਲ ਨਾ ਕਹਿੰਦੇ ਵੀ ਮੈਂ ਕੁਛ ਨਹੀਂ ਕਰ ਸਕਦਾ, ਕਹਿੰਦਾ ਠੀਕ ਹੈ ਜੀ ਕਰਦੇ ਗੱਲ, ਮੁੱਖ ਮੰਤਰੀ ਸਾਹਿਬ ਨੇ ਗੱਲ ਤਾਂ ਕੋਈ ਹੱਲ ਲੱਭ ਜਾਓਗੇ। ਫਿਰ ਕਹਿੰਦਾ ਜੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਮੋਗੇ ਰੈਲੀ ਚ ਬੋਲਿਆ ਵੀ ਨਹੀਂ ਉੱਥੇ ਜਾ ਕੇ। ਜੇ ਭਾਈ ਲੋਕਾਂ ਦੀ ਫਰਿਆਦ ਨਹੀਂ ਸੁਣਦੀ, ਤੁਹਾਡਾ ਏਜੰਡਾ ਕੀ ਹੈ ਲੋਕਾਂ ਨੂੰ ਦੱਸ ਦਿਓ, ਪਾਰਟੀ ਨੂੰ ਦੱਸ ਦਿਓ ਚਾਹੁੰਦੇ ਤੁਸੀਂ ਕੀ ਹੋ ਜੀ। ਤੁਸੀਂ ਚਾਹੁੰਦੇ ਹੋ ਕਾਂਗਰਸੀ ਸਰਕਾਰ ਕੇ ਵਿਰੋਧੀ ਧਿਰ ਦੀ ਸਰਕਾਰ ਚਾਹੁੰਦੇ? ਦੇਖੋ ਅੱਜ ਤੋਂ ਪਹਿਲਾਂ ਜਿਹੜੇ ਸਾਡੇ ਬੁੱਧੀਜੀਵੀ ਵਰਗ ਦੇ ਲੋਕ ਸੀ ਉਹ ਇਹਨਾਂ ਕਹਿਣਾ ਸ਼ੁਰੂ ਕਰਤਾ ਸੀ, ਬਕਾਇਦਾ ਤੌਰ ਤੇ ਜਗਬੜੀ ਕਾਲਮ ਛਾਪਿਆ ਸੀ। ਉਹਨੇ ਕੀ ਕਿਹਾ ਉਹਦੇ ਕਾਲਮ ਦੇ ਵਿੱਚ? ਉਹ ਕਹਿੰਦੇ ਨੇ ਜੀ ਵੇਖੋ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਸੀ ਸਾਨੂੰ ਵੀ ਅਪਰੋਚ ਕਰਦੇ, ਸਾਡੇ ਨਾਲ ਗੱਲਾਂ ਵੀ ਕਰਦੇ ਸੀ ਵੀ ਅੱਜ ਦੀ ਡੇਟ ਤੇ 1 ਨੰਬਰ ਤੇ ਆਮ ਆਦਮੀ ਪਾਰਟੀ ਚੱਲਦੀ ਜੀ, ਦੂਜੇ ਨੰਬਰ ਤੇ ਅਕਾਲੀ ਦਲ ਤੇ ਤੀਜੇ ਨੰਬਰ ਤੇ ਜਿਹੜੇ ਬਾਕੀ ਟੁੱਟੇ ਭੱਜੇ ਸਾਰੀ ਪਾਰਟੀ।
ਤੇ ਚੌਥੇ ਨੰਬਰ ਤੇ ਕਾਂਗਰਸ ਆਏਗੀ ਕੈਪਟਨ ਜਦੋਂ ਕੈਪਟਨ ਮੁੱਖ ਮੰਤਰੀ ਸੀ। ਜੀ। ਲੇਕਿਨ ਅੱਜ ਜਦੋਂ ਚੰਨੀ ਬਣ ਗਿਆ, ਚੰਨੀ ਨੇ ਜਿਸ ਤਰੀਕੇ ਨਾਲ ਲੋਕਾਂ 'ਚ ਵਿਚਰਿਆ ਤਾਂ ਉਹ ਫਿਰ ਜਿਹੜੀ ਸੀ ਇੱਕ ਜਿਹੜੀ ਸੀ ਕਾਂਗਰਸ ਪਹਿਲੇ ਨੰਬਰ ਤੇ ਆ ਗਈ। ਹੁਣ ਸਿੱਧੂ ਸਾਹਿਬ ਕਿਹੜੇ ਨੰਬਰ ਤੇ ਖੜਨਾ ਚਾਹੁੰਦੇ ਇਹ ਨਹੀਂ ਪਤਾ ਲੱਗ ਰਿਹਾ ਸੀ। ਜੇ ਤੁਹਾਡੇ ਖਿਲਾਫ ਅੱਜ 2 ਸਿੱਧੂ ਸਾਹਿਬ MLA ਆ ਗਏ, ਕੱਲ ਨੂੰ 4 ਵੀ ਆ ਸਕਦੇ, ਪਰਸੋਂ 8 ਵੀ ਆ ਸਕਦੇ, ਫਿਰ ਕਿਹੜੇ ਬਾਪ ਨੂੰ ਆਖਣੇ ਬਾਪ। ਇਸ ਕਰਕੇ ਸਿੱਧੂ ਸਾਹਿਬ ਨੂੰ ਚਾਹੀਦਾ ਕਿ ਆਪਣੀ ਗੱਲ ਤਰੀਕੇ ਦੇ ਸਲੀਕੇ ਨਾਲ ਕਰੋ, ਖਾਸ ਸੋਟਾ ਨਾ ਮਾਰੋ। ਇਹ ਕ੍ਰਿਕਟ ਨਹੀਂ ਹੈਗੀ, ਬਾਲ ਨੂੰ ਜਿੰਨੀ ਜ਼ੋਰ ਦੀ ਮਾਰੋਗੇ ਉਹਨੇ ਨੰਬਰ ਜ਼ਿਆਦਾ ਵੱਧ ਮਿਲਣਗੇ। ਇੱਥੇ ਉਹ ਚੀਜ਼ ਨਹੀਂ ਹੈਗੀ। ਇੱਥੇ ਤੇ ਸਿਆਸਤ ਦੇ ਵਿੱਚ ਹਮੇਸ਼ਾ 2 ਤੋਂ 2 4 ਨਹੀਂ ਹੁੰਦੇ, 2 ਤੋਂ 2 8 ਨੂੰ 6, 2 ਤੋਂ 2 0 ਵੀ ਹੋ ਸਕਦੇ। ਜੀ ਬਿਲਕੁਲ। ਤੇ ਉਧਰ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨ ਮੋਰਚੇ ਨੂੰ ਦੇ ਸੰਬੰਧੀ ਬੜਾ ਤਕੜਾ ਬਿਆਨ ਦੇ ਦਿੱਤਾ ਜੀ। ਬਿਲਕੁਲ ਜੀ, ਉਹਨਾਂ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਆਪਣੀ ਗੱਲ ਕੀਤੀ ਹੈ ਕਿ ਸਾਨੂੰ 1 ਸਾਲ ਸੜਕਾਂ ਤੇ ਰੋਲਿਆ ਗਿਆ। ਜਿਹੜੇ ਲੋਕ ਸਾਨੂੰ ਰੋਲਣ ਵਾਲੇ ਨੇ ਉਹ ਤਰਸ ਦੇ ਪਾਤਰ ਨਹੀਂ ਹੈਗੇ। ਤੇ ਇਹ ਕਿਸੇ ਹੋਰ ਦੀ ਨਹੀਂ, ਕਿਸਾਨਾਂ ਦੀ, ਮਜ਼ਦੂਰਾਂ ਦੀ, ਹਰ ਵਰਗ ਦੇ ਲੋਕਾਂ ਦੀ ਦ੍ਰਿੜਤਾ ਦੀ ਏਕਤਾ ਵਾ ਜੀ। ਉਹ ਕਹਿੰਦੇ ਵੀ ਵੀਰੋ ਇੱਕ ਗੱਲ ਮੇਰੀ ਸੁਣ ਲਓ, 2022 ਦੀਆਂ ਚੋਣਾਂ ਸਿਰਫ ਟ੍ਰੇਲਰ ਆ ਤੇ ਅਸਲੀ ਸੰਗਰਾਮ ਜਿਹੜਾ 2024 ਚੋਣਾਂ ਜੀ। ਅਗਲੀ ਗੱਲ ਉਹਨਾਂ ਕੀਤੀ ਕਿ ਆਪਣੇ ਘਰਾਂ ਦੇ ਉੱਤੇ ਆਪਣੀ ਜਿਹੜੀ ਕਿਸਾਨ ਦੀਆਂ ਸਪੰਨਤ ਤੋਂ ਝੰਡੇ ਲਾ ਲਓ, ਤਾਂ ਕਿ ਅਫਸਰਸ਼ਾਹੀ ਨੂੰ ਪਤਾ ਹੋਵੇ ਕਿ ਇਹ ਬੰਦੇ ਜਿਹੜੇ ਕਿਸੇ ਕਿਸਾਨ ਦੀ ਨਾਲ ਲੱਗੇ ਨੇ, ਕੰਮ ਕਰ ਰਹੇ ਨੇ। ਉਹਨੇ ਕਿਹਾ ਵੀ ਸਾਨੂੰ 300 ਯੂਨਿਟ ਫਰੀ ਹਰ 1000 ਰੁਪਇਆ ਮਹੀਨਾ ਨਹੀਂ ਚਾਹੀਦਾ, ਸਾਨੂੰ ਜੀ ਲੋੜ ਨਹੀਂ ਉਹਦੀ। ਹਾਂ ਬਿਲਕੁਲ। ਸਾਨੂੰ ਸਾਡੀ ਫਸਲ ਦਾ ਮੁੱਲ ਪੂਰਾ ਦੇ ਦਿਓ, ਅਸੀਂ ਆਪੇ ਸਭ ਕੁਝ ਖਰੀਦ ਲਵਾਂਗੇ, ਸਾਨੂੰ ਜਾਇਜ਼ ਖਰੀਦਣ। ਉਹ ਆਂਦੇ ਵੀ ਜਿਹੜੇ ਭਾਜਪਾ ਵਾਲੇ ਨਾ ਜੀ ਤੁਹਾਡੇ ਨਾਲ ਲੜ ਨਹੀਂ ਸਕਦੇ, ਤੁਹਾਡੇ ਬਿਲਕੁਲ ਲੜ ਸਕਦੇ। ਇਹ ਮੌਬ ਵਾਇਲੈਂਸ ਕਰ ਸਕਦੇ ਆ, ਲੜ ਨਹੀਂ ਸਕਦੇ। ਮੌਬ ਵਾਇਲੈਂਸ ਨੂੰ ਤਾਂ ਸ਼ੇਰ ਨੇ। ਲੇਕਿਨ ਜਿਹੜੀ ਗੱਲ ਤੁਸੀਂ ਵੀ ਉਹ ਕੀਤੀ, ਅਸੀਂ ਬਾਰ-ਬਾਰ ਸਟੇਜਾਂ ਤੋਂ ਕਹਿੰਦੇ ਰਹੇ ਕਿ ਜੇ ਸ਼ਾਂਤ ਰਹੋਗੇ ਤਾਂ ਤੰਗੇ ਰਹੋਗੇ, ਜੇਤੂ ਆਉਂਗੇ ਤੇ ਜਿੱਤ ਤੁਹਾਡੀ ਹੋਊਗੀ। ਤੇ ਜੇ ਤੁਸੀਂ ਕੋਈ ਗੜਬੜ ਕੀਤੀ ਤੇ ਜਿੱਤ ਫਿਰ ਜਿਹੜੀ ਫਿਰ ਮੋਦੀ ਦੀ ਹੋਏਗੀ। ਉਹਨਾਂ ਨੇ ਕਿਹਾ ਵੀ ਤੁਸੀਂ ਚੰਗਾ ਕੀਤਾ, ਸਾਡੀ ਇਸ ਗੱਲ ਨੂੰ ਮੰਨਿਆ ਤੇ ਤੁਸੀਂ ਕਿਸੇ ਗੱਲ ਦੀ ਗੱਲ ਜਿਹੜੀ ਨਹੀਂ ਕੀਤੀ। ਉਹ ਕਹਿੰਦਾ ਵੀ ਸਾਨੂੰ ਇੱਕ ਵੇਖੋ, ਗੁਰੂ ਸਾਹਿਬ ਨੇ ਕਿਹਾ 1.25 ਲੱਖ ਤੇ 1 ਲੜਾਓ। ਤੁਸੀਂ ਤੇ 1.25 ਲੱਖ ਦਾ ਲੜਨ ਵਾਲੇ ਹੈਗੇ ਹੋ, ਤੁਸੀਂ ਕਿਉਂ ਕਰੋਗੇ ਉਹ ਜੇ ਪੁੱਠਾ ਕੰਮ ਕੀ ਜਿੰਨਾ ਵੀ ਸਾਰੇ ਮੋਰਚੇ ਨੂੰ ਕਿਤੇ ਠੇਸ ਪੁੱਜੇ ਜੀ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਵੇਖੋ, ਜੇ ਕੁਝ ਲੋਕ ਕਹਿੰਦੇ ਲੀਡਰ ਕਹਿੰਦੇ ਵੀ ਦੁਬਾਰਾ ਕਾਨੂੰਨ ਲਿਆ ਜਾ ਸਕਦੇ ਆ। ਉਹਨਾਂ ਕਿਹਾ ਜੀ ਜੇ ਦੁਬਾਰਾ ਕਾਨੂੰਨ ਤੇ ਬਾਪੂ ਕੱਲ ਨਹੀਂ ਬੈਠੇ ਸਾਹਮਣੇ, ਇਹ ਬਾਪੂ ਇਸੇ ਕੰਮ ਵਾਸਤੇ ਬੈਠੇ ਜੋ ਕੀਤਾ ਫਿਰ ਕਰਾਂਗੇ ਜੀ। ਇਸ ਕਰਕੇ ਉਹਨਾਂ ਬੜਾ ਸਖਤੀ ਨਾਲ ਇੰਨੀ ਗੱਲ ਕਹੀ ਹੈ। ਉਹਨਾਂ ਕਿ ਜਿਹੜੀ ਮਹਿੰਗਾਈ ਆ ਉਹਦੇ ਦੀ ਜ਼ਿੰਮੇਵਾਰੀ ਇੱਕ ਸਰਕਾਰ ਆ ਤੇ ਇਹਨਾਂ ਨੂੰ ਚਾਹੀਦਾ ਵੀ ਸਾਡੇ 680 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ ਤੇ ਅਸੀਂ ਫਿਰ ਵੀ ਸ਼ਾਂਤ ਨਹੀਂ ਰਹੇ ਜੀ। ਅੱਜ ਜਿੱਤ ਤੁਹਾਡੀ ਆ, ਵਾਹੀਕਰਾਂ ਦੀ, ਕਾਸ਼ਤਕਾਰਾਂ ਦੀ ਜਿੱਤ ਆ। ਅੱਜ ਮੇਰਾ ਜੀ ਕਰਦਾ ਮੇਰੀਆਂ ਅੱਖਾਂ ਦੇ ਵਿੱਚ ਜਿਹੜੇ ਉਹ ਖੁਸ਼ੀ ਦੇ ਅੱਥਰੂ ਆ, ਕਿਉਂਕਿ ਜਿਹੜਾ ਬੰਦਾ ਬਕਾਇਦਾ ਤੌਰ ਤੇ ਬੜਾ ਸਖਤ ਹੁੰਦਾ ਨਾ, ਕੋਈ ਕਹਿੰਦਾ ਤੁਸੀਂ ਲੋਹਾ ਲੈ ਲਓ, ਸਖਤ ਹੋਊਗਾ ਉਹ ਵਿੰਗਾ ਨਹੀਂ ਹੁੰਦਾ, ਟਿੱਡ ਟੁੱਟ ਜਾਂਦਾ ਪੱਕਾ ਲੋਹਾ ਕਹਿੰਦੇ ਜੀ। ਟੁੱਟਦਾ ਫਿਰ ਬੜੀ ਬੁਰੀ ਤਰ੍ਹਾਂ ਟੁੱਟਦਾ। ਕਹਿੰਦਾ ਉਸੇ ਤਰ੍ਹਾਂ ਅਸੀਂ ਤੁਹਾਨੂੰ ਕਹਿੰਦੇ ਰਹੇ ਕਿ ਜਿੱਤ ਤੁਹਾਡੀ ਆ, ਅਖੀਰ ਦੇ ਉੱਤੇ ਮੋਦੀ ਨੂੰ ਜਿਹੜਾ ਸੀ ਆਪਣੇ ਆਪ ਕਹਿਣਾ ਤੇ ਮਾਫੀ ਵੀ ਤੁਹਾਡੇ ਕੋਲ ਮੰਗਣੀ ਪਈ ਤੇ ਕਹਿਣਾ ਕਿ ਤਿੰਨੇ ਕਾਨੂੰਨ ਵਾਪਸ ਲੈਂਦੇ। ਕਹਿੰਦੇ ਅਸੀਂ ਧੰਨਵਾਦ ਤੇ ਕਰਦੇ ਹਾਂ, ਲੇਕਿਨ ਬਾਕੀ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਵੀਰੋ ਭੱਜਿਓ ਨਾ, ਜਾਇਓ ਨਾ, ਆਪਣਾ ਮੋਰਚਾ ਜੇ ਖਤਮ ਨਹੀਂ ਹੋਇਆ। ਜਿਸ ਦਿਨ ਆਪਾਂ ਖਤਮ ਕਰਾਂਗਾ ਇਸੇ ਤਰ੍ਹਾਂ ਪ੍ਰੋਗਰਾਮ ਕਰਕੇ ਬਿਹਤਰ ਅਨਾਉਂਸਮੈਂਟ ਸਾਡੇ ਇਕੱਠੇ ਚੱਲਾਂਗੇ ਤੇ ਲੋਕ ਤੁਹਾਡੇ ਤੇ ਫੁੱਲਾਂ ਦੀ ਵਰਖਾ ਕਰਨਗੇ ਜੀ। ਅੱਜ ਜਿੰਨਾ ਤੁਸੀਂ ਕਹਿੰਦੇ ਸਾਨੂੰ ਸਹਿਯੋਗ ਦਿੱਤਾ, ਮੇਰੀਆਂ ਅੱਖਾਂ ਚ ਅੱਥਰੂ ਤੇ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਅੱਥਰੂ ਨਾਲ ਪੈਰ ਧੋ ਕੀਤੀ ਵਾ, ਜਿੰਨਾ ਤੁਸੀਂ ਸਬਰ ਰੱਖਿਆ। ਉਹਨਾਂ ਕਿਹਾ ਜੀ ਸਾਡਾ ਇਤਿਹਾਸ ਰਿਹਾ ਜੀ, ਅਸੀਂ ਮੁਗਲਾਂ ਤੋਂ ਨਹੀਂ ਹਰੇ, ਅਸੀਂ ਅੰਗਰੇਜ਼ਾਂ ਤੋਂ ਨਹੀਂ ਹਰੇ। ਉਹਨਾਂ ਦਾ ਡਟ ਕੇ ਟਾਕਰਾ ਕੀਤਾ, ਅਸੀਂ ਟਾਕਰਾ ਕਰਕੇ ਉਹਨੂੰ ਭਜਾਇਆ ਇੱਥੋਂ ਜੀ। ਤੇ ਮੋਦੀ ਸਾਹਿਬ ਤੁਸੀਂ ਇਸ ਦੇਸ਼ ਦੇ ਵਸਨੀਕ ਹੋ, ਤੁਹਾਨੂੰ ਇਹ ਜੇ ਕਿਤੇ ਪਹਿਲਾਂ ਸਾਡੀ ਗੱਲ ਮੰਨ ਜਾਂਦੇ ਤੇ ਬੜੀ ਚੰਗੀ ਗੱਲ ਸੀ। ਅੱਜ ਸਾਡਾ ਵੀ ਨੁਕਸਾਨ ਕੀਤਾ ਤੇ ਤੁਹਾਡਾ ਵੀ ਨੁਕਸਾਨ।
ਉਹ ਕਹਿੰਦੇ ਇਸ ਜਿੱਤ ਨਾਲ ਸਾਡਾ ਇੱਕ ਫਾਇਦਾ ਹੋਰ ਹੈ, ਜੀ ਜਿਹੜੀ ਸਾਡੇ ਬੱਚਿਆਂ ਤੋਂ ਉਦਾਸੀਨਤਾ ਆ ਗਈ ਸੀ ਨਾ, ਸਾਡੇ ਬੱਚੇ ਵਿਦੇਸ਼ਾਂ 'ਚ ਭੱਜ ਰਹੇ ਸੀਗੇ ਜੀ, ਉਹਨਾਂ ਤੇ ਥੋੜੀ ਜੀ 1-2% ਰੋਕ ਲੱਗੀ। ਅਸੀਂ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਸਮਝਾਉਣ ਦੀ ਕਿ ਇੱਥੇ ਰੱਖ ਕੇ ਆਪਣਾ ਕਾਰੋਬਾਰ ਕਰਨ ਦੀ। ਕਰ ਲਓ। ਇਸ ਕਰਕੇ ਜਿਹੜੇ ਉਹ ਜਿਹੜੇ ਰਾਜਨੀਤਿਕ ਪਾਰਟੀ ਦੇ ਲੋਕ ਹਨ ਨਾ, ਇਹ ਵਪਾਰੀ ਲੋਕ ਜੇ, ਇਹ ਤੁਹਾਡੇ ਹਮਦਰਦ ਨਹੀਂ। ਇਹ ਤੇ ਸੋਚਦੇ ਆ ਵੀ ਕਦੋਂ ਕਿਸਾਨ ਘਰਾਂ ਨੂੰ ਆਉਣ ਤੇ ਸਾਡੀਆਂ ਤੇ ਰੈਲੀਆਂ 'ਚ ਆ ਕੇ ਵੜ ਕੇ ਤੇ ਸਾਨੂੰ ਵੋਟਾਂ ਪਾ ਕੇ ਸਾਨੂੰ ਲੁੱਟ ਦਾ ਲਾਇਸੈਂਸ ਦੇ ਦੇਣੇ। ਲੇਕਿਨ ਵੀਰੋ ਆਪਾਂ ਕੀ ਲੁੱਟ ਦਾ ਲਾਇਸੈਂਸ ਕੋਈ ਨਹੀਂ ਕਿਸੇ ਨੂੰ ਦਿੱਤਾ ਜੀ। ਉਹਨਾਂ ਨੇ ਕਿਹਾ ਇੰਨਾ ਹੀ ਕੁਝ ਮੈਂ ਕਹਿੰਦਾ ਵਾ, ਤੁਹਾਡੇ ਕੋਲ ਖਿਮਾ ਦਾ ਜਾਣਾ ਨਹੀਂ, ਆਪਣਾ ਮੋਰਚਾ ਜਾਰੀ ਆ। ਉਹਨਾਂ 'ਚ ਚਾਹੀਦੇ ਕਿ ਜਿੰਨੇ ਸਾਡੀਆਂ ਮੰਗਾਂ ਪੂਰੀਆਂ, ਜਿੱਦਣ ਜਾਵਾਂਗੇ ਇੱਥੇ ਤੇ ਸਮਾਗਮ ਕਰਾਂਗੇ ਤੇ ਇਕੱਠੇ ਚੱਲਾਂਗੇ ਇੱਥੋਂ ਜੀ। ਬਿਲਕੁਲ, ਜਿਹੜੀਆਂ ਇਹ ਚੀਜ਼ ਹੈ, ਕਿਸਾਨ ਜਿਹੜੇ ਨੇ ਬਹੁਤ ਪੱਟੀ ਸਾਹਿਬ ਮੁਸ਼ਕਲ ਹੈ। ਅੱਜ ਇੱਕ ਵੀਰ ਨੇ ਮੈਨੂੰ ਭੇਜੀ, ਸਾਡਾ ਕੋਈ ਬੱਚਾ ਇੰਗਲੈਂਡ ਪੜ੍ਹਨ ਗਿਆ ਸੀ ਜੀ ਜੀ, ਤੇ ਉਹ ਵਿਚਾਰਾ ਕੱਲਾ ਬੱਚਾ, ਮਾਂ ਬਾਪ ਦਾ, ਫਾਦਰ ਦੀ ਡੈਥ ਹੋਈ ਵੀ ਹੈ ਜੀ, ਤੇ ਉਹਦਾ ਕੋਈ ਨਾ ਆਪਣਾ ਜਿਹਨੂੰ ਕਹਿੰਦੇ ਆ ਬੈਗ ਸੀਗਾ, ਗੂਚੀ ਦਾ ਬੈਗ ਪਾਇਆ ਸੀ ਉਹਨੇ, ਤੇ ਸੀ ਉਹ ਨਕਲੀ, ਤੇ ਉਹ ਨਕਲੀ ਬੈਗ ਜਿਹੜਾ ਸੀਗਾ ਜੀ, ਉਹਨੂੰ ਖੋਹਣ ਵਾਸਤੇ ਉਹਦੇ ਚਾਕੂ ਮਾਰਤਾ ਤੇ ਮੁੰਡਾ ਮਾਰਤਾ। ਉਹ ਤੁਹਾਡਾ ਪਤਾ ਲੈ, ਬੜੀ ਮੰਦੀ ਹਾਲਤ ਹੈ ਜੀ ਉੱਥੇ ਦੀ। ਹਾਂ, ਸੋ ਮੈਂ ਬੱਚਿਆਂ ਨੂੰ ਇਹੀ ਗੱਲ ਕਹਿਣਾ ਕਿ ਦੇਖੋ ਬੱਚਿਓ, ਦੇਖੋ ਸਮਾਨ ਮੁੜੇ ਆਉਂਦਾ, ਕੋਈ ਨਹੀਂ, ਮਾਂ ਪਿਓ ਔਖੇ ਸੌਖੇ ਤੁਹਾਨੂੰ ਦੇ ਦੇਣਗੇ, ਹੋਰ ਲੈ ਦੇਣਗੇ, ਪਰ ਆਹ ਕੰਮ ਨਾ ਕਰੋ। ਆਪਾਂ ਨੂੰ ਪਤਾ, ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ, ਮੇਰੇ ਸਾਹਮਣੇ ਸਰੀ ਇੱਕ ਆਈ ਮਾਤਾ ਦਾ ਉਹ ਪਰਸ ਖੋਹਣ ਲੱਗਿਆ ਇੱਕ ਬੰਦਾ, ਮੈਂ ਉਹਦੇ ਗਲ ਪੈ ਗਿਆ। ਮਾਤਾ ਮੈਨੂੰ ਕਹਿੰਦੀ ਰਹਿਣ ਦੇ, ਛੱਡ। ਮੈਂ ਕਿਹਾ ਮਾਤਾ ਕਿਉਂ? ਕਹਿੰਦੀ ਪੁੱਤ ਇਹਦੇ 'ਚ ਕਿੰਨੇ ਕੁ $2-4 ਹੋਣਗੇ, ਕਹਿੰਦੀ ਇਹਨਾਂ ਕੋਲੇ ਚਾਕੂ ਹੋਵੇ, ਹੋਰ ਹੋਵੇ, ਤੇਰੇ ਮਾਰ ਦੇਣ। ਠੀਕ ਹੈ ਹਾਂਜੀ। ਸੋ ਇਹ ਚੀਜ਼ਾਂ ਨੇ, ਉਹ ਬੱਚੇ ਦਾ ਵਿਚਾਰੇ ਦਾ ਐਡਾ ਭਾਰਾ ਨੁਕਸਾਨ ਹੋ ਗਿਆ, ਮਾਂ ਬਾਪ ਦਾ ਨੁਕਸਾਨ ਹੋ ਗਿਆ। ਬਿਲਕੁਲ ਬਹੁਤ ਮਾੜੀ ਗੱਲ ਹੋਈ ਜੀ, ਬਹੁਤ ਮਾੜੀ ਗੱਲ। ਨਾਲੇ ਪਾਪੂਲੇਸ਼ਨ ਦੇ ਹਿਸਾਬ ਨਾਲ ਬੱਚੇ ਵੀ ਇੱਕ ਤਰ੍ਹਾਂ ਦੇ ਹੁੰਦੇ ਆ। ਰੌਲਾ ਇਹੀ ਹੈ ਨਾ ਜੀ, ਸਾਡੇ ਤੋਂ ਹੀ ਬੱਚੇ, ਬਿਲਕੁਲ, ਖਾਸ ਕਰਕੇ ਜਿਨ੍ਹਾਂ ਦੀਆਂ ਜ਼ਮੀਨਾਂ ਕਰਕੇ ਤਾਂ ਬਾਹਲਿਆਂ ਨੇ ਕਰਤਾ ਜੀ। ਅਸ਼ਮੀਤ ਸੀ ਮੁੰਡੇ ਦਾ ਨਾਂ ਜੀ, ਤੇ ਹਾਂ ਅਸ਼ਮੀਤ ਸੀ। ਬਹੁਤ ਮਾੜੀ ਗੱਲ ਆ ਜੀ। ਹਾਂ, ਸਾਡੀ ਉਸ ਪਰਿਵਾਰ ਨਾਲ ਹਮਦਰਦੀ ਆ ਜੀ, ਹੁਣ ਹਮਦਰਦੀ ਅਸੀਂ ਜ਼ਾਹਿਰ ਕਰ ਸਕਦੇ। ਬਿਲਕੁਲ ਬਹੁਤ ਔਖਾ ਜੀ। ਕਹਿੰਦੇ ਵੀ ਬੁੱਧਵਾਰ ਨੂੰ ਇਹ ਹੋਇਆ, ਤੇ ਉਹ ਕਹਿੰਦੇ ਵੀ ਗੁੱਚੀ ਦਾ ਪਾਊਚ ਸੀਗਾ, ਉਹ ਵੀ ਕਹਿੰਦੇ ਡੁਪਲੀਕੇਟ ਸੀਗਾ, ਤੇ ਅਸ਼ਮੀਤ ਵਾਜ਼ ਦੀ ਪਰਸਨ ਇਨ ਹਿਜ਼ ਫੈਮਿਲੀ, ਕਹਿੰਦੇ ਜਿਹੜਾ ਸਾਰਿਆਂ ਦੀ ਰਿਸਪੋਂਸੀਬਿਲਿਟੀ ਚੱਕਦਾ ਸੀ, ਘਰ ਦੀ ਕਮਾਈ ਕਰਦਾ ਹੀ। ਕਹਿੰਦਾ ਉਹਦੀ ਮਦਰ ਡਿਸੇਬਲ ਹੈ ਤੇ ਬਹੁਤ ਔਖੀ ਹੈ। ਚਲੋ ਵਾਹਿਗੁਰੂ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ, ਇਹੀ ਕਹਿ ਸਕਦੇ। ਤੇ ਉਧਰ ਸੁਖਬੀਰ ਸਿੰਘ ਬਾਦਲ ਨੂੰ ਚਿੰਤਾ ਖਾਈ ਜਾਂਦੀ ਹੈ, ਕਹਿੰਦੇ ਸਾਡੀ ਆਪ ਦੀ ਤਾਂ ਨਹੀਂ ਕਹੀ ਵੀ ਮੈਂ ਗ੍ਰਿਫਤਾਰੀ ਦੇਊਂਗਾ, ਕਹਿੰਦੇ ਕੋਰ ਕਮੇਟੀ ਵਾਲੇ ਗ੍ਰਿਫਤਾਰੀ ਦੇਣਗੇ ਸਾਡੀ ਦੇ। ਕਹਿੰਦੇ ਵੀ ਮਜੀਠੀਆਂ ਨੂੰ ਨਸ਼ਿਆਂ ਦੇ ਝੂਠੇ ਕੇਸ 'ਚ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਇਹ ਕਿਵੇਂ ਪਤਾ ਲੱਗ ਗਿਆ ਜੀ? ਪਹਿਲਾਂ ਹੀ ਸਾਜ਼ਿਸ਼ ਹੋ ਰਹੀ ਹੈ। ਵੇਖੋ ਜੀ, ਇਹ ਸਭ ਨੂੰ ਪਤਾ ਜੀ, ਕਿਹਨੂੰ ਨਹੀਂ ਪਤਾ ਸੀ। ਕੋਰ ਕਮੇਟੀ ਵਾਲੇ ਕਿਸੇ ਨਹੀਂ ਜਾਣਾ, ਨਾ ਸੁਖਬੀਰ ਸਿੰਘ ਨੇ ਜਾਣਾ, ਨਾ ਦਾਨੇ ਵਾਲੀਆ ਸਾਹਿਬ। ਉਹ ਜਥੇਦਾਰ ਤੁਰ ਗਏ, ਜਿਹੜੇ ਘਰੋਂ ਸਵੇਰੇ ਤੁਰਦੇ ਸੀ, ਆਪਣਾ ਪ੍ਰਸ਼ਾਦਾ ਛੱਕ ਕੇ ਤੇ ਸ਼ਾਮ ਨੂੰ ਘਰ ਹੀ ਛੱਡਦੇ, ਲੋਕਾਂ ਦੇ ਕੰਮ ਕਰਦੇ ਤੁਰੇ ਜਾਂਦੇ। ਹੁਣ ਉਹ ਜਥੇਦਾਰ ਜਿਹੜੀ ਅੰਡਿਆਵਰ ਗੱਡੀ ਤੋਂ ਘੱਟ ਗੱਲ ਨਹੀਂ ਕਰਦੇ ਨਾ ਜੀ, ਨੀਂਦ ਨਹੀਂ ਆਉਂਦੀ ਏਸੀ ਤੋਂ ਬਿਨਾਂ। ਬਹੁਤ ਘੱਟ ਕਾਏ ਹੁੰਦੇ ਆ, ਕਿਆ ਹੁੰਦਾ ਜੀ ਮੈਂ ਫਲਾਣੇ ਇਲਾਕੇ ਦਾ ਜਥੇਦਾਰ। ਇਹ ਸਾਡੀ ਔਕਾਤ ਰਹਿ ਗਈ ਜੀ। ਕੀ ਜਿਹੜੇ ਏਸੀ ਗੱਡੀਆਂ ਦੇ ਵਿੱਚ ਜੇ ਏਸੀ ਜਿਹੜੀਆਂ ਅੱਗੇ ਕਾਰਾਂ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਆ, ਉਹ ਜੇਲ੍ਹ ਜਾ ਸਕਦੇ ਕਦੀ ਨਹੀਂ। ਜਦੋਂ ਜੇਲ੍ਹ ਜਾਣ ਦੀ ਵਾਰੀ ਆਈ, ਉਦੋਂ ਕੋਈ ਨਹੀਂ ਲੱਭਣਾ ਉੱਥੇ। ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਮਜੀਠੀਏ ਦੇ ਖਿਲਾਫ ਦੇ ਝੂਠਾ ਕੇਸ ਦਰਜ ਕੀਤਾ। ਭਾਈ ਕੇਸ ਪੁਲਿਸ ਨੇ ਦਰਜ ਨਹੀਂ ਕਰਨਾ, ਕੇਸ ਹਾਈਕੋਰਟ ਨੇ ਦਰਜ ਕਰਾਉਣਾ ਵਾ। ਜਦੋਂ ਉਹ ਰਿਪੋਰਟ ਖੁੱਲੀ ਬਕਾਇਦਾ ਤੌਰ ਤੇ, ਬਾਰ-ਬਾਰ ਜਿਹੜਾ ਸਿੱਧੂ ਆ, ਉਹ ਆਪਣੇ ਜਿਹੜੇ ਸਾਬਕਾ ਜਿਹੜੀ 86 ਤਰੀਕ ਆ, ਉਹਨਾਂ ਦੇ ਉੱਤੇ ਬਾਰ-ਬਾਰ ਕਿਉਂ ਵਾਰ ਕਰ ਰਹੇ ਸੀ, ਕਰਕੇ ਕਰ ਰਹੇ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਾਰਵਾਈ ਹੋਣੀ ਚਾਹੀਦੀ ਹੈ, ਤੇ ਅਸੀਂ ਵੀ ਕਹਿੰਦੇ ਹੋਣੀ ਚਾਹੀਦੀ। ਜੇ ਸੱਚੀ ਗੱਲ ਤੇ ਹੋਵੇ ਜ਼ਰੂਰ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਜੇ ਕਿਤੇ ਗਲਤੀ ਕੀਤੀ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਉਸ ਟਾਈਮ ਦੇ ਉੱਤੇ ਜਦੋਂ
ਜਗਦੀਸ਼ ਸਿੰਘ ਭੋਲੇ ਦੇ ਕਚਹਿਰੀ 'ਚ ਖਲੋ ਕੇ ਕਿਹਾ ਸੀਗਾ ਤੇ ਕਿਉਂ ਪੁਲਿਸ ਨੇ ਕਿਉਂ ਦਿੱਤੀ ਸੀ ਇਜਾਜ਼ਤ ਕਿ ਤੂੰ ਟੀਵੀ ਵਾਲਿਆਂ ਨਾਲ ਗੱਲ ਕਰ ਲੈ। ਜੀ ਉਹਨੇ ਖਲੋ ਕੇ ਕਿਹਾ ਸੀ ਕਿ ਸਾਡਾ ਸਰਗਣਾ ਜਿਹੜਾ ਵਾ ਉਹ ਵਿਕਰਮ ਸਿੰਘ ਮਜੀਠੀਆ ਤੇ ਮੁੜ ਕੇ ਬਾਦਲ ਸਾਹਿਬ ਦਾ ਬਿਆਨ ਆ ਗਿਆ ਸੀ ਜੀ ਉਹ ਬਿਲਕੁਲ ਨਿਰਦੋਸ਼ ਦਾ ਕੋਈ ਰੋਲ ਨਹੀਂ। ਜਦੋਂ ਬਕਾਇਦਾ ਤੌਰ ਤੇ ਜਗਦੀਸ਼ ਸਿੰਘ ਭੋਲੇ ਨੂੰ ਫੜਨਾ ਸੀ ਤੇ 15 ਦਿਨ ਪਹਿਲਾਂ ਜਿਹੜਾ ਹਰਦਿਆਲ ਸਿੰਘ ਸੀ ਮਾਂ ਨੂੰ ਨੇ ਕਹਿਤਾ ਸੀ ਸੁਖਬੀਰ ਸਿੰਘ ਬਾਦਲ ਨੂੰ, ਬਾਦਲ ਸਾਹਿਬ ਇੱਥੇ ਨਾ ਆਇਆ ਕਰੋ, ਇਹ ਸਾਡੀ ਹਿੱਟ ਲਿਸਟ ਤੇ ਬੰਦਾ। ਤੇ ਮੁੜ ਕੇ ਸੁਖਬੀਰ ਸਿੰਘ ਬਾਦਲ ਨੇ ਬਿਲਕੁਲ ਉਹ ਸੜਕੀ ਛੱਡੀ ਸੀ, ਜਾਣੇ ਨਹੀਂ ਸੀ ਬਸਿਆ। ਅੱਛਾ, ਉਹ ਮੁੜ ਕੇ ਫੜਿਆ ਗਿਆ। ਫੜਨ ਤੋਂ ਬਾਅਦ ਜੇ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਸੁਖਬੀਰ ਸਿੰਘ ਬਾਦਲ ਇੱਥੇ ਸੁਖਬੀਰ ਸਿੰਘ ਬਾਦਲ ਲੈਣ ਕਿਉਂ ਦਾ ਸ਼ੁਰੂ ਕਿਉਂ ਉਹਦਾ ਸ਼ੁਰੂ, ਇਹ ਸਾਰੇ ਜਾਂਚ ਦੇ ਵਿਸ਼ੇ ਨੇ, ਬਿਲਕੁਲ ਜਾਂਚ ਦੇ ਵਿਸ਼ੇ ਨੇ। ਹੁਣ ਸਿਰਫ ਇਹ ਆ ਕਿ ਇਹਨਾਂ ਨੇ ਕਾਂ ਮਾਰ ਕੇ ਕਾਂਗਰਸੀ ਇੱਕ ਟੰਗਣਾ ਵਾ। ਬਿਲਕੁਲ ਵੋਟਾਂ ਤੋਂ ਪਹਿਲਾਂ ਕਰਨਗੇ ਕੁਛ ਨਾ ਕੁਛ, ਬਿਲਕੁਲ ਵੋਟਾਂ ਤੋਂ ਪਹਿਲਾਂ ਬੰਦਾ ਕਾਂ ਮਾਰ ਕੇ ਟੰਗਣਾ। ਤੇ ਸਾਡੀ ਇੱਕ ਫਿਦਰਤ, ਅਸੀਂ ਮੁੜ ਕੇ ਸਭ ਕੁਝ ਭੁੱਲ ਜਾਂਦੇ, ਬੱਲੇ ਬੱਲੇ ਆ ਵਧੀਆ ਕੰਮ ਕਰਦੇ, ਬਾਕੀ ਛੱਡੇ ਕੋਲ। ਤੇ ਜਿੱਦਣ ਕਿਤੇ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਤੇ ਬਹੁਤ ਸਾਰੇ ਜਿਹੜੇ ਆ ਨਾ ਨੌਜਵਾਨ ਉਹ ਪੰਜਾਬ ਛੱਡ ਕੇ ਭੱਜ ਜਾਣਗੇ ਜੀ। ਜਦੋਂ ਕੋ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀ, ਕਿਹਾ ਸੀ 1 ਹਫ਼ਤੇ 'ਚ ਅਸੀਂ ਇੱਥੇ ਨਸ਼ਾ ਜਿਹੜਾ ਉਹ ਖਤਮ ਕਰ ਦਿਆਂਗੇ ਜਾਂ ਇਹ ਲੱਕ ਤੋੜ ਦਿਆਂਗੇ। ਉਦੋਂ ਪਿੰਡਾਂ 'ਚ ਮੈਂ ਗਿਆ ਤੇ ਪਿੰਡਾਂ 'ਚ ਲੋਕ ਕਹਿੰਦੇ ਜੀ ਭਾਜੀ ਕੋਈ ਨਸ਼ੇ ਵਾਲਾ ਨਹੀਂ ਜੀ, ਜੇ ਨਸ਼ਾ ਕੋਈ ਮਾੜਾ ਮੋਟਾ ਕਰਦਾ ਵੀ ਹੈ ਤੇ ਲੈਂਦਾ ਵੀ ਤੇ ਬਹੁਤ ਮਹਿੰਗਾ ਮਿਲਦਾ, ਸਸਤਾ ਨਹੀਂ ਮਿਲਦਾ। ਪੁਲਿਸ ਵਾਲੇ ਵੀ ਸਖਤੀ ਕੀਤੀ, ਸਿਰਫ 30 ਦਿਨ ਰਹੀ। ਉਹ ਕਹਿੰਦੇ ਉਹ ਕਹਿ ਕੇ ਨੇ ਭਾਈ 30 ਦਿਨ ਵੇਟ ਕਰ ਲਓ, ਸਖਤੀ ਹਟ ਜਾਣੀ, ਮੁੜ ਕੇ ਫਿਰ ਆ ਜਾਓ ਤੇ ਮੁੜ ਕੇ ਫਿਰ ਆ ਗਈ। ਮੁੜ ਕੇ ਉਹੀ ਨਸ਼ਾ 2000 ਦੀ ਕੁੜੀ ਮੁਕਦੀ ਸੀ 4000 ਦੇ ਵਿੱਚ ਸ਼ੁਰੂ ਹੋ ਗਈ। ਹਾਂ ਉਹ ਵੱਧ ਜਾਂਦੀ ਹੈ ਜੀ, ਨਵਾਂ ਨਸ਼ਾ ਆ ਜਾਂਦਾ ਇੰਨੇ ਨੂੰ, ਕੋਈ ਨਾ ਕੋਈ ਨਵਾਂ ਨਸ਼ਾ ਆਉਂਦਾ, ਨਵਾਂ ਨਸ਼ਾ ਆਉਂਦਾ। ਨਾਲੇ ਗੱਲ ਤਾਂ ਸਪਸ਼ਟ ਆ ਨਾ, ਦੇਖੋ ਇਹ ਕਿਹੜਾ ਹੈਰੋਇਨ, ਤਾਂ ਦੇਖੋ ਪੱਟੀ ਸਾਹਿਬ ਕਹਿਣ ਨੂੰ ਹੈਰੋਇਨ ਹੈ, ਜੇ ਕਰੋੜਾਂ ਰੁਪਏ ਕਿਲੋ ਦੀ ਹੈਰੋਇਨ ਆ ਪੰਜਾਬ 'ਚ ਕੌਣ ਲੈ ਲੂ। ਇਹ ਤਾਂ ਜਿਹੜਾ ਗੋਲੀਆਂ ਦਾ ਨਸ਼ਾ ਆਉਂਦਾ ਨਾ ਹਿਮਾਚਲ ਦੀਆਂ ਫੈਕਟਰੀਆਂ 'ਚੋਂ ਜਿਹੜਾ ਫੜਿਆ ਗਿਆ ਸੀਗਾ ਉੱਥੇ ਆਸਟ੍ਰੇਲੀਆ, ਹੁਣ ਤੁਹਾਨੂੰ ਵੀ ਪਤਾ ਵੀ ਉਹ ਕਿੰਨੇ ਕੁ ਦੀ ਵੱਧ ਤੋਂ ਵੱਧ ਪੱਤਾ 2 ਰੁਪਈਆਂ ਦਾ, 2.5 ਦਾ ਸਿੰਥੈਟਿਕ ਨਸ਼ਾ ਹੁੰਦਾ ਹੈ ਜੀ। ਉਹ ਫਿਰ ਇੱਥੇ ਹਜ਼ਾਰਾਂ ਰੁਪਈਆਂ ਦੀਆਂ ਪੁੜੀਆਂ ਵਿਕਦੀਆਂ, ਉਹਦੇ 'ਚ ਕਮਾਈ ਹੁੰਦੀ ਹੈ। ਫੀਮ ਭੁੱਕੀ ਆ, ਹੁਣ ਭੁੱਕੀ ਫੜੀ ਗਈ ਕਪੂਰਥਲੇ ਵਾਲਿਆਂ ਨੇ, ਲੈ 2 ਕੁਇੰਟਲ ਭੁੱਕੀ ਫੜੀ ਆ, ਸਾਰੇ ਟਰੱਕ 'ਚ ਲੁਕੋ ਕੇ ਲਿਆਏ। ਤੇ ਭੁੱਕੀ ਕਿੰਨੇ ਕੁ ਦੀ ਹੋਊਗੀ 2 ਕੁਇੰਟਲ, ਲਾ ਲਓ ਵੱਧ ਤੋਂ ਵੱਧ 2-2.5 ਲੱਖ ਦੀ। ਤੇ ਇਹ ਕੀ ਕਹਿੰਦੇ ਜੇਬ ਦੇ ਵਿੱਚ ਕੀ ਕਹਿੰਦੇ ਉਂਗਲ ਜਿੰਨੀ ਪਾ ਕੇ ਲਿਆਓ ਤੇ ਕੱਲੀ 35-40 ਲੱਖ ਦੀ ਹੈ। ਦਾਨੇ ਵਾਲੀ ਹਿਸਾਬ ਪਿੱਛੇ ਜੇ ਤੁਹਾਨੂੰ ਪਤਾ ਹੈ ਕੋਰਟ ਨੇ ਆਰਡਰ ਕੀਤੇ ਸੀ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿੰਨੀਆਂ ਵੀ ਥਾਣਿਆਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਵਸਤਾਂ ਪਈਆਂ ਨੇ ਇਮੀਡੀਏਟਲੀ ਸਾੜ ਦਿੱਤੀਆਂ ਜਾਣ, ਕਿਉਂ ਜੇ ਨਾ ਸਾੜੀਆਂ ਦੇ ਨਾਲ ਦੁਰਵਰਤੋਂ ਹੋਣੀ ਹੈ ਜੀ। ਇੱਥੇ ਸਾਡੇ ਇੱਕ US ਗੇਰਾ ਹੁੰਦੇ ਸੀ ਜੱਜ, ਉਹਨਾਂ ਦੇ ਕੋਈ ਕੇਸ ਲੱਗ ਗਿਆ ਜੀ। ਕੇਸ ਲੱਗਣ ਤੇ ਸ਼ਰਾਬ ਦੀ ਪੇਟੀ ਫੜੀ ਗਈ ਬੰਦੇ ਕੋਲ। ਜਦੋਂ ਸ਼ਰਾਬ ਦੀ ਪੇਟੀ ਫੜੀ ਗਈ ਤੇ ਉਹ ਲੈ ਗਏ, ਸੈਂਪਲ ਲੈ ਗਏ, ਪਿਆ ਸੈਂਪਲ ਆ ਜੀ, ਠੀਕ ਹੈ ਜੀ, ਬਾਕੀ ਇਹ ਪੇਟੀ ਪਈ ਹੈ ਜੀ, ਸੀਲ ਹੈ ਜੀ, ਸੀਲ ਕੀਤੀ, ਠੀਕ ਹੈ। ਜੋ ਕਹਿੰਦੇ ਪੇਟੀ ਜਦੋਂ ਲੈ ਕੇ ਗਏ ਉੱਥੇ ਕੋਰਟ ਦੇ ਵਿੱਚ, ਬਹਿਸ ਦੇ ਵਿੱਚ ਜਿਹੜਾ ਵਕੀਲ ਸੀ ਉਹ ਬੰਦੇ ਦਾ, ਉਹ ਕਹਿੰਦਾ ਜੀ ਪੇਟੀ ਖੋਲ ਦੇ। ਜਦੋਂ ਪੇਟੀ ਖੋਲੀ ਕਹਿੰਦਾ ਜੀ ਬੋਤਲ ਚੱਕੋ, ਕਹਿੰਦਾ ਜੱਜ ਸਾਹਿਬ ਆਹ ਮੈਕਡਾਵਲ ਸ਼ਰਾਬ ਆ, ਤੁਸੀਂ ਆ ਵੇਖੋ। ਉਹ 'ਚ ਰੰਗ ਪਾ ਕੇ ਤੇ ਪਾਣੀ ਭਰਿਆ, ਸ਼ਰਾਬ ਖਤਮ। ਅੱਛਾ ਜੀ। ਜੱਜ ਕਹਿੰਦਾ ਵੀ ਦੱਸੋ, ਮੈਂ ਆਹ ਮੇਰੀ ਮੈਕਡਾਵਲ ਪੀਣਾ ਵਾ, ਇਹ ਤਾਂ ਮੈਕਡਾਵਲ ਹੋ ਹੀ ਨਹੀਂ ਸਕਦੀ ਜਿਹੜੀ ਤੁਸੀਂ ਲੈ ਕੇ ਆਏ ਹੋ, ਉਹਦਾ ਵੀ ਹਿਸਾਬ। ਵਾਕਈ ਉਹ ਰੰਗ ਤੇ ਪਾਣੀ ਨਿਕਲਿਆ, ਸ਼ਰਾਬ ਤੇ ਹੈ ਨਹੀਂ ਸੀ ਜੀ ਜੀ। ਉਹ ਕਹਿੰਦਾ ਦੱਸੋ ਤੁਹਾਨੂੰ ਕੀ ਸਜ਼ਾ ਦੇਵਾਂਗੇ। ਉਹ ਕਹਿੰਦਾ ਜੀ ਫਲਾਣਾ ਥਾਣੇਦਾਰ ਸੀ, ਉਹਨੇ ਕੀਤਾ, ਉਹ ਕਰ ਗਿਆ ਜੀ, ਉਹਨੇ ਪੈਕ ਕੀਤਾ, ਮੈਨੂੰ ਤਾਂ ਪਤਾ ਨਹੀਂ। ਤੇ ਜਿਹੜਾ ਬੰਦਾ ਦੋਸ਼ੀ ਬਣਾਇਆ ਸੀਗਾ ਉਹਨੂੰ ਕਹਿੰਦਾ ਤੂੰ ਭੱਜ, ਤੈਨੂੰ ਬਰੀ, ਤੂੰ ਛੁੱਟੀ ਦੇਣੀ। ਇਹ ਤੇ ਸਾਡੇ ਹਾਲਾਤ ਨੇ। ਜੇ ਕਿਤੇ ਫੜੀ ਵੀ ਲਈ ਤੁਸੀਂ, ਕੋਈ ਸ਼ਹਿਰਾਂ ਨੂੰ ਫੜ ਗਈ ਤੇ ਉਹ ਵੀ ਤੁਸੀਂ ਮੁੜ ਕੇ ਬਾਜ਼ਾਰ 'ਚ ਵੇਚ ਜਾਣੀ ਅੱਧੀ ਪਿੱਛੇ ਦੀ, ਕੋਈ ਤੁਹਾਡੇ ਬੰਦਿਆਂ ਨੇ ਪੀ ਜਾਣੀ ਹੈ। ਤੇਰੀ ਪੁਲਿਸ ਵਾਲੇ ਵੇਖੋ ਦੀ ਇਹ ਪੱਟੀ ਸਾਹਿਬ 87-88 ਦੀ ਗੱਲ ਹੈ, ਬਦਨੀ ਥਾਣੇ ਦੇ ਵਿੱਚ 2 ਟਰੱਕ ਭੁੱਕੀ ਦੇ ਫੜ ਲਏ, ਭਰੇ ਪੂਰੇ। ਉਦੋਂ ਤਾਂ ਫੁੱਲ ਹੀ ਆਉਂਦੇ ਹੁੰਦੇ ਸੀ ਨਾ, ਹੁਣ ਤਾਂ ਵਿਚਾਰੇ ਸੇਬਾਂ 'ਚ ਲੁਕੋ ਕੇ ਲਿਆਉਂਦੇ ਆ। ਉਹਦਾ ਢੇਰ ਲਵਾ ਲਿਆ ਜੀ। ਤੇ 2 ਸਾਲਾਂ ਬਾਅਦ ਉਹ ਭੁੱਕੀ ਦੀ ਥਾਂ ਤੇ ਨਾ ਤੇ ਆਰੇ ਵਾਲਾ ਬੂਰਾ ਬਣ ਗਿਆ ਲੱਕੜ ਦਾ। ਜੀ 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 ਬਿਲਕੁਲ ਠੀਕ। ਹੁਣ ਦੱਸੋ ਵੀ ਉੱਤੇ ਪੁਲਿਸ ਤੇ ਨਹੀਂ ਪਰਚਾ ਹੋਣਾ ਚਾਹੀਦਾ? ਵੀ ਫਿਰ ਤੁਸੀਂ ਗਲਤ ਪਰਚਾ ਕਿਉਂ ਦਿੱਤਾ? ਬੰਦਾ ਅੰਦਰ ਰਹਿ ਕੇ ਆਇਆ ਤੇ ਭੁੱਕੀ ਥਾਂ ਤੇ ਆਰੇ ਦਾ ਬੂਰਾ ਨਿਕਲਿਆ, ਦੱਸੋ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੋਣਾ ਚਾਹੀਦਾ, ਪਰ ਕਰੇ ਕੌਣ? ਗਲਤ ਕਰਦਾ ਕੋਈ ਨਹੀਂ ਨਾ। ਜੀ। ਤੇ ਹੁਣ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦੇ ਵਿੱਚ ਕਹਿੰਦੇ ਵੀ ਸਰਦ ਰੁੱਤ ਦੇ ਇਜਲਾਸ ਦੇ ਕਹਿੰਦੇ ਪਹਿਲੇ ਦਿਨ ਹੀ ਵਾਪਸੀ ਤੇ ਮੋਹਰ ਲੱਗੂਗੀ।
ਬਿਲਕੁਲ ਜੀ, ਜਿਹੜੇ ਸਾਡੇ ਸ਼ਿਵ ਕੁਮਾਰ ਸ਼ੁਕਲਾ ਨੇ ਚੀਫ ਵਿਪ ਨੇ ਬੀਜੇਪੀ ਦੇ, ਉਹਨਾਂ ਨੇ ਵਿਪ ਜਾਰੀ ਕਰਤਾ ਜੀ, ਕਹਿ ਦਿੱਤਾ ਵੀ ਇਸ ਸੈਸ਼ਨ ਦੇ ਵਿੱਚ 29 ਤਰੀਕ ਨੂੰ ਸਾਰੇ ਦੇ ਸਾਰੇ ਵਿਧਾਇਕ ਜਿਹੜੇ ਉਹ ਜਿਹੜੇ ਸੰਸਦ ਮੈਂਬਰ ਬਕਾਇਦਾ ਤੌਰ ਤੇ ਭਾਜਪਾ ਦੇ ਸ਼ਾਮਲ ਹੋ ਜੀ, ਕੋਈ ਬਾਹਰ ਰਹਿਣਾ ਚਾਹੀਦਾ। ਮਤਲਬ ਜਿਹੜੀ ਰਾਜੇਵਾਲ ਸਾਹਿਬ ਨੇ ਗੱਲ ਕੀਤੀ ਹੈ ਵੀ ਜਿਹੜਾ ਬੰਦਾ ਬੜਾ ਮਜ਼ਬੂਤ ਹੁੰਦਾ ਟੁੱਟਦਾ ਬੜੀ ਬੁਰੀ ਤਰ੍ਹਾਂ ਟੁੱਟਦਾ। ਹਾਂਜੀ ਹਾਂਜੀ। ਪਰ ਇਹ ਗੱਲ ਕਹੂੰਗਾ, ਵੇਖੋ ਪਿਛਲੀਆਂ ਤੁਸੀਂ 9 ਤਕਰੀਰਾਂ ਲੈ ਲਓ ਪ੍ਰਧਾਨ ਮੰਤਰੀ ਸਾਹਿਬ ਦੀਆਂ ਜਿਹੜੀਆਂ ਲਾਲ ਕਿਲ੍ਹੇ ਤੇ ਕੀਤੀਆਂ, ਤੇ ਉਹਨਾਂ ਦੇ ਵਿੱਚ ਉਹਨਾਂ ਕਿਤੇ ਨਾ ਕਿਤੇ ਕਿਸੇ ਨੇ ਕਿਸੇ ਗੁਰੂ ਦਾ ਜ਼ਿਕਰ ਕੀਤਾ, ਸਾਹਿਬਜ਼ਾਦਾ ਦਾ ਜ਼ਿਕਰ ਕੀਤਾ ਜੀ, ਕਿਸੇ ਤਰੀਕੇ ਨਾਲ, ਕਿਉਂਕਿ ਉਹ ਪੰਜਾਬ 'ਚ ਰਹੇ ਨੇ, ਸਾਰਾ 19 ਮਹੀਨੇ ਰਹੇ ਨੇ ਇੱਥੇ, ਦਸਤਾਰ ਸਜਾ ਕੇ ਰਹੇ ਨੇ, ਦਾੜੀ ਬੰਨ੍ਹ ਕੇ ਰਹੇ ਨੇ, ਉਦੋਂ ਉਹਨਾਂ ਸਟੱਡੀ ਕੀਤੀ ਸਿੱਖ ਉਹ ਜਾਣਦੇ ਨੇ ਸਿੱਖ ਦੇ ਬਾਰੇ ਕਾਫੀ ਜੀ। ਔਰ ਇਸੇ ਮੰਚ ਤੋਂ ਆਪਾਂ ਪਹਿਲੇ ਦਿਨੋਂ ਕਹਿੰਦੇ ਆ ਜਾਂਦੇ ਵਾਲੇ ਸਾਹਿਬ, ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਉਹ ਬੀਜੇਪੀ ਨਹੀਂ ਕਰੇਗੀ, ਕਿਸਾਨਾਂ ਤੇ ਗੋਲੀ ਨਹੀਂ ਚਲਾਏਗੀ, ਉਹ ਲਾਠੀ ਚਾਰਜ ਨਹੀਂ ਕਰੇਗੀ, ਨਹੀਂ ਕੀਤਾ ਉਹਨਾਂ ਨੇ। ਜੀ ਜੀ ਜੀ। ਜਿੰਨੇ ਵੀ ਦੂਸਰੇ ਪਿਛਲੇ ਮੋਰਚੇ ਲੱਗੇ ਤੁਸੀਂ ਵੇਖੋ, ਕਾਂਗਰਸ ਨੇ ਬਕਾਇਦਾ ਤੇ ਗੋਲੀ ਚਲਾਈ, ਬੰਦੇ ਮਾਰੇ, ਫਿਰ ਮੰਗਾ ਉਹਨਾਂ ਨੇ ਕੀ ਫਾਇਦਾ ਹੋਇਆ? ਬੀਜੇਪੀ ਨੇ ਗਲਤੀ ਕੀਤੀ ਕੋਈ। ਇਸੇ ਕਰਕੇ ਜਿਹੜੀ ਹੁਣ ਦੀ ਗੱਲ ਇਹਨਾਂ ਨੇ ਕਿਹਾ ਵੀ ਵਿਪ ਜਾਰੀ ਕਰਤਾ, ਵਿਪ ਜਾਰੀ ਕਰਨ ਤੋਂ ਬਾਅਦ ਜੇ ਮੰਗਲਵਾਰ ਸੋਮਵਾਰ ਨੂੰ ਜੇ 29 ਤਰੀਕ ਨੂੰ ਇਹ ਬਿੱਲ ਪੇਸ਼ ਹੋਣੇ ਨੇ, ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਰੱਦ ਕਰਨ ਦੀ ਪ੍ਰਵਾਨਗੀ ਮਿਲ ਜਾਏਗੀ। ਜੀ 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 ਜੀ। ਤੇ ਰਾਜੇਵਾਲ ਸਾਹਿਬ ਨੂੰ ਪੁੱਛਿਆ ਕਿਸੇ ਨੇ ਜੀ ਕਿੰਨੇ ਦਿਨ ਦਾ ਪ੍ਰੋਸੈਸ ਚੱਲਦਾ? 1 ਦਿਨ ਦਾ। ਸਵੇਰੇ ਤੁਸੀਂ ਪਾਸ ਕਰਾ ਲਓ ਆਪਣੇ ਨਕਲੇ ਦੇ ਲੋਕ ਸਭਾ ਦੇ, ਸ਼ਾਮੀ ਤੁਸੀਂ ਪਾਸ ਕਰੋ ਰਾਜ ਸਭਾ ਚ ਕਰ ਦਿਓ ਤੇ ਰਾਤ ਨੂੰ ਪ੍ਰੈਜ਼ੀਡੈਂਟ ਸਾਹਿਬ ਕੋਲ ਭੇਜ ਦਿਓ, 12 ਵਜੇ ਦਸਤਖਤ ਹੋ ਜਾਣਗੇ। ਕਿੱਡੀ ਗੱਲ ਹੈ, ਅੱਗੇ ਵੀ ਤਾਂ ਹੋਈ ਹੈ। ਹਾਂ, ਅੱਗੇ ਵੀ ਹੋਈ, ਅੱਗੇ ਕਿਸੇ ਨੇ ਕੀਤਾ ਵਾ। ਹਾਂ। ਲੇਕਿਨ ਅੱਜ ਜਿਹੜਾ ਉੱਥੇ ਇਕੱਠ ਹੋਏ ਨੇ, ਜਿਹੜੇ ਵੱਡੇ ਵੱਡੇ ਇਕੱਠ ਹੋਏ ਨੇ, ਉਹ ਮਿਸਾਲੀ ਇਕੱਠ ਹੋਏ। ਉਹ 10 ਤਾਂ ਲੋਕਾਂ ਨੇ ਅੱਜ ਵੀ ਕਿਸਾਨੀ ਮੋਰਚੇ ਦੇ ਨਾਲ ਖੜੇ ਅਸੀਂ, ਵੱਡੀ ਗਿਣਤੀ ਦੇ ਵਿੱਚ ਲੋਕ ਗਏ ਨੇ, ਦਰਜਨਾਂ ਲੰਗਰ ਲੱਗੇ ਹੋਏ ਸੀ ਥਾਂ ਦੇ ਉੱਤੇ ਜਿਹੜੇ ਸੀ, ਜਿਹੜੀਆਂ ਝੌਂਪੜੀਆਂ ਖਾਲੀ ਹੋ ਗਈਆਂ ਸੀ ਸਾਰੀਆਂ ਫਿਰ ਭਰ ਗਈਆਂ ਜੀ। ਜੇ ਪੱਟੀ ਸਾਹਿਬ ਤੁਹਾਡੇ ਕੋਲੇ ਸਮਾਂ ਹੈ ਤਾਂ 2 ਖਬਰਾਂ ਮੈਂ ਚਾਹੂੰਗਾ ਵੀ ਜੇ ਤੁਸੀਂ ਕਰਦੇ ਹੋ। ਇੱਕ ਤਾਂ ਸਿੱਖ ਫॉर ਜਸਟਿਸ ਦੇ ਜਿਹੜਾ ਲੰਡਨ ਦਫ਼ਤਰ ਦੇ ਵਿੱਚ ਰੇਡ ਪਈ ਆ ਉਹਦੇ ਬਾਰੇ, ਤੇ ਇੱਕ ਜਿਹੜਾ ਰਾਜਸਥਾਨ ਦੇ ਮੰਤਰੀ ਨੇ ਕਹਿੰਦੇ ਬੜਾ ਬੇਹੂਦਾ ਬਿਆਨ ਦਿੱਤਾ ਉਹਦੇ ਬਾਰੇ, ਵੀ ਕਹਿੰਦਾ ਸੜਕਾਂ ਫਿਲਮੀ ਐਕਟਰ ਦੀਆਂ ਵਰਗੀਆਂ ਹੋਣਗੀਆਂ। ਵੇਖੋ ਜੀ, ਰਾਜਸਥਾਨ ਦੇ ਮੰਤਰੀ ਨੇ ਤੇ ਬਿਆਨ ਕੀ ਦੇਣਾ ਸੀਗਾ, ਬਿਆਨ ਦੇਣ ਵਾਲੇ ਤੇ ਕੋਈ ਹੋਰ ਹੀ ਹੋ ਜਾਂਦੇ ਆ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ 2005 ਦੇ ਵਿੱਚ ਜਿਹੜਾ ਲਾਲੂ ਪ੍ਰਸਾਦ ਜਿਹੜਾ ਸੀ ਉਹ ਮੁੱਖ ਮੰਤਰੀ ਸੀ ਬਿਹਾਰ ਦਾ, ਔਰ ਉਸ ਟਾਈਮ ਤੇ ਉਹਨੇ ਕਿਹਾ ਸੀ ਕਿ ਬਿਹਾਰ ਦੀਆਂ ਸੜਕਾਂ ਸੀ ਹਿਮਾ ਮਾਲਨ ਦੀਆਂ ਗੱਲਾਂ ਵਰਗੀਆਂ ਮੁਲਾਇਮ ਤੇ ਚਿਕਨੀਆਂ ਬਣਾ ਦੇਵਾਂਗੇ ਜੀ। ਉਸ ਗੱਲ ਦਾ ਬੜਾ ਨੋਟਿਸ ਹੋਇਆ ਸੀ ਤੇ ਮੁੜ ਕੇ ਕਈ ਸਟੇਜਾਂ ਤੋਂ ਜਿਹੜਾ ਸੀ ਲਾਲੂ ਪ੍ਰਸਾਦ ਯਾਦਵ ਨੂੰ ਜਿਹੜੀ ਸੀ ਹਿਮਾ ਮਾਲਨ ਦੀਆਂ ਤਾਰੀਫਾਂ ਕਰਨੀਆਂ ਪਈਆਂ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਹਿਮਾ ਮਾਲਨ ਦੀ ਗੱਲ ਮੁੱਕ ਗਈ ਜਦੋਂ ਅਕਤੂਬਰ 2009 ਦੇ ਵਿੱਚ 2019 ਦੇ ਵਿੱਚ, ਉਦੋਂ ਮੱਧ ਪ੍ਰਦੇਸ਼ ਦੇ ਵਿੱਚ ਕਮਲ ਨਾਥ ਦੀ ਕਾਂਗਰਸੀ ਸਰਕਾਰ ਸੀ। ਉੱਥੇ ਸਾਡੇ ਮੰਤਰੀ ਸਨ ਜਿਹੜੇ ਕਾਂਗਰਸ ਦੇ PC ਸ਼ਰਮਾ ਜੀ, ਉਹਨਾਂ ਨੇ ਜਿਹੜੀ ਸੂਬੇ ਦੀਆਂ ਸੜਕਾਂ ਦੀ ਖਰਾਬ ਦੀ ਤੁਲਨਾ ਕੀਤੀ ਜਿਹੜੇ ਭਾਜਪਾ ਨੇਤਾ ਹੈਗੇ ਨੇ ਕੈਲਾਸ਼ ਵਿਰਗੀ, ਉਹ ਕਹਿੰਦੇ ਉਹਦੀਆਂ ਗੱਲਾਂ ਵਰਗੀਆਂ ਸੜਕਾਂ ਬਣੀਆਂ ਪਈਆਂ ਨੇ ਸਾਡੀਆਂ। ਅੱਛਾ ਜੀ। ਤੇ ਉਹ ਕੈਲਾਸ਼ ਵਰਗੀ ਦੇ ਮੂੰਹ ਦੇ ਉੱਤੇ ਕੋਈ ਚਿਚਕ ਦੇ ਦਾਗ ਹੈਗੇ ਨੇ ਤੇ ਵੈਸੇ ਟੋਇਟਾ ਜੇ ਪੈਂਦੇ ਆ। ਉਹ ਕਹਿੰਦੇ ਇੱਥੇ ਪਾਣੀ ਡਿੱਗਿਆ ਤੇ ਸੜਕਾਂ ਤੇ ਟੋਏ ਪਏ ਨੇ, ਕੈਲਾਸ਼ ਵਰਗੀ ਦੀਆਂ ਗੱਲਾਂ ਵਰਗੀ ਜਿਹੜੀ ਇਹ ਬਣੀ ਪਈ ਹੈ ਤੇ ਅਸੀਂ 15-20 ਦਿਨਾਂ ਦੇ ਵਿੱਚ ਪਿੱਛੋਂ ਕੁਛ ਦਾ ਕਰਾਂਗੇ ਜੀ, ਇਹਨਾਂ ਨੂੰ ਹਿਮਾ ਮਾਲਨੀ ਦੀ ਜਿਹੜੀਆਂ ਗੱਲਾਂ ਵਰਗੀ ਜਿਹੜੀਆਂ ਸੜਕਾਂ ਬਣਾ ਦਿਆਂਗੇ। ਉਹਨਾਂ ਨੇ ਉੱਥੇ ਲਫ਼ਜ਼ ਵਰਤਿਆ ਜੀ। ਹੁਣ ਜਿਹੜੇ 24 ਨਵੰਬਰ ਨੂੰ ਜਿਹੜਾ 2021 ਨੂੰ ਰਾਜਸਥਾਨ ਜਿਹੜੀ ਅਸ਼ੋਕ ਗਹਿਲੋਤ ਦੀ ਸਰਕਾਰ ਆ ਜੀ, ਉਹਦੇ ਵਿੱਚ ਗਜਿੰਦਰ ਗੂੜਾ ਹੈਗੇ ਨੇ, ਇਹ ਵੀ ਇੱਕ ਮੰਤਰੀ ਨੇ ਉੱਥੇ, ਇਹਨਾਂ ਦੇ ਉਦੈਪੁਰ ਹਲਕਾ ਦਾ ਹੈਗਾ ਜੀ। ਉੱਥੇ ਸੜਕਾਂ ਬੜੀਆਂ ਖਰਾਬ ਸੀ, ਲੋਕਾਂ ਨੇ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਇੰਜੀਨੀਅਰ ਨੂੰ ਹੁਕਮ ਕੀਤਾ ਕਿ ਮੇਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਹਿਮਾ ਦੀਆਂ ਗੱਲਾਂ ਵਰਗੀਆਂ ਬਣਾ ਦਿਓ ਜੀ। ਉੱਥੋਂ ਵਿੱਚੋਂ ਇੱਕ ਉੱਠਿਆ ਬੰਦਾ, ਨਹੀਂ ਜੀ ਨਹੀਂ ਇਹਦੀ ਗੱਲ ਗਲਤ ਕਹਿ ਰਿਹਾ, ਉਹ ਕਹਿੰਦਾ ਗਲਤ ਨੇ ਕੀ ਕਿਹਾ, ਤੁਸੀਂ ਹੋਰ ਦੱਸ ਦਿਓ ਕੀ ਕਹਿਣਾ ਚਾਹੁੰਦੇ ਹੋ ਜੀ। ਕਹਿੰਦੇ ਜੀ ਹਿਮਾ ਮਾਲਨੀ ਜਾਈ ਹੋ ਗਈ ਬੁੱਢੀ, ਉਹਦੀਆਂ ਹੁਣ ਗੱਲਾਂ ਜਿਹੜੀਆਂ ਅੱਗੇ ਵਰਗੀਆਂ ਚਿਕਣੀ ਨਹੀਂ ਰਹੀਆਂ ਦੱਸ, ਇਸ ਕਰਕੇ ਹੁਣ ਮੌਕਾ ਵਾ ਕੈਟਰੀਨਾ ਕੈਫ ਦਾ, ਇਸ ਕਰਕੇ ਉਹਦੀਆਂ ਗੱਲਾਂ ਸੜਕਾਂ ਨਹੀਂ, ਉਹਦੀਆਂ ਗੱਲਾਂ ਵਰਗੀਆਂ ਬਣਾਓ। ਕਹਿੰਦਾ ਚਲੋ ਮੈਂ ਕਹਿ ਦਿੰਦਾ ਆਪਣੇ ਜਿਹਦੇ ਕੈਟਰੀਨਾ ਕੈਫ ਦੀ ਗੱਲਾਂ ਬਣਾ ਦਿਓ। ਇਹੋ ਜਿਹੇ
ਮਾਪਦਾਨੇ ਨਾਲ ਤੇ ਜਾਂਦੇ ਤੇ ਬੋਲਦੇ ਜਾਂਦੇ ਜੀ। ਦੱਸੋ। ਤੇ ਉਹ ਲੰਡਨ ਵਾਲੀ ਖਬਰ ਵੀ ਦੱਸ ਦਿਓ, ਸਿੱਖ ਫॉर ਜਸਟਿਸ ਵਾਲੀ ਜੀ। ਸਿੱਖ ਫॉर ਜਸਟਿਸ ਦੇ ਵਿੱਚ ਜਿਹੜੀ ਉੱਥੇ ਸਿੱਖ ਫॉर ਜਸਟਿਸ ਤੇ ਬਕਾਇਦਾ ਤੌਰ ਤੇ ਉਹਦੇ ਤੇ ਰੇਡ ਹੋਇਆ, ਉੱਥੋਂ ਦੀ ਜਿਹੜੀ ਸੀ ਪੁਲਿਸ ਨੇ ਰੇਡ ਕੀਤੀ। ਪੁਲਿਸ ਨੇ ਰੇਡ ਕਰਕੇ ਜਿਹੜਾ ਸਿੱਖ ਫॉर ਜਸਟਿਸ ਸੀਗਾ ਜੀ, ਉਹਦੇ ਵਿੱਚ ਜਿਹੜਾ ਇੱਕ ਸਿੱਖ ਡੇਲੀ ਸਿੱਖ ਹੈਗਾ ਉਹਦੀ ਰਿਪੋਰਟ ਆ। ਉਹਦੀ ਰਿਪੋਰਟ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿੰਨੇ ਵੀ ਕੰਪਿਊਟਰ ਆ, ਜਿੰਨਾ ਵੀ ਇੱਥੇ ਪਿਆ ਵਾ ਵੀ ਇਹ ਸਮਾਨ ਤੇ ਸਾਰਾ ਇਹਨਾਂ ਦਾ ਸੀਲ ਕਰ ਦਿਓ, ਇਹ ਲੈ ਚੁੱਕੇ। ਉਹਨਾਂ ਦੇ ਖਾਲਿਸਤਾਨ ਦੇ ਪ੍ਰੋਗ ਨੂੰ ਘੱਟ ਗੱਲ ਨਹੀਂ ਕਰਦੇ, ਗੱਲਾਂ ਇਹੋ ਜਿਹੀਆਂ ਕਰਦੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਹ ਸਾਵਾਪਨ ਫੈਲਾਉਂਦੇ ਆ। ਇਸ ਕਰਕੇ ਇਹਨਾਂ ਨੂੰ ਜਿਹੜੀ ਰੈਫਰੈਂਡਮ ਜਿਹੜਾ ਕਰਾਇਆ ਨਾ ਗਲਤ ਕਰਾਇਆ, ਕੋਈ ਰੈਫਰੈਂਡਮ ਨਹੀਂ ਹੈਗਾ ਕਹਿੰਦਾ, ਲੋਕਾਂ ਨੂੰ ਗੁੰਮਰਾਹ ਕਰਕੇ ਇਹਨੇ ਵੋਟਾਂ ਪਾਈ ਜਾਂਦੇ ਵੀ ਲੋਕਾਂ ਨੂੰ ਦੱਸੀ ਜਾਂਦੇ ਆ। ਇਸ ਕਰਕੇ ਹੁਣ ਉਹਦੀ ਜਾਂਚ ਹੋ ਰਹੀ ਹੈ ਤੇ ਜਾਂਚ ਹੋਣ ਤੋਂ ਬਾਅਦ ਜਿਹੜਾ ਹੋ ਸਕਦਾ ਵੀ ਅਗਲੀ ਕੋਈ ਕਾਰਵਾਈ ਹੋਵੇ। ਜਿੰਨੇ ਵੀ ਉਪਕਰਨ ਉਹਨਾਂ ਦੇ ਪਏ ਸੀ ਦਫ਼ਤਰ ਦੇ ਵਿੱਚ, ਇੱਕ ਬੰਦਾ ਵੀ ਗ੍ਰਿਫਤਾਰ ਉਹਨਾਂ ਕੀਤਾ ਵਾ ਤੇ ਬਾਕੀ ਜਿਹੜੇ ਸਾਰੇ ਉਪਕਰਨ ਜਾ ਕੇ ਹੁਣ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੱਥੇ ਗਲਤ ਕੀਤਾ, ਕਿੱਥੇ ਸਹੀ ਕੀਤਾ। ਸਿੱਖ ਫॉर ਜਸਟਿਸ ਜਿਹੜੀ ਸਿੱਖ ਨੇ ਉੱਥੇ ਦਿੱਤੀ ਰਿਪੋਰਟ ਜੀ। ਤੇ ਦੂਜੇ ਪਾਸੇ ਇੱਥੇ ਤੁਸੀਂ ਵੇਖ ਲਓ, ਸ਼ੇਖੜੀ ਸਾਹਿਬ ਨੇ ਨਾਂ ਨਹੀਂ ਲਿਆ। ਉਹਨਾਂ ਕਿਹਾ ਵੀ ਸਿੱਖ ਫॉर ਜਸਟਿਸ ਦੇ ਗੁਰਪੰਤਵੰਤ ਸਿੰਘ ਪੰਨੂ ਦੇ ਭਰਾ ਨੂੰ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਮੰਤਰੀ ਸਾਹਿਬ ਨੇ ਤ੍ਰਿਪਤਰਿੰਦਰ ਬਾਜਵਾ ਸਾਹਿਬ ਨੇ ਕੋਈ ਚੇਅਰਮੈਨ ਬਣਾਇਆ। ਅੱਛਾ ਜੀ। ਉਹ ਕਹਿੰਦੇ ਵੀ ਇਹਨਾਂ ਦੇ ਕੀ ਸੰਬੰਧ ਉਹਨਾਂ ਨਾਲ ਹੈਗੇ। ਉਹ ਵੀ ਇੱਕ ਪੰਗਾ ਪਿਆ ਫਿਰਦਾ। ਸ਼ੇਖੜੀ ਸਾਹਿਬ ਜਦ ਸਿੱਧੇ ਦੱਸੋ ਨਾ ਉਹਦਾ ਕੀ, ਬੰਦੇ ਨਾ ਕੋਈ ਨਹੀਂ ਦਿੰਦੇ, ਤੁਸੀਂ ਨਾ ਲਓ ਨਾ ਲਓ ਤੇ ਆਪੇ ਲੋਕਾਂ ਨੂੰ ਪਤਾ ਨਹੀਂ ਕੌਣ ਬੰਦਾ ਹੈਗਾ। ਲੇਕਿਨ ਇਹ ਵੀ ਗੱਲ ਹੋ ਸਕਦੀ ਹੈ ਕਿ ਕਿਸੇ ਵੇਲੇ ਭਰਾ ਦੀ ਭਰਾ ਨਾਲ ਬਣਦੀ ਨਹੀਂ ਹੁੰਦੀ, ਉਹਦਾ ਰਸਤਾ ਕੁਝ ਹੋਰ ਹੁੰਦਾ। ਬਿਲਕੁਲ 100 ਗੱਲਾਂ ਹੁੰਦੀਆਂ ਜੀ, ਐਡੀ ਕੋਈ ਗੱਲ ਨਹੀਂ ਹੁੰਦੀ ਕਿ ਭਰਾ ਹੋਣਾ ਕੋਈ ਗੁਨਾਹ ਨਹੀਂ ਹੁੰਦਾ। ਸਾਡੇ ਇੱਕ ਬੜੇ ਵੈਸੇ ਪਿੰਡ ਵਾਲਿਆਂ ਦੇ ਆਪਾਂ ਨੂੰ ਪਤਾ ਹੀ ਹੈ ਵੀ ਸ਼ਰੀਕਾ ਕਿੰਨਾ ਹੁੰਦਾ, ਜ਼ਰੂਰੀ ਨਹੀਂ ਹੈ। ਸਾਡੇ ਇੱਕ ਬੜੇ ਵੱਡੇ ਪੱਤਰਕਾਰ ਨੇ, ਬਹੁਤ ਵੱਡੇ ਪੱਤਰਕਾਰ, ਉਹਨਾਂ ਦਾ ਬੜਾ ਰੋਲ ਵੀ ਰਿਹਾ, ਜੰਗ ਵੀ ਲੜੀ ਉਹਨਾਂ ਨੇ ਨਹੀਂ, ਤੇ ਉਹਨਾਂ ਦੀ ਬਕਾਇਦਾ ਤੇ ਉਹਨਾਂ ਦਾ ਭਰਾ ਦੂਜੇ ਪਾਸੇ ਪੁਲਿਸ ਨੇ ਜਿਹੜਾ ਪੁਆਲ ਸੀ ਮੁਕਾਬਲੇ ਚ ਮਾਰਤਾ। ਕਹਿੰਦੇ ਵੀ ਪੁਲਿਸ ਨੂੰ ਪੁੱਛੇ ਵੀ ਕੀ ਬਣਿਆ ਮੇਰੇ ਭਰਾ ਦਾ, ਉਹ ਦੱਸਣ ਨਾ, ਕਹਿੰਦੇ ਦੱਸ ਦੇ ਯਾਰ ਤੁਸੀਂ ਬੰਦਾ ਭਰਾ ਮਾਰਤਾ ਮੇਰਾ, ਉਹ ਮੈਨੂੰ ਮਾਰਨ ਫਿਰਦਾ, ਕੀ ਮਾਰਤਾ ਦੇਖੀ ਹੋਇਆ। ਮਤਲਬ ਕਈ ਵਾਰ ਰਸਤਾ ਵੀ ਹੋ ਜਾਂਦਾ ਕਿਤੇ ਜੀ। ਇਸ ਕਰਕੇ ਸਪਸ਼ਟ ਹੋਣਾ ਚਾਹੀਦਾ ਵੀ ਬੰਦਾ ਕੌਣ ਆ, ਕੀ ਉਹਦੇ ਗੁਰਪੰਥ ਬੰਨੂ ਨਾਲ ਕੋਈ ਸੰਬੰਧ ਹੈਗਾ ਕਿ ਉਹਦੇ ਐਂਟੀ ਆ, ਕੀ ਆ ਕੀ ਨਹੀਂ ਹੈਗਾ। ਉਹ ਅਸਲੀ ਸ਼ੇਖੜੀ ਦੀ ਇੰਨੀ ਗੱਲ ਤੇ ਕਹਿ ਕੇ ਸੁਣੀ ਛੱਡਤੀ ਆ ਤੇ ਗਾਹ ਕੋਈ ਨਹੀਂ ਦੱਸਿਆ ਜੀ। ਜੀ ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ, ਤੇ ਫਿਰ ਹਾਜ਼ਰ ਹੁੰਨੇ ਆ ਤੇ ਗੱਲਬਾਤ ਅੱਗੇ ਕਰਾਂਗੇ ਗੁਰਪ੍ਰੀਤ ਸਿੰਘ ਚੰਦਵਾਜਾ ਹੋਰਾਂ ਦੇ ਨਾਲ ਵੀ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 409 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ, ਤੇ ਜਿਵੇਂ ਪਹਿਲਾਂ ਹੀ ਦਰਖਾਸਤ ਕੀਤੀ ਸੀ ਕਿ ਜੇਕਰ ਤੁਸੀਂ ਮੇਰੇ ਨਾਲ ਬਤੌਰ ਪਾਰਟਨਰ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਜੁੜਨਾ ਚਾਹੁੰਦੇ ਹੋ, ਰੀਚ ਬਹੁਤ ਵਧੀਆ, 4 ਲੱਖ ਤੋਂ ਉੱਪਰ ਫੇਸਬੁੱਕ ਦੇ ਫਾਲੋਅਰਸ ਨੇ ਤੇ ਲੱਖ ਤੋਂ ਉੱਪਰ YouTube ਦੇ ਨੇ। ਰੀਚ ਵੀ ਜਿਹੜੀ ਹੈ ਜੀ 17-18 ਮਿਲੀਅਨ ਤੱਕ ਜਾਂਦੀ ਹੈ, ਕਈ ਵਾਰੀ ਇਸ ਤੋਂ ਉੱਤੇ ਵੀ ਹੋ ਜਾਂਦੀ ਹੈ। ਮੈਕਸੀਮਮ 60 ਮਿਲੀਅਨ ਰੀਚ ਤੱਕ ਗਿਆ ਵਾ ਪੇਜ ਰੇਡੀਓ ਪੰਜਾਬ ਟੁਡੇ ਦਾ।
ਅਤੇ ਜੇਕਰ ਤੁਸੀਂ ਬਤੌਰ ਪਾਰਟਨਰ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਇਹਦੇ 'ਚ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਸ ਤੋਂ ਇਲਾਵਾ ਪਾਰਟਨਰਸ਼ਿਪ ਦੇ ਉੱਤੇ ਜੇਕਰ ਤੁਸੀਂ ਮੇਰੇ ਨਾਲ ਐਡਵਰਟੀਜ਼ਮੈਂਟਸ ਲਈ ਵੀ ਜੁੜਨਾ ਚਾਹੁੰਦੇ ਹੋ, ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ, ਤਾਂ ਆਪਾਂ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਫ਼ੋਨ ਨੰਬਰ ਹੈ 9780141741। ਤੁਹਾਨੂੰ ਪਤਾ ਕਿ ਇਲੈਕਸ਼ਨਾਂ ਦੀ ਮਾਫੀ ਚਾਹੁੰਦੇ ਰੁੱਤ ਹੈ ਜੀ, ਵਾਅਦੇ ਬੜੇ ਹੋ ਰਹੇ ਨੇ, ਲਾਰੇ ਬੜੇ ਹੋ ਰਹੇ ਨੇ, ਪਰ ਇੱਕ ਖਾਸ ਵਿਸ਼ਾ ਜਿਹੜਾ ਉਹ ਹਮੇਸ਼ਾ ਹੀ ਮੈਂ ਵੀ ਚਿੰਤਿਤ ਹਾਂ ਅਤੇ ਸਮਾਜ ਦੇ ਵਿੱਚ ਤੁਸੀਂ ਵੀ ਚਿੰਤਿਤ ਹੋ, ਉਹ ਹੈ ਵਾਤਾਵਰਨ। ਹੁਣ ਵਾਤਾਵਰਨ ਦੇ ਉੱਤੇ, ਪਾਣੀ ਦੇ ਪੋਲਿਊਸ਼ਨ ਦੇ ਉੱਤੇ, ਵਾਤਾਵਰਨ ਦੇ ਪੋਲਿਊਸ਼ਨ ਦੇ ਉੱਤੇ, ਹੋਰ ਜਿਹੜਾ ਸਮਾਜਿਕ ਪੋਲਿਊਸ਼ਨ ਦੇ ਉੱਤੇ ਕੋਈ ਬੰਦਾ ਗੱਲ ਨਹੀਂ ਕਰ ਰਿਹਾ। ਮੇਰੇ ਨਾਲ ਗੁਰਪ੍ਰੀਤ ਸਿੰਘ ਚੰਦਬਾਜਾ ਜੁੜੇ ਨੇ, ਲਗਾਤਾਰ ਅਸੀਂ ਇਕੱਠੇ ਹੀ ਕੰਮ ਕਰ ਰਹੇ ਹਾਂ ਨਰੋਆ ਪੰਜਾਬ ਮੰਚ ਦੇ ਉੱਤੋਂ। ਅਤੇ ਇਹਨਾਂ ਦੀ ਇੱਕ ਹੋਰ ਬਾਈ ਜੀ ਦੀ ਖਾਸੀਅਤ ਹੈ ਕਿ ਇਹਨਾਂ ਦਾ ਇੱਕ ਭਾਈ ਕਨ੍ਹਈਆ ਸੇਵਾ ਸੁਸਾਇਟੀ ਬਣਾਈ ਹੈ, ਜਿਹੜੀ ਫਰੀਦਕੋਟ ਦੇ ਵਿੱਚ ਮਰੀਜ਼ ਜਿਹੜੇ ਗਰੀਬ ਨੇ, ਖਾਸ ਕਰਕੇ ਕੈਂਸਰ ਦੇ, ਉਹਨਾਂ ਦੀ ਨਿਸ਼ੁਲਕ ਜਿਹੜੀ ਹੈ ਸੇਵਾ ਕਰਦੇ ਨੇ, ਉਹਨਾਂ ਦਵਾਈਆਂ ਦਾ ਇੰਤਜ਼ਾਮ ਕਰਦੇ ਨੇ। ਅਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਰੀਜ਼ਾਂ ਦੇ ਨਾਂ 'ਤੇ ਹੁੰਦੀ ਲੁੱਟ ਨੂੰ ਵੀ ਇਹਨਾਂ ਨੇ ਬੜੇ ਵਾਰੀ ਉਜਾਗਰ ਕੀਤਾ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਗੁਰਪ੍ਰੀਤ ਜੀ, ਕੱਲ੍ਹ ਨੂੰ ਜਿਹੜਾ ਇਕੱਠ ਰੱਖਿਆ ਉਹ ਕਿਸ ਮਕਸਦ ਨਾਲ ਰੱਖਿਆ, ਕੀ ਸੋਚ ਕੇ ਰੱਖਿਆ, ਕੀ ਨਾਂ ਥੱਲੇ ਰੱਖਿਆ? ਹਾਂਜੀ ਜੀ, ਜਿਹੜਾ ਕੱਲ ਨੂੰ ਆਪਾਂ ਫਰੀਦਕੋਟ ਇੱਕ ਪ੍ਰੋਗਰਾਮ ਕਰ ਰਹੇ ਹਾਂ, ਜਿਹੜੀਆਂ 2022 ਦੇ ਇਲੈਕਸ਼ਨ ਹਾਰੇ ਨੇ ਜੀ, ਉਹਨਾਂ ਦੇ ਵਿੱਚ ਹੋਰ ਤਾਂ ਬਹੁਤ ਦਾਅਵੇ ਕਰਦੀਆਂ ਰਾਜਨੀਤਿਕ ਪਾਰਟੀਆਂ। ਜਿਹੜੀ ਸਾਰਿਆਂ ਨਾਲੋਂ ਅਹਿਮ ਗੱਲ ਆ, ਸਾਡੀ ਸਿਹਤ ਨਾਲ ਜੁੜੀ ਹੋਈ ਗੱਲ ਆ, ਉਹ ਹੈ ਸਾਡਾ ਪੌਣ ਪਾਣੀ। ਅੱਜ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਧਰਤੀ ਹੇਠਲਾ ਪਾਣੀ ਡੂੰਘਾ ਹੋ ਗਿਆ, ਪੀਣ ਯੋਗ ਨਹੀਂ ਰਿਹਾ। ਦਰਿਆਵਾਂ ਦੇ ਵਿੱਚ ਲੁਧਿਆਣਾ, ਜਲੰਧਰ ਦੀ ਇੰਡਸਟਰੀ ਜਾਂ ਹਿਮਾਚਲ ਦੀ ਇੰਡਸਟਰੀ ਕਿਸ ਤਰੀਕੇ ਨਾਲ ਜ਼ਹਿਰੀ ਪਾਣੀ ਸਿੱਟ ਰਹੀ ਹੈ, ਕੈਮੀਕਲ ਵਾਲੇ ਪਾਣੀ ਸਿੱਟ ਰਹੀ ਹੈ ਧੜਾ ਧੜ। ਪੰਜਾਬ ਦੇ ਵਿੱਚ ਰੁੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ। ਜਿਹੜਾ ਜੰਗਲ 33% ਚਾਹੀਦਾ ਆਪਾਂ ਨੂੰ, ਉਹ 3.25% ਅਸੀਂ ਬਿਹਾਰ ਨਾਲ ਵੀ ਗਏ ਗੁਜ਼ਰੇ ਹਾਂ। ਅੱਛਾ ਜੀ। ਤੇ ਇਸ ਕਰਕੇ ਵੀ ਰਾਜਨੀਤਿਕ ਪਾਰਟੀਆਂ ਹੋਰ ਪਾਸੇ ਲੱਗੀਆਂ ਹੋਈਆਂ, ਜਿਹੜੇ ਵਾਤਾਵਰਨ ਤੇ ਕੰਮ ਕਰਦੇ ਨੇ, ਸਮਾਜਿਕ ਕੰਮ ਕਰਦੇ ਨੇ। ਸਾਨੂੰ ਸਾਰਿਆਂ ਨਾਲੋਂ ਪਹਿਲਾਂ ਕਰੋਨਾ 'ਚ ਸਾਨੂੰ ਸਾਰਿਆਂ ਨਾਲੋਂ ਜ਼ਰੂਰੀ ਤਾਂ ਆਕਸੀਜਨ ਦਾ ਜਾਂ ਰੁੱਖਾਂ ਦੀ ਅਹਿਮੀਅਤ ਦਾ ਪਤਾ ਲੱਗਾ ਵੀ ਅਰਬਾਂਪਤੀ, ਕਰੋੜਾਂਪਤੀ ਬੰਦੇ ਕਰੋੜਾਂ ਦੀਆਂ ਗੱਡੀਆਂ ਲੈ ਕੇ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ 'ਚ ਖੜੇ ਆਕਸੀਜਨ ਲਈ ਤਰਸਦੇ ਸੀਗੇ। ਤੇ ਅਸੀਂ ਪੰਜਾਬ ਦੀ ਧਰਤੀ ਨੂੰ, ਗੁਰੂਆਂ ਪੀਰਾਂ ਦੀ ਧਰਤੀ ਨੂੰ ਅਸੀਂ ਪੜ੍ਹਦੇ ਹਾਂ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਤੇ ਆਪਾਂ ਹਾਲ ਕੀ ਕਰਤਾ, ਧਰਤੀ ਦਾ ਜ਼ਹਿਰਾਂ ਪਾ ਪਾ ਕੇ, ਸਪਰੇਆਂ ਕਰ ਕਰਕੇ। ਇਸ ਵਿਸ਼ੇ ਤੇ ਆਪਾਂ ਇੱਕ ਵਾਤਾਵਰਨ ਪ੍ਰਤੀ ਇੱਕ ਪ੍ਰੋਗਰਾਮ ਰੱਖਿਆ ਸੀ, ਜਿਹੜਾ ਰਾਜਨੀਤਿਕ ਪਾਰਟੀਆਂ ਨੂੰ ਆਪਾਂ ਅਹਿਦਬੰਦ ਕਰੀਏ ਵੀ ਅਗਲਾ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਵਾਤਾਵਰਨ ਪ੍ਰਤੀ ਤੁਹਾਡੀ ਕੀ ਪਾਲਿਸੀ, ਤੁਹਾਡਾ ਏਜੰਡਾ ਕੀ ਹੋਊਗਾ। ਉਹਦੇ ਸੰਬੰਧ 'ਚ ਇੱਕ ਆਪਾਂ ਗ੍ਰੀਨ ਚੋਣ ਮੈਨੀਫੈਸਟੋ ਤਿਆਰ ਕੀਤਾ ਸੀ, ਖਰੜਾ ਕੱਚਾ। ਉਹਦੇ ਤੇ ਵਿਚਾਰ ਕਰਨ ਵਾਸਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਵੀ ਨੁਮਾਇੰਦੇ ਆ ਰਹੇ ਨੇ, ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਆਪ ਆ ਰਹੇ ਨੇ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਤੇ ਇਸ ਤੋਂ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ, ਉਹ ਵੀ ਵਾਤਾਵਰਨ ਤੇ ਬਹੁਤ ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਨਾਮੀ ਪੱਤਰਕਾਰ ਸਾਹਿਬਾਨ, ਸਾਹਿਤਕਾਰ, ਗੀਤਕਾਰ, ਖੂਨਦਾਨ ਕਰਨ ਵਾਲੀਆਂ ਸੰਸਥਾਵਾਂ, ਸਮਾਜ ਸੇਵੀ ਤੇ ਸਾਰੇ ਵਰਗਾਂ ਦੇ ਲੋਕ ਕੱਲ੍ਹ ਦੀ ਸ਼ਮੂਲੀਅਤ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਨੇ ਜੀ। ਕਿਉਂਕਿ ਜਿਹੜਾ ਇਸ ਤੋਂ ਪਹਿਲਾਂ ਵੀ ਬਹੁਤ ਸੰਸਥਾਵਾਂ ਕਾਰਜ ਕਰ ਰਹੀਆਂ ਨੇ। ਬਾਬਾ ਸੀਚੇਵਾਲ ਸਾਹਿਬ ਵੀ ਬੜੇ ਲੰਮੇ ਸਮੇਂ ਤੋਂ ਲੱਗੇ ਹੋਏ ਨੇ। ਪਰ ਜਿੰਨੇ ਚਿਰ ਇਹ ਵੋਟ ਦਾ ਮੁੱਦਾ ਨਹੀਂ ਬਣਦਾ ਗਾ ਸਾਡਾ ਵਾਤਾਵਰਨ, ਤੇ ਉਨੇ ਚਿਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਆਊਗਾ। ਜਦੋਂ ਸਾਰੇ ਪੰਜਾਬ ਦੇ ਵਿੱਚ ਗੱਲ ਉੱਠੇਗੀ ਸਾਡੀ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਵਾਸਤੇ ਤੁਹਾਡਾ ਕੀ ਪ੍ਰੋਗਰਾਮ ਹੋਊਗਾ, ਜਿਹੜੀ ਵੀ ਸਰਕਾਰ ਬਾਈ ਜਵਾਨੀ ਕਿਸੇ ਵੀ ਧਿਰ ਦੀ ਹੋਵੇ ਜੀ। ਤੇ ਉਹਦੇ ਲਈ ਆਪਾਂ ਮਤਲਬ ਜਿਹੜਾ ਕੱਲ ਨੂੰ ਫਰੀਦਕੋਟ ਇਕੱਠ ਰੱਖਿਆ ਭਾਈ ਕਨ੍ਹਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ, ਨਰੋਆ ਪੰਜਾਬ ਮੰਚ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਜੀ, ਇਹੀ ਆ ਵੀ ਉਸ ਗ੍ਰੀਨ ਮੈਨੀਫੈਸਟੋ ਤੇ ਆਪਾਂ ਵਿਚਾਰ ਚਰਚਾ ਕਰੀਏ ਕੀ ਉਹਦੇ ਵਿੱਚ ਹੋਰ ਆਪਾਂ ਸੋਧ ਕਰ ਸਕਦੇ ਹਾਂ, ਤੇ ਇਹਨੂੰ ਅੱਗੇ ਸਟੈਪ ਬਾਈ ਸਟੈਪ ਲਿਜਾ ਕੇ ਤੇ ਇਹਨੂੰ ਅਗਲੇ ਪੜਾਵਾਂ ਦੇ ਵਿੱਚ ਜਿਹੜੇ ਹੋਰ ਵਾਤਾਵਰਨ ਤੇ ਕੰਮ ਕਰ ਰਹੀਆਂ ਸੰਸਥਾ ਜਾਂ ਬੁੱਧੀਜੀਵ ਨੇ, ਉਹਨਾਂ ਦੀ ਸਾਰਿਆਂ ਦੀ ਰਾਏ ਲੈ ਕੇ ਇਹਨੂੰ ਆਪਾਂ ਸਰਕਾਰ ਅੱਗੇ ਆਉਣ ਵਾਲੇ ਦਿਨਾਂ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨਾਂ ਨੂੰ ਸੱਦ ਕੇ ਉਹਨਾਂ ਦੇ ਅੱਗੇ ਪੇਸ਼ ਕਰੀਏ ਵੀ ਸਾਡਾ ਚੋਣ ਮਨੋਰਥ ਗ੍ਰੀਨ ਮੈਨੀਫੈਸਟੋ ਸਾਡਾ ਆਹ ਲੋਕਾਂ ਦਾ, ਸਮਾਜ ਦਾ, ਤੁਸੀਂ ਅਗਲੇ ਚੋਣ ਮੈਨੀਫੈਸਟੋ 'ਚ ਇਹਦੇ ਤੇ ਕੀ ਪਾਲਿਸੀ ਬਣਾਓਗੇ, ਸਾਨੂੰ
ਤੁਸੀਂ ਇਹ ਆਪਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰੋ। ਤੇ ਉਹਨਾਂ ਚਿਰ ਮਸਲਾ ਹੱਲ ਨਹੀਂ ਹੁੰਦਾ। ਡਾਂਗਲ ਸਾਹਿਬ ਤੁਸੀਂ ਦੇਖਿਆ ਹੀ, ਆਪਾਂ ਜਦੋਂ ਬੁੱਢੇ ਨਾਲੇ ਤੇ ਗਏ ਸੀ ਕੀ ਹਾਲ ਆ, ਬਹੁਤ ਬੁਰਾ। ਉਦੋਂ ਦੇਖੋ ਸ਼ਰਾਰਤ ਕੀ ਕੀਤੀ ਸੀ ਵੀ ਸੈਂਪਲ ਨਾ ਭਰਿਆ ਜਾਵੇ ਤੇ ਪਿੱਛੋਂ ਪਾਣੀ ਛੱਡ ਦਿਓ। ਹਾਂ, ਹੁਣ ਵੀ ਇਹਨਾਂ ਨੇ ਕੀ ਕੀਤਾ ਵੀ 200 ਕਿਊਸਕ ਪਾਣੀ ਪਿੱਛੋਂ ਛੱਡ ਕੇ ਨਹਿਰ ਦੇ ਵਿੱਚੋਂ ਬੁੱਢੇ ਦਰਿਆ 'ਚ ਪਾਤਾ। ਉਹ ਪਾਣੀ ਵੀ ਗੰਦਾ ਕਰਤਾ 200 ਕਿਊਸਕ ਜਿਹੜਾ ਸਾਫ਼ ਸੀਗਾ, ਤੇ ਬੁੱਢਾ ਨਾਲਾ ਕਿਵੇਂ ਸਾਫ਼ ਹੋ ਜਾਏਗਾ ਸਾਫ਼ ਪਾਣੀ ਛੱਡ ਕੇ? ਜ਼ਹਿਰਾਂ ਤੋਂ ਉਨੀਆਂ ਆ ਰਹੀਆਂ। ਦੂਜਾ ਵੱਡਾ ਦਿਖਾਂਤ ਆਪਣੇ ਵਾਸਤੇ ਇੱਕ ਹੋਰ ਆ, ਮਾਲਵੇ ਦੇ ਲੋਕਾਂ ਵਾਸਤੇ ਤੇ ਰਾਜਸਥਾਨ ਦੇ ਲੋਕਾਂ ਵਾਸਤੇ, ਜਿਹੜੇ 5-4 ਜ਼ਿਲ੍ਹੇ ਆਪਣੇ ਸਾਡਾ ਫਰੀਦਕੋਟ, ਫਾਜ਼ਿਲਕਾ, ਮੋਗਾ ਜਿਹੜੇ ਪੈਂਦੇ ਆ, ਹਾਂਜੀ ਹਾਂਜੀ, ਗਾਂ ਰਾਜਸਥਾਨ ਵਾਲੇ 7 ਜ਼ਿਲ੍ਹੇ। ਇਹਨਾਂ ਨੇ ਕੀ ਕੀਤਾ ਵੀ ਹੁਣ ਮਤਲਬ ਲੁਧਿਆਣਾ ਤਾਂ ਸਾਫ਼ ਨਹੀਂ ਹੋਇਆ ਸਰਕਾਰ ਤੋਂ। ਹੁਣ ਆਪਾਂ 3-4 ਸਾਲ ਤੋਂ ਲਗਾਤਾਰ ਆਪਾਂ ਦਿੱਲੀ ਆਪਣੀਆਂ ਮੀਟਿੰਗਾਂ ਹੋਈਆਂ, ਕੇਂਦਰੀ ਜਲ ਸਰੋਤ ਮੰਤਰੀ ਨਾਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ, ਲੋਕ ਸਭਾ ਦੇ ਸਪੀਕਰ ਨਾਲ, ਹਿਮਾਚਲ ਦੇ ਮੁੱਖ ਮੰਤਰੀ ਨਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ, NGT ਨਾਲ, ਪਰ ਉਹਦੇ ਚੋਂ ਹਜੇ ਕੁਛ ਵੀ ਨਹੀਂ ਲੱਗਾ। 650 ਕਰੋੜ ਰੋਡ ਦਾ ਪ੍ਰੋਜੈਕਟ ਤਾਂ ਬਣਾਤਾ, ਪਰ ਹਜੇ ਉਹ ਚਾਲੂ ਹੀ ਨਹੀਂ ਹੋਏਗੇ। ਜਦਕਿ 2021 'ਚ ਆਪਾਂ ਨੂੰ ਕਿਹਾ ਗਿਆ ਸੀਗਾ ਵੀ ਜਦੋਂ ਆਪਾਂ ਉਸ ਤੋਂ ਪਹਿਲਾਂ 19 'ਚ ਮੀਟਿੰਗਾਂ ਕੀਤੀਆਂ ਵੀ 21 'ਚ ਅਸੀਂ ਸਾਰਾ ਲੁਧਿਆਣੇ ਦਾ ਪਾਣੀ ਸਾਫ਼ ਕਰ ਦਿਆਂਗੇ ਇੰਡਸਟਰੀ ਦਾ। ਤੇ ਹੁਣ 1000 ਏਕੜ ਦੇ ਵਿੱਚ ਇੰਡਸਟਰੀ ਪਾਰਕ ਹੋਰ ਲਾ ਰਹੇ ਨੇ ਮੱਤੇਵਾੜਾ ਜੰਗਲ ਦੇ ਵਿੱਚ। ਦੱਸੋ ਅੱਡ ਕੀ ਕਹਿੰਦੇ ਨੂੰ ਤਬਾਹ ਕਰਨ ਤੇ ਆ ਗਏ। ਠੀਕ ਹੈ ਜੀ, ਉਹ ਤਾਂ ਸਾਰਾ ਉਹ ਮਤਲਬ ਇਹ ਤਾਂ ਲੁਧਿਆਣਾ ਤਾਂ ਕੋਈ 10-15 ਕਿਲੋਮੀਟਰ ਪਿੱਛੇ ਹੋਏਗਾ ਬੁੱਢੇ ਨਾਲੇ ਤੋਂ, ਤੇ ਉਹ ਜਮਾਂ ਦਰਿਆ ਦੇ ਕੰਢੇ ਦੇ ਉੱਪਰ ਲਾ ਰਹੇ ਆ ਮੱਤੇਵਾੜੇ ਜੰਗਲ ਦੇ ਸੰਨ ਦੇ ਵਿੱਚ, ਸੇਖੋਵਾਲ ਪਿੰਡ ਤੇ ਹੋਰ ਜਿਹੜੇ ਪਿੰਡ ਆ ਉੱਥੇ। ਵੀ ਤੁਸੀਂ ਸਾਨੂੰ ਪਹਿਲਾਂ ਤਾਂ ਸਾਡੇ ਪੌਣ ਪਾਣੀ ਧਰਤੀ ਚੋਂ ਪਾਣੀ ਕੱਢ ਕੇ ਉਹ 'ਚ ਜ਼ਹਿਰ ਮਿਲਾ ਕੇ ਦਰਿਆ ਸਿੱਟੀ ਜਾਂਦੇ ਹੋ, ਤੇ ਜਿਹਦੇ ਨਾਲ ਅਨੇਕਾਂ ਬਿਮਾਰੀਆਂ, ਅੱਜ ਹਸਪਤਾਲ ਧੜਾ ਧੜ ਭਰੇ ਪਏ ਆ। ਅੱਜ ਕੱਲ੍ਹ ਕੁਝ ਮਹੀਨਿਆਂ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਨੂੰ ਬਿਮਾਰੀਆਂ ਨੇ ਘੇਰ ਲਿਆ। ਕੋਈ ਕੈਂਸਰ ਆ, ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ ਹਾਰਟ ਦੀ ਆ, ਕਿਸੇ ਨੂੰ ਸਕਿਨ ਦੀ ਆ। ਹੁਣ ਚਮੜੀ ਦੇ ਰੋਗ ਆਪਣੇ ਹਸਪਤਾਲਾਂ ਦੇ ਵਿੱਚ ਤੁਸੀਂ ਜਾ ਕੇ ਦੇਖਿਓ, ਚਮੜੀ ਦੇ ਰੋਗ ਜਿਹੜੇ ਮਰੀਜ਼ ਨੇ ਲੈਣਾ ਲੱਗੀਆਂ ਹੋਣਗੀਆਂ ਜੀ। ਜੀ ਜੀ, ਉਹਦਾ ਕਾਰਨ ਕੀ ਆ ਵੀ ਸਾਡੇ ਪਾਣੀ ਧਰਤੀ ਹੇਠਲੇ ਵੀ ਨਹੀਂ ਮਤਲਬ ਨਹਾਉਣ ਜੋਗੇ, ਤੇ ਇਸ ਪਾਸੇ ਸਰਕਾਰਾਂ ਦਾ ਕਿਸੇ ਦਾ ਧਿਆਨ ਹੀ ਕੋਈ ਨਹੀਂ ਹੈ। ਅੱਜ ਆਹ ਮੁਫ਼ਤ ਦੇ ਦਿਆਂਗੇ, ਕੱਲ ਨੂੰ ਉਹ ਮੁਫ਼ਤ ਦੇ ਦਿਆਂਗੇ। ਅਸੀਂ ਵੀ ਕਹਿ ਦਿੰਦੇ ਸਾਨੂੰ ਆਹ ਮੁਫ਼ਤ ਚਾਹੀਦਾ, ਪਰ ਜਿੱਥੇ ਸਾਨੂੰ ਤੰਦਰੁਸਤ ਸਿਹਤ ਚਾਹੀਦੀ ਹੈ, ਸਾਰਿਆਂ ਨੂੰ ਅਮੀਰ ਉਹ ਇਨਸਾਨ ਆ ਜਿਹਦੀ ਤੰਦਰੁਸਤ ਸਿਹਤ ਆ, ਤੇ ਕੋਠੀਆਂ ਬੰਗਲੇ ਕੀ ਕਰਨਗੇ ਜੇ ਸਾਨੂੰ ਬਿਮਾਰੀਆਂ ਨਹੀਂ ਘੇਰ ਲਿਆ। ਤੇ ਇਸ ਵਿਸ਼ੇ ਤੇ ਇਹੀ ਆ ਵੀ ਆਪਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਤੁਸੀਂ ਆਪਣੇ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਓ, ਪਰ ਤੁਹਾਨੂੰ ਘੱਟੋ ਘੱਟ ਆਪਦੀ ਪਾਰਟੀ ਦੇ ਆਗੂਆਂ ਅੱਗੇ ਇਹ ਗੱਲ ਜ਼ਰੂਰ ਰੱਖਣੀ ਚਾਹੀਦੀ ਆ ਵੀ ਇਸ ਵਾਤਾਵਰਨ ਨੂੰ, ਧਰਤੀ ਨੂੰ, ਪਾਣੀ ਨੂੰ, ਹਵਾ ਨੂੰ ਬਚਾਉਣ ਲਈ ਕੀ ਕਰਨਾ। ਕੱਲ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਫਰੀਦਕੋਟ ਦੀ ਹਵਾ, ਫਰੀਦਕੋਟ ਕੋਈ ਏਡਾ ਵੱਡਾ ਸ਼ਹਿਰ ਨਹੀਂ ਗਾ ਨਾ, ਬਿਲਕੁਲ ਬਹੁਤ ਛੋਟਾ ਜਿਹਾ ਜੀ, ਮਾੜੀ ਮੰਡੀ ਜਿਹੜਾ ਹੈ। ਹਾਂ, ਜਿਹੜੀ ਕੱਲ ਮਤਲਬ 50 IQ ਕੀ ਸ਼ਾਇਦ ਬੋਲਦੇ ਆ ਹਵਾ ਦਾ, 350 ਤੋਂ ਉੱਪਰ ਫਰੀਦਕੋਟ ਦੀ ਹਵਾ ਦਾ ਸੀਗਾ। ਅੱਛਾ ਜੀ, 5 ਗੁਣਾ ਵੱਧ ਸੀਗਾ ਜੀ। ਦੇਖੋ ਜਿਹੜਾ ਮਤਲਬ ਉਹਦੇ ਵਿੱਚ ਤੇ ਤੁਸੀਂ ਵੱਡੇ ਸ਼ਹਿਰਾਂ ਦਾ ਅੰਦਾਜ਼ਾ ਫਿਰ ਤੁਸੀਂ ਆਪ ਹੀ ਲਾ ਲਓ, ਲੁਧਿਆਣਾ, ਜਲੰਧਰ ਬਾਰੇ ਕੀ ਹਾਲ ਹੋਏਗਾ ਸਾਡੀ ਹਵਾ ਦਾ ਜੀ। ਤੇ ਇਸ ਕਰਕੇ ਇਹ ਆ ਵੀ ਸਾਡੀ ਆਉਣ ਵਾਲੀ ਬੱਚਿਆਂ ਨੂੰ ਅਸੀਂ ਜੇ ਤੰਦਰੁਸਤ, ਖੁਸ਼ ਦੇਖਣਾ ਚਾਹੁੰਦੇ ਹੋ, ਸਿਹਤਮੰਦ ਦੇਖਣਾ ਚਾਹੁੰਦੇ ਆ, ਤੇ ਸਾਨੂੰ ਇਸ ਵਿਸ਼ੇ ਤੇ ਕੰਮ ਕਰਨਾ ਪਊਗਾ। ਧਰਤੀ, ਹਵਾ ਤੇ ਪਾਣੀ ਨੂੰ ਸੰਭਾਲ ਦੀ ਖਾਤਰ ਇਹ ਸੁੱਤੀਆਂ ਸਰਕਾਰਾਂ ਨੂੰ, ਸੁੱਤੇ ਹੋਏ ਰਾਜਨੀਤਿਕ ਲੋਕਾਂ ਨੂੰ ਜਗਾਉਣ ਵਾਸਤੇ ਲੋਕਾਂ ਨੂੰ ਸਿਰ ਜੋੜ ਕੇ ਖੜਨਾ ਪਊ। ਪਰ ਉਹਨਾਂ ਚਿਰ ਇਹਨਾਂ ਦੇ ਧਿਆਨ 'ਚ ਨਹੀਂ ਆਉਂਦਾ ਜਿੰਨੇ ਚਿਰ ਅਸੀਂ ਹਰ ਧਰਮ ਦਾ ਬੰਦਾ, ਹਰ ਖੇਤਰ ਦਾ, ਹਰ ਫੀਲਡ ਦਾ ਬੰਦਾ ਇਸ ਮੁੱਦੇ ਤੇ ਆਵਾਜ਼ ਨਹੀਂ ਚੱਕਦਾ, ਤੇ ਇਹ ਮੁੱਦਾ ਜਿਹੜਾ ਵੋਟ ਦਾ ਮੁੱਦਾ ਨਹੀਂ ਬਣਦਾ। ਜੀ ਬਿਲਕੁਲ, ਬਣਾਉਣਾ ਪੈਣਾ ਜੀ ਮੁੱਦਾ। ਇਦੋਂ ਪਤਾ ਤਾਂ ਗਤੀ ਨਹੀਂ ਹੋਣੀ ਗੀ, ਤੁਸੀਂ ਵੀ ਸਿਆਣੇ ਹੋ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਕੋਈ ਹੋਰ ਖਾਸ ਗੱਲ ਜਾਂਦਾ ਕੋਈ ਸੱਦਾ ਦੇਣਾ ਹੈ ਤਾਂ ਸੱਦਾ ਵੀ ਦੇ ਸਕਦੇ ਹੋ ਤੁਸੀਂ, ਆਪਦਾ ਨੰਬਰ ਵੀ ਸ਼ੇਅਰ ਕਰ ਸਕਦੇ ਹੋ ਜੇ ਕਿਸੇ ਸੱਜਣ ਮਿੱਤਰ ਭਰਾ ਨੇ ਤੁਹਾਡੇ ਨਾਲ ਮੁਲਾਕਾਤ ਕਰਨੀ ਤਾਂ। ਹਾਂਜੀ, ਆਪਣੇ ਸੱਦਾ ਨਹੀਂ, ਅਪੀਲ ਆ ਸਾਰੇ ਹੀ ਪੰਜਾਬ ਵਾਸੀਆਂ ਨੂੰ, ਭਾਵੇਂ ਉਹ ਇਸ ਪੰਜਾਬ 'ਚ ਵਸਦੇ ਨੇ, ਭਾਵੇਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਸਦੇ ਨੇ, ਵੀ ਘੱਟੋ ਘੱਟ ਇਸ ਮੁੱਦੇ ਤੇ ਤੁਸੀਂ ਆਪਣੇ ਘੱਟੋ ਘੱਟ ਜੇ ਕੋਈ ਕਵਿਤਾ ਲਿਖ ਸਕਦਾ, ਕੋਈ ਗੀਤ ਲਿਖ ਸਕਦਾ, ਕੋਈ ਕਹਾਣੀ ਲਿਖ ਸਕਦਾ, ਕੋਈ ਸਟੇਟਸ ਲਿਖ ਸਕਦਾ, ਇਸ ਨੂੰ ਮੁੱਦਾ ਬਣਾਓ। ਲੋਕਾਂ ਦੇ ਮਤਲਬ ਧਿਆਨ ਇਸ ਪਾਸੇ ਖਿੱਚੀਏ ਵੀ ਆਪਾਂ ਆਉਣ ਵਾਲੀ ਪੀੜ੍ਹੀ ਨੂੰ, ਇਸ ਪੰਜਾਬ ਦੀ ਧਰਤੀ ਨੂੰ, ਬਲਿਹਾਰੀ ਕੁਦਰਤ ਜਿਹੜੀ ਗੱਲ ਕਹੀ ਗਈ ਸੀ, ਉਸ ਨੂੰ, ਧਰਤੀ ਨੂੰ ਹਰਾ ਭਰਾ ਬਣਾਉਣ ਵਾਸਤੇ ਤੁਸੀਂ ਆਪੋ ਆਪਣਾ ਯੋਗਦਾਨ ਪਾਓ। ਕੋਈ ਗਾ ਕੇ ਪਾ ਸਕਦਾ, ਜਿਸ ਤਰੀਕੇ ਨਾਲ ਵੀ ਹੈਸ਼ਟੈਗ ਵਰਤ ਕੇ, ਜਿਵੇਂ ਵੀ ਸਰਕਾਰਾਂ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਲੱਗੇ ਵੀ ਇਹ ਲੋਕਾਂ ਦੀ ਅਹਿਮ ਮੰਗ ਆ ਤੇ ਇਸ ਪਾਸੇ ਧਿਆਨ ਦਿੱਤਾ ਜਾਊਗਾ। ਨਹੀਂ ਅਸੀਂ ਇੱਕੋ ਮਿੰਟ ਮੈਂ ਦੱਸਦਾ, ਇੱਕ ਸੈਮੀਨਾਰ ਹੋਇਆ ਸੀਗਾ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ, ਮੈਨੂੰ ਵੀ ਮੌਕਾ ਮਿਲਿਆ ਕੁਝ ਸਾਲ ਪਹਿਲਾਂ। ਉੱਥੇ ਮੈਂ BJP ਦੇ ਵੀ, ਬਾਬਾ ਸੀਤਵਾਲ PGI ਬਹੁਤ ਜ਼ਿਆਦਾ ਲੋਕ ਸੀਗੇ,
ਤੇ ਮੈਂ ਸਵਾਲ ਕੀਤਾ ਵੀ ਮੈਂ ਕਿਹਾ ਜਿਹੜੇ ਤੁਸੀਂ ਕਨੈਕਸ਼ਨ ਦੇ ਰਹੇ ਹੋ ਧੜਾ ਧੜ ਬਿਜਲੀ ਪਾਣੀ ਦੇ। ਡੂੰਘਾ ਹੋ ਰਿਹਾ, ਸਾਨੂੰ ਨਹਿਰੀ ਪਾਣੀ ਦਾ ਪ੍ਰਬੰਧ ਕਰਕੇ ਦਿਓ। ਪਰ ਉੱਥੋਂ ਕੋਈ ਆਗੂ ਬੋਲੇ, ਉਹ ਕਹਿੰਦੇ ਲੋਕ ਜੇ ਜ਼ਹਿਰ ਮੰਗਦੇ ਸੀ ਜ਼ਹਿਰ ਦੇ, ਜਿੱਦੇ ਅੰਮ੍ਰਿਤ ਮੰਗਣਗੇ ਅੰਮ੍ਰਿਤ ਦੇਵਾਂਗੇ। ਜਦ ਕਿ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਨਹੀਂ ਸੀ। ਜੇ ਲੋਕ ਜ਼ਹਿਰ ਮੰਗਦੇ ਤੁਸੀਂ ਚੁਣ ਕੇ ਤੁਹਾਨੂੰ ਭੇਜਿਆ, ਉਮੀਦ ਥੋੜਾ ਵੀ ਤੁਸੀਂ ਜ਼ਹਿਰ ਪਹਿਲਾਂ ਕੀ ਕਹਿੰਦੇ ਆ ਲੋਕਾਂ ਦੇ ਮਨਾਂ 'ਚ ਜ਼ਹਿਰ ਭਰਦੇ ਹੋ, ਹੁਣ ਲੋਕ ਜ਼ਹਿਰ ਮੰਗਦੇ, ਲੋਕ ਤਾਂ ਨਹੀਂ ਜ਼ਹਿਰ ਮੰਗਦੇਗੇ। ਹਾਂ, ਉਹਦੇ ਕਾਰਨ ਕਿ ਅਸੀਂ ਦੋਸ਼ੀ ਹਾਂ, ਹਨਾ। ਅਸੀਂ ਮੰਗਦੇ ਹੀ ਉਹ ਕੁਛ ਹੈ ਜਿਹੜਾ ਮਤਲਬ ਸਾਨੂੰ ਆ ਬਿਜਲੀ ਦੇ ਬਿੱਲ ਕਰ ਦਿਓ ਜੀ, ਸਾਨੂੰ ਆਹ ਕਰ ਦਿਓ, ਪਾਣੀ ਮਾਫ ਕਰ ਦਿਓ, ਬਸ ਅਸੀਂ ਕਦੇ ਆਪਣੀ ਸਿਹਤ ਦਾ ਮੁੱਦਾ ਨਹੀਂ, ਜਿੱਦੇ ਲੋਕਾਂ ਨੇ ਬਣਾ ਲਿਆ ਉਹਦੀ ਰਾਜਨੀਤਿਕ ਲੋਕਾਂ ਨੇ। ਕੱਲ ਮੇਰੇ ਨਾਲ ਕਿਰਨਜੀਤ ਸਿੰਘ ਗਹਿਰੀ ਆਏ ਸੀਗੇ, ਨਾਲੇ ਉਹ ਰਿਪਰੈਜ਼ੈਂਟ ਕਰਦੇ ਨੇ ਗਰੀਬ ਆਪਣੇ ਉਹਨਾਂ ਨੂੰ ਪਰਿਵਾਰਾਂ ਨੂੰ, ਠੀਕ ਹੈ ਜੀ। ਉਹ ਕਹਿੰਦੇ ਬਹੁਤ ਭੈੜਾ ਹਾਲ ਹੈ, ਮਤਲਬ ਕਿ ਜੇ ਆਪਾਂ ਗੱਲ ਕਰੀਏ, ਕਹਿੰਦੇ ਬਸ ਇਹ ਠੱਗੀਆਂ ਠੋਰੀਆਂ ਤੇ ਹੀ ਹੋਏ ਵੇ ਆ, ਗਰੀਬਾਂ ਨੂੰ ਤਾਂ ਲਾਈਨ 'ਚ ਹੀ ਖੜਾ ਰੱਖਦੇ ਆ, ਕਹਿੰਦੇ ਬੁੱਧੀ ਭ੍ਰਿਸ਼ਟੀ ਕਰੀ ਜਾਂਦੇ ਸਾਰੀ। ਬਿਲਕੁਲ ਜੀ, ਬਿਲਕੁਲ। ਕਿਸੇ ਨੇ ਇਹ ਨਹੀਂ ਕਿਹਾ ਵੀ ਪੰਜਾਬ ਸਿਰ ਚੜੇ 3 ਲੱਖ ਕਰੋੜ ਨੂੰ ਅਸੀਂ ਘਟਾਵਾਂਗੇ। ਕੋਈ ਵੀ ਰਾਜਨੀਤਿਕ ਪਾਰਟੀ ਨਹੀਂ, ਬਸ ਮੁਫ਼ਤ ਵਾਲੇ ਪਾਸੇ ਖੇਡਦੀ। ਇਸ ਕਰਕੇ ਬੇਨਤੀ ਇਹ ਹੈ ਸਾਰੇ ਵੀਰਾਂ ਨੂੰ ਵੀ ਜਿੱਥੇ ਵੀ ਤੁਸੀਂ ਵਸਦੇ ਹੋ, ਘੱਟੋ ਘੱਟ ਪੰਜਾਬ ਦੀ ਧਰਤੀ ਹਵਾ ਦੇ ਪਾਣੀ ਨੂੰ ਬਚਾਉਣ ਦੇ ਲਈ ਤੁਸੀਂ ਆਪਣੀ ਕਲਮ ਰਾਹੀਂ ਜੋ ਵੀ ਤੁਸੀਂ ਕਰ ਸਕਦੇ ਹੋ, ਸਰਕਾਰਾਂ ਦਾ ਧਿਆਨ ਕੇਂਦਰਿਤ ਕਰੋ ਤੇ ਆਪਾਂ ਇਸ ਧਰਤੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਲ ਮਿਲ ਕੇ ਫੇਰ ਹਰੀ ਭਰੀ ਪੰਜਾਬ ਦੀ ਧਰਤੀ ਨੂੰ ਬਲਿਹਾਰੀ ਕੁਦਰਤ ਦੀ ਜਿਹੜੀ ਗੱਲ ਆ ਉਹ ਆਪਾਂ ਦੇਖ ਸਕੀਏ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਰਦਾਰ ਗੁਰਪ੍ਰੀਤ ਸਿੰਘ ਚੰਦਵਾਜਾ ਜੀ, ਧੰਨਵਾਦ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਫਿਲਹਾਲ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਗੱਲਬਾਤ ਕਰਾਂਗੇ। ਪੂਰਾ ਗਲਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਜੀ, ਪਰ ਗਲਾ ਵੀ ਜਵਾਬ ਦੇ ਜਾਂਦਾ, ਇਸ ਕਰਕੇ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਸ਼ਾਰਟ ਰੱਖਣ ਦੀ ਕੋਸ਼ਿਸ਼ ਕਰੂੰਗਾ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन दी सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 855660 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਹੁਣ
ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜ ਗਏ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਵੋਟਰਾਂ ਦੀ। ਉਹ ਕਹਿੰਦੇ ਭਾਈ BJP ਅਕਾਲੀਆਂ ਨੂੰ ਤਾਂ ਅਸੀਂ ਘੇਰ ਹੀ ਲਿਆ, ਹੁਣ ਸਰਕਾਰੇ ਤੂੰ ਵੀ ਆ ਜਾ ਸਾਹਮਣੇ। ਹੁਣ ਜਿੱਥੇ ਕਾਂਗਰਸੀਏ ਜਾਂਦੇ ਨੇ, ਮੰਤਰੀ ਜਾਂਦੇ ਨੇ, ਉਹਨਾਂ ਨੂੰ ਘੇਰਦੇ ਨੇ, ਸਵਾਲ ਪੁੱਛਦੇ ਨੇ। ਬਿਲਕੁਲ ਜੀ, ਪੁੱਛਣ ਦੀ ਕਿਉਂ ਨਾ। ਪੁੱਛਣਾ ਉਹਨਾਂ ਦਾ ਹੱਕ ਹੈ, ਜਨਮ ਸਿੱਧ ਅਧਿਕਾਰ ਹੈ ਤੇ ਆਪਣੇ ਅਧਿਕਾਰ ਦੀ ਉਹ ਵਰਤੋਂ ਕਰਦੇ ਹੈ ਜੀ। ਜਾਨੇਵਾਲੀਆ ਸਾਹਿਬ, ਅੱਜ 26 ਨਵੰਬਰ ਹੈ ਤੇ ਅੱਜ ਦੇ ਦਿਨ ਸਾਡਾ ਜਿਹੜਾ ਅੱਜ ਦੇ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਜਾਣਿਆ ਜਾਂਦਾ ਹੈ। ਬਿਲਕੁਲ ਬਿਲਕੁਲ। ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਆ, ਸਾਡੇ ਤੇ ਕੁਝ ਜ਼ਿੰਮੇਵਾਰੀਆਂ ਵੀ ਪਾਈਆਂ, ਕੁਝ ਹੱਕ ਦਿੱਤੇ ਆ, ਅਧਿਕਾਰ ਦਿੱਤੇ ਆ ਤੇ ਕੁਝ ਸਾਡੇ ਫਰਜ਼ ਹੈ ਜੀ। ਫਰਜ਼ ਵੀ ਲੋਕ ਨਿਭਾਉਂਦੇ ਆ, ਫਰਜ਼ ਤਾਂ ਡੰਡੇ ਨਾਲ ਉਹਨਾਂ ਤੋਂ ਨਿਭਾਏ ਜਾਂਦੇ ਆ। ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਆ ਫਰਜ਼ ਨਿਭਾਉਣੇ ਪੈਣਗੇ, ਜੇ ਫਰਜ਼ ਨਾ ਨਿਭਾਓਗੇ ਤਾਂ ਫਿਰ ਤੁਹਾਡੇ ਨਾਲ ਉਹ ਹੋਣੀ ਹੈ ਜਿਹੜੀ ਖੇਤ ਪਏ ਉਸ ਬੰਦੇ ਨਾਲ ਹੁੰਦੀ ਹੈ। ਸਮਝੇ ਸਾਡੇ ਸਰੋਤੇ ਲਾ ਲੈਣਗੇ। ਠੀਕ ਹੈ, ਅਸੀਂ ਸੁਣਨਾ ਨਹੀਂ ਕਰਦੇ ਆਪਣੇ ਲੋਕਾਂ ਦੀ ਨਾਲ, ਪਰ ਇਹ ਸਾਡੇ ਹਾਕਮ ਉਹਨਾਂ ਨਾਲ ਕਰਦੇ ਆ। ਲੇਕਿਨ ਉਹ ਆਪਣੇ ਹੱਕਾਂ ਬਾਰੇ ਸੁਚੇਤ ਹੋਣ ਦੇ ਵਿੱਚ ਬੜੇ ਦੇਰ ਉਹਨਾਂ ਨੇ ਲਾ ਦਿੱਤੀ ਹੈ, ਬਹੁਤ ਲੇਟ ਹੋ ਗਏ ਹੈ। ਇਹ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡਾ ਮੈਂ ਸਮਝਦਾ ਯੋਗਦਾਨ ਸਾਡੇ ਕਿਸਾਨ ਅੰਦੋਲਨ ਦਾ ਜੀ। ਬਹੁਤ ਸਾਰੇ ਲੋਕ ਕਿਸਾਨ ਅੰਦੋਲਨ ਨੂੰ ਸਿਰਫ ਇੱਕ ਕਿਸਾਨ ਅੰਦੋਲਨ ਸਮਝਦੇ ਆ ਤੇ ਉਹਦਾ ਵੀ ਅੱਜ 1 ਸਾਲ ਪੂਰਾ ਹੋ ਗਿਆ। ਲੇਕਿਨ ਮੇਰਾ ਮੰਨਣਾ ਇਹ ਹੈ ਕਿ ਮੈਂ ਆਮ ਕਈ ਵਾਰੀ ਤੁਸੀਂ ਦੇਖਿਆ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਹਿੰਦੇ ਰਹੇ ਹਾਂ ਕਿ ਇਹ ਅਸਲ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਦੂਜੀ ਲੜਾਈ ਹੈ ਜੀ। ਦੂਜੀ ਲੜਾਈ ਦੇ ਦੋ ਪੱਖ ਹੈ, ਇੱਕ ਆਰਥਿਕ ਆਜ਼ਾਦੀ ਦੀ ਲੜਾਈ ਤੇ ਦੂਜੀ ਹੈ ਕਿ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ। ਪਾਰਲੀਮੈਂਟਾਂ ਦੇ ਵਿੱਚ ਬਹੁਮਤ ਹੁੰਦੇ ਆ, ਕਾਨੂੰਨ ਬਣ ਜਾਂਦੇ ਆ, ਪਰ ਜਿਵੇਂ ਕਿਸਾਨ ਅੰਦੋਲਨ ਦੇ ਸੰਚਾਲਕਾਂ ਨੇ ਇਸ ਅੰਦੋਲਨ ਨੂੰ ਚਲਾਇਆ ਕਿ ਪੋਲੀਟੀਕਲ ਮਾਮਲਾ ਹੈ ਜੀ, ਔਰ ਇਹਨੂੰ ਪੋਲੀਟੀਕਲ ਢੰਗ ਦੇ ਨਾਲ ਹੀ ਅਸੀਂ ਨਜਿੱਠਾਂਗੇ ਤੇ ਉਹਦੇ ਤੇ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨਰਿੰਦਰ ਮੋਦੀ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਏਗਾ। ਇਹ ਉਹਦਾ ਨਤੀਜਾ ਜੀ। ਹੁਣ ਆਪਾਂ ਦੇਖੀਏ ਕਿ ਲੋਕ ਪੁੱਛਦੇ ਕਿ ਇਹ ਘੇਰਦੇ ਕਿਉਂ ਹੈ। ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਕਿਸੇ ਤਨ ਪੱਤਰ ਨਹੀਂ ਸੀ ਲੱਗਿਆ, ਉਨੀ ਦੇਰ ਤੱਕ BJP ਦਾ ਪੱਕਾ ਹੀ ਵਿਰੋਧ ਸੀ ਕੀਤਾ ਹੋਇਆ ਕਿ BJP ਵਾਲੇ ਨੇ ਕਾਲੇ ਕਾਨੂੰਨ ਲੈ ਕੇ ਆਂਦੇ, ਅਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਸ਼ਹਿਰਾਂ 'ਚ ਨਹੀਂ ਵੜਨ ਦੇਣਾ, ਉਹਨਾਂ ਨੂੰ ਅਸੀਂ ਕੋਈ ਸਮਾਗਮ ਨਹੀਂ ਕਰਨ ਦੇਣਾ ਜੀ। ਜੇ ਉਹ ਚਲੋ ਠੀਕ ਹੈ ਆਪਣੇ ਕੋਈ ਪ੍ਰਾਈਵੇਟ ਦੁੱਖ ਸੁੱਖ ਦੇ ਵਿੱਚ ਜਾਂਦੇ ਆ ਜਾਣ, ਕੋਈ ਉਹਨਾਂ ਨੂੰ ਰੋਕਦਾ ਨਹੀਂ ਸੀ। ਲੇਕਿਨ ਜਦੋਂ ਰਾਜਨੀਤਿਕ ਸਰਗਰਮੀਆਂ ਹੁੰਦੀਆਂ ਸੀ, ਕੋਈ ਹੋਰ ਸੱਭਿਆਚਾਰਕ ਸਰਗਰਮੀਆਂ ਦੇ ਨਾਂ ਥੱਲੇ ਉਹ ਕੋਈ ਐਕਟੀਵਿਟੀਜ਼ ਕਰਦੇ ਸੀ, ਉਹਨਾਂ ਨੂੰ ਰੋਕਿਆ ਜਾਂਦਾ ਸੀ ਜੀ। ਇੱਕ ਮੌਕਾ ਫਿਰ ਉਹ ਵੀ ਆਇਆ ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਵਾਲ ਪੁੱਛਣੇ ਸ਼ੁਰੂ ਕਰਤੇ। ਉਹਨਾਂ ਸਵਾਲਾਂ ਦੇ ਵਿੱਚ ਜਦੋਂ ਲੀਡਰਾਂ ਨੂੰ ਸਖਤ ਸਵਾਲ ਪੁੱਛਣੇ ਸ਼ੁਰੂ ਕਰਤੇ, ਉਹਨਾਂ ਦੇ ਕੋਲੇ ਜਵਾਬ ਨਹੀਂ ਸੀ ਗਏ। ਕੁਝ ਥਾਵਾਂ ਦੇ ਉੱਤੇ ਝਪਟਾਂ ਵੀ ਹੋਈਆਂ, ਜਿੱਥੇ ਲੜਾਈ ਝਗੜੇ ਵੀ ਹੋਏ ਤੇ ਜਦੋਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਈ ਤੁਸੀਂ ਥੋੜੇ ਜਿਹੇ ਟਿਕ ਜਾਓ, ਜਾਂ ਤਾਂ ਸਾਡਾ ਅੰਦੋਲਨ ਸਿਰੇ ਲੱਗ ਲੈਣ ਦੇ ਉੱਤੇ, ਜਾਂ ਜਿੱਥੇ ਚੋਣ ਦਾ ਐਲਾਨ ਹੋ ਗਿਆ ਤੁਸੀਂ ਆਪਣਾ ਪ੍ਰੋਗਰਾਮ ਉਦੋਂ ਸ਼ੁਰੂ ਕਰ ਦਿਓ। ਆਮ ਆਦਮੀ ਪਾਰਟੀ ਵਾਲੇ ਮੰਨ ਗਏ, BJP ਵਾਲੇ ਮੰਨੇ ਬਣਾਏ ਸੀ, ਅਕਾਲੀ ਦਲ ਵਾਲੇ ਹਾਂ ਕਰਿਆ ਪਰ ਮੰਨੇ ਨਹੀਂ। ਜਿੱਥੋਂ ਤੱਕ ਜੇ ਆਪਾਂ ਦੇਖੀਏ ਕਾਂਗਰਸ ਪਾਰਟੀ ਦਾ ਸਵਾਲ ਹੈ, ਤਾਂ ਕਾਂਗਰਸ ਪਾਰਟੀ ਨੂੰ ਬੈਨੀਫਿਟ ਸੀ ਸਰਕਾਰ ਦਾ ਬੈਨੀਫਿਟ ਸੀ। ਉਹ ਕਹਿੰਦੇ ਸਰਕਾਰੀ ਕੰਮ ਕਰਨੀ, ਸਰਕਾਰੀ ਕੰਮਾਂ ਦੇ ਨਾਲ ਥੱਲੇ ਉਹ ਆਪਣੀਆਂ ਐਕਟੀਵਿਟੀ ਚਲਾਉਂਦੇ ਰਹੇ ਜੀ। ਕਾਂਗਰਸ ਪਾਰਟੀ ਵਾਲੇ ਚਲਾਉਂਦੇ ਰਹੇ ਤੇ ਮੇਰੇ ਖਿਆਲ ਮੁਤਾਬਕ ਕਿਸਾਨ ਲੀਡਰਸ਼ਿਪ ਨੇ ਉਹਨਾਂ ਨਾਲ ਥੋੜੀ ਜਿਹੀ ਲਿਹਾਜ਼ ਵੀ ਕੀਤੀ ਸੀ। ਉਹਦਾ ਇੱਕ ਬੁਨਿਆਦੀ ਕਾਰਨ ਸੀ ਕਿ ਬਾਕੀ ਪਾਰਟੀਆਂ ਉਸ ਤਰ੍ਹਾਂ ਦੀ ਮਦਦ ਨਹੀਂ ਸੀ ਕਰ ਸਕਦੀਆਂ ਜਿਹੜੀ ਸਰਕਾਰ ਹੁੰਦਿਆਂ ਕਾਂਗਰਸ ਪਾਰਟੀ ਉਹਨਾਂ ਦੀ ਮਦਦ ਕਰ ਸਕਦੀ ਸੀ। ਉਹਨੇ ਮਦਦ ਕੀਤੀ ਨਹੀਂ ਹੈ। ਜਿਹੜੇ ਕਿਸਾਨ ਸ਼ਹੀਦ ਹੁੰਦੇ ਰਹੇ ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਭਾਰਤ 'ਚ ਹੋਰ ਕਿਤੇ ਨਹੀਂ ਮਿਲਿਆ। ਜੇ ਉਹ ਰਾਹਤ
ਪਿੰਡ ਦਾ ਫੈਸਲਾ ਹੋਇਆ ਤਾਂ ਪੰਜਾਬ ਦੇ ਵਿੱਚ ਵੈਸੇ ਸਰਕਾਰ ਨੇ ਕੀਤਾ ਸੀ ਜੀ। ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਜਿਹੜਾ ਫੈਸਲਾ ਸੀ ਉਹ ਵੀ ਹੋਇਆ ਸੀ। ਇਸ ਕਰਕੇ ਥੋੜਾ ਜਿਹਾ ਅਗਲਾ ਕਹਿੰਦਾ ਵੀ ਯਾਰ ਇੰਨਾ ਕਰੀ ਜਾਂਦੇ, ਥੋੜੀ ਜਿਹੀ ਰਹਿਤ ਦੇ ਉਹ ਥੋੜੀ ਜਿਹੀ ਰਹਿਤ ਦੇ ਉਹਨਾਂ ਨੇ ਫਾਇਦੇ ਉਠਾਣੇ ਬਾਹਲੇ ਫਾਇਦੇ ਉਠਾ ਕੇ ਉਹਨਾਂ ਨੇ ਕਿਸੇ ਦਾ ਇਹ ਸਮਝਿਆ ਵੀ ਸਾਡੇ ਨਾਲ ਤਾਂ ਇੰਤਕਾਲ ਹੀ ਕਰਤਾ ਪੰਜਾਬ ਦਾ ਕਿ ਤੁਸੀਂ ਜਿਵੇਂ ਮਰਜ਼ੀ ਤੁਰੇ ਫਿਰੋ, ਸੁਣਨੀ ਪੈਣੀ ਹੈ, ਤੁਹਾਨੂੰ ਕਿਹਨੇ ਪੁੱਛਣਾ। ਹੁਣ ਇਹ ਕਿ ਪਿੱਛੇ ਜੇ ਤੁਹਾਨੂੰ ਪਤਾ ਥੋੜੀ ਜਿਹੀ ਤਬਦੀਲੀ ਹੋ ਗਈ, ਰਾਜਸੀ ਤਬਦੀਲੀ ਹੋ ਗਈ। ਅਮਰਿੰਦਰ ਸਿੰਘ ਮੁੱਖ ਮੰਤਰੀ ਲਾਹਤਾ ਤੇ ਉਹਦੀ ਥਾਂ ਤੇ ਚਰਨਜੀਤ ਚੰਨੀ ਬਣਾਤਾ, ਜਾਖੜ ਸਾਹਿਬ ਨੂੰ ਪੜ੍ਹਨੇ ਪਾਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਸਿੱਧੂ ਸਾਹਿਬ ਆ ਗਏ ਜੀ। ਉਹ ਆ ਗਏ ਤੇ ਉਹਨਾਂ ਨੇ ਆ ਕੇ ਕਿਹਾ ਜੀ ਤੁਸੀਂ ਹੁਣ ਸਾਨੂੰ ਕਰਾ ਦੀ ਸਰਕਾਰ ਚਲਾਉਣ ਦੇ ਤੇ ਤੁਹਾਡੀਆਂ ਅਸੀਂ ਸਾਰੇ ਮਸਲੇ ਦਾ ਹੱਲ ਕਰ ਦਿਆ, ਸਾਰੀਆਂ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਸੀ ਉਹਨਾਂ ਨੂੰ ਐ ਪੂਰੀ ਤਰ੍ਹਾਂ ਖਤਮ ਕਰ ਦੇਣਗੇ। ਤੇ ਤੁਸੀਂ ਯਾਦ ਕਰੋ ਜਾਣੇ ਵਾਲੀ ਹੈ ਜੀ ਜਿਸ ਦਿਨ ਟੇਕ ਓਵਰ ਕੀਤਾ ਬਤੌਰ ਮੁੱਖ ਮੰਤਰੀ ਜੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ, ਉਹਨਾਂ ਨੇ ਇੱਕ ਐਲਾਨ ਕੀਤਾ ਸੀ। ਉਹ ਐਲਾਨ ਸਿੱਧਾ ਮੁਲਾਜ਼ਮਾਂ ਦੇ ਨਾਂ ਤੇ ਸੀ ਜੀ, ਪੱਕਿਆਂ ਤੇ ਕੱਚਿਆਂ ਮੁਲਾਜ਼ਮਾਂ ਦੇ ਨਾਂ ਤੇ। ਪੱਕੇ ਮੁਲਾਜ਼ਮ ਆਪਣੇ ਜਿਹੜੀ ਹੈਗੀ ਹੈ ਸਕੇਲਾਂ ਨੂੰ ਲੈ ਕੇ ਲੜਦੇ ਸੀ, 6 ਪੇ ਕਮਿਸ਼ਨ ਹੈ ਜਿਹੜਾ ਉਹਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਲੜਦੇ ਸੀ ਜੀ, ਅਧੂਰੀਆਂ ਸਿਫਾਰਿਸ਼ਾਂ ਉਹ ਸਾਨੂੰ ਨਹੀਂ ਮਿਲੀਆਂ ਤੇ ਸਾਨੂੰ ਸਾਡੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ, ਇਹ ਵਧਾਈਆਂ ਜਾਣ। 6ਵੇਂ ਪੇ ਕਮਿਸ਼ਨ ਦੀਆਂ ਜਿਹੜੀਆਂ ਹੈਗੀਆਂ ਸਹੀ ਦਿਸ਼ਾ ਦੇ ਵਿੱਚ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ। ਕੱਚੇ ਮੁਲਾਜ਼ਮ ਕਹਿੰਦੇ ਸੀ ਕਿ ਅਸੀਂ ਜਿਹੜੇ ਹੈਗੇ ਜੀ ਕੱਚੇ ਆ ਬੜੇ ਲੰਬੇ ਸਮੇਂ ਤੋਂ, ਸਾਨੂੰ ਥੋੜੀ ਥੋੜੀ ਤਨਖਾਹ ਮਿਲਦੀ ਹੈ। ਆਹ ਜਿਹੜੇ ਆਪਣੇ ਤੁਹਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਗੇਟ ਦੇ ਸਾਹਮਣੇ ਕੁੜੀਆਂ ਮੁੰਡੇ ਮੋਰਚਾ ਲਾਈ ਬੈਠੇ ਹੈ ਔਰ ਜਿਨ੍ਹਾਂ ਨੇ ਪ੍ਰਗਟਿਸ਼ੋ ਦਾ ਘਰ ਵੀ ਘੇਰਿਆ, ਕਈ ਦਿਨਾਂ ਤੋਂ ਲਾਠੀ ਚਾਰਜ ਵੀ ਹੋਇਆ ਜੀ ਜੀ। ਇਹ ਲੋਕ ਜਿਹੜੇ ਹੈ ਇਹਨਾਂ ਲੋਕਾਂ ਦੇ ਵਿੱਚ ਕੁਝ ਤਾਂ ਅਜਿਹੇ ਹੈ ਜਿਨ੍ਹਾਂ ਦਾ ਸਰਵਿਸ ਦਾ ਜਿਹੜਾ ਹੈਗਾ ਜੀ ਪੀਰੀਅਡ 17 ਸਾਲਾਂ ਦਾ ਹੋ ਗਿਆ। ਅੱਛਾ, ਬੜਾ ਲੰਮਾ ਹੋ ਗਿਆ। ਤੇ ਤਨਖਾਹ ਦਾ ਨਿਆਰੀਆ ਸਭ ਉਹਨਾਂ ਨੂੰ ਕਿੰਨੀ ਮਿਲਦੀ ਹੈ? ਤਨਖਾਹ ਮਿਲਦੀ ਹੈ 5500 ਰੁਪਏ। ਦੱਸੋ, ਇਹ ਚੰਨੀ ਸਾਹਿਬ ਨੇ ਕਹਿੰਦਾ ਸੀ ਤੁਹਾਡੇ ਸਾਰੇ ਮਸਲੇ ਕਰ ਦਾਂਗੇ ਹੱਲ, ਤੇ ਬਸ ਘਰ ਘਰ ਚੱਲਦੀ ਇੱਕੋ ਗੱਲ, ਚੰਨੀ ਕਰਦਾ ਮਸਲੇ ਹੱਲ, ਸਲੋਗਨ ਵੀ ਚੱਲ ਰਹੇ ਹੈ। ਹੁਣ ਉਹ ਕਹਿੰਦੇ ਜੀ ਮਸਲੇ ਹੱਲ ਕਰੋ। ਇਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਜੀ, ਸਾਰੇ ਪੰਜਾਬ ਦੇ ਵਿੱਚ ਬੋਰਡ ਲਾਤੇ, ਲਓ ਜੀ 36000 ਮੁਲਾਜ਼ਮ ਪੱਕੇ ਕਰਤੇ, ਇਹ ਆ ਸਾਡਾ ਐਲਾਨ। ਉਹ ਐਲਾਨ ਕਰਤਾ, ਫਿਰ ਇਹਨਾਂ ਨੇ ਪੱਕੇ ਕਿੱਥੋਂ ਕਰਤੇ ਜੀ? ਕਹਿੰਦੇ ਜੀ ਅਸੀਂ ਕਾਨੂੰਨ ਬਣਾਤਾ ਜੀ। ਉਹ ਜਦੋਂ ਦੇਖਿਆ ਕਹਿੰਦੇ ਕਾਨੂੰਨ ਦਾ ਨੋਟੀਫਿਕੇਸ਼ਨ ਹੀ ਨਹੀਂ ਹੋਇਆ। ਹੁਣ ਕਹਿੰਦੇ ਨੋਟੀਫਿਕੇਸ਼ਨ ਕਰਤਾ, ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਆ ਕਹਿੰਦਾ ਤੂੰ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਅਖਬਾਰਾਂ 'ਚ ਹੀ ਹੈ। ਅੱਛਾ, ਅਸੈਂਬਲੀ ਦਾ ਸੈਸ਼ਨ ਜਿਹੜਾ ਹੈਗਾ ਉਹ ਸਾਈਨਡ ਹੀ ਹੋਇਆ ਹੋ ਗਿਆ, ਉਹ ਅਗਲੇ ਸਮੇਂ ਤੱਕ ਲਈ ਉਠਾ ਦਿੱਤਾ ਤੇ ਅਗਲਾ ਮਹੀਨਾ ਸ਼ੁਰੂ ਹੋਣ ਵਾਲਾ ਤੇ ਦਸੰਬਰ ਦੇ ਅੱਧ ਤੱਕ ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ। ਹੁਣ ਤਾਂ ਗਿਣਤੀ ਦਿਨਾਂ ਦੀ ਹੈ ਜੀ, ਗਿਣਤੀ ਦਿਨਾਂ ਦੀ ਹੈ। ਤੇ ਉਹ ਜਿਹੜੇ ਹੁਣ ਵਿਚਾਰੇ ਮਤਲਬ ਹੈ ਜਿਹੜੇ ਜਿਹਦੇ 17 ਸਾਲ ਸਰਵਿਸ ਕਰਦੀਆਂ ਨੇ ਪੂਰੀਆਂ ਹੋ ਗਈਆਂ ਤੇ ਉਹਨਾਂ ਦੇ ਬਰਾਬਰ ਦੇ ਬੱਚੇ ਹੋਏ ਨੇ, ਉਹਨਾਂ ਨੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ, ਉਹਨਾਂ ਦੀ ਪੜ੍ਹਾਈ ਲਿਖਾਈ ਵੀ ਕਰਨੀ, ਆਪਦਾ ਲੀੜਾ ਕੱਪੜਾ ਵੀ ਬਣਾਉਣਾ, ਰੋਟੀ ਪਾਣੀ ਵੀ ਉਹਨਾਂ ਨੇ ਛਕਣਾ, ਉਹ ਕਿੱਥੋਂ ਖਾਣ ਜੀ? ਉਹ ਅੰਬੇ ਪਏ ਅੱਗੇ ਪਏ ਤੇ ਉਹ ਜੀ ਹੁਣ ਫਿਰ ਕਹਿੰਦੇ ਨਿਕਲੇ ਸੜਕਾਂ ਦੇ ਬਾਹਰ ਆ ਗਏ। ਇਹ ਤਾਂ ਕਹਿੰਦੇ ਸੀ ਅਮਰਿੰਦਰ ਸਿੰਘ ਤੋੜਤਾ ਤੇ ਸਾਡੇ ਵਾਸਤੇ ਭੈਣੀ ਬੜੀ ਸੁਣੀ ਹੋ ਗਈ, ਪਰ ਹੋਈ ਨਹੀਂ। ਗਰੀਬ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਲਾ ਲਿਆ ਤੇ ਲੋਕ ਜਾਤ ਦੇ ਆਧਾਰ ਤੇ ਵੋਟਾਂ ਪਾ ਦੇਣਗੇ। ਔਰ ਮੈਂ ਚੰਡੀਗੜ੍ਹ ਤੋਂ ਆਇਆ, ਚੰਡੀਗੜ੍ਹ ਦੇ ਗਲੇਰਿਆਂ 'ਚ ਇਹ ਗੱਲਾਂ ਵੀ ਚੱਲਦੀਆਂ ਜੀ ਵੀ ਬਹੁਤ ਜਿਹੜਾ ਗਰੀਬ ਭਾਈਚਾਰਾ ਚੰਨੀ ਸਾਹਿਬ ਦੇ ਨਾਂ ਤੇ ਹੋ ਗਿਆ, ਪਰ ਆਹ ਜਿਹੜੀ ਅਸਲ ਗਰੀਬ ਹੈ, ਅਸਲ ਗਰੀਬ ਤਾਂ ਉਹ ਹੈ ਜਿਹੜੇ ਭੁੱਖੇ ਮਰਦੇ ਸੜਕਾਂ ਤੇ ਨਿਕਲੇ ਹੋਏ ਜੀ। ਔਰ ਹੁਣੇ ਦੇਖੋ ਦਾਨੇਵਾਲੀਆ ਸਾਹਿਬ ਪਹਿਲਾਂ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਨੂੰ ਜਾਂਦੇ ਹੁੰਦੇ ਸੀ, ਹੁਣ ਚੰਨੀ ਦੇ ਘਰ ਨੂੰ ਉਦੋਂ ਪਹਿਲਾਂ ਲੰਬੀ ਜਾਂਦੇ ਸੀ, ਉਹ ਤੋਂ ਪਹਿਲਾਂ ਲੰਬੀ ਨੂੰ ਜਾਂਦੇ ਹੁੰਦੇ ਸੀ, ਹੁਣ ਜਾਂਦੇ ਪਟਿਆਲੇ ਹੈ। ਪਟਿਆਲੇ ਸਿੱਧੂ ਸਾਹਿਬ ਦੇ ਘਰ ਕੰਨੀ ਨੂੰ ਜਾਂਦੇ। ਅੱਛਾ, ਫਰਕ ਪੈ ਗਿਆ। ਕੱਲ ਕੇ ਪਰਸੋਂ ਚੰਨੀ ਸਾਹਿਬ ਨੇ ਪਟਿਆਲੇ ਆਉਣਾ ਸੀ ਤੇ ਉੱਥੇ ਉਹਨਾਂ ਨੇ ਐਨ ਪੂਰਾ ਜ਼ੋਰੋ ਸ਼ੋਰ ਦੇ ਨਾਲ ਕੀਤਾ ਕਰਾਇਆ ਤੇ ਚੰਨੀ ਸਾਹਿਬ ਨੂੰ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪੈ ਗਿਆ। ਕੱਲ ਚੰਨੀ ਸਾਹਿਬ ਗਏ ਸੀਗੇ ਗੁਰੂ ਹਰਸਹਾਏ ਵਾਲੇ ਪਾਸੇ ਜੀ, ਉੱਥੇ ਮਕਸਦ ਦੋ ਸੀ, ਇੱਕ ਤਾਂ ਚਲੋ ਵੀ ਇਲੈਕਸ਼ਨ ਤਿਆਰੀ ਕਰ ਲਾਂਗੇ, ਦੂਜੀ ਗੱਲ ਇਹ ਸੀ ਕਿ ਚਲੋ ਇਹਨੂੰ ਮਨਾ ਲਈਏ ਆਪਣੇ ਨੂੰ ਰਾਣੇ ਗੁਰਜੀਤ ਨੂੰ, ਰਾਣਾ ਗੁਰਮੀਤ ਸੋਢੀ, ਗੁਰਮੀਤ ਰਾਣਾ ਸੋਢੀ ਹੈ ਜਿਹੜਾ ਉਹਨੂੰ ਮਨਾ ਲਈਏ ਆਪਾਂ ਵੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਾ ਸੀ। ਉੱਥੇ ਨਾਲ ਹੀ ਇਹਨਾਂ ਨੇ ਕਰਤਾ ਜੀ, ਕਹਿੰਦੇ ਜਿਹੜਾ ਮਾਡਰਨ ਕੰਪਲੈਕਸ ਬਣਾਉਣਾ ਸਬ ਡਿਵੀਜ਼ਨ ਦਾ, ਉਹਦਾ ਨੀਂਹ ਪੱਥਰ ਵੀ ਰੱਖਣਾ ਹੈ, ਇੱਕ ਗੇਟ ਦਾ ਵੀ ਕੋਈ ਕਰਨਾ ਸੀ ਨੀਂਹ ਪੱਥਰ ਰੱਖਣਾ, ਜਿੱਥੇ ਗੇਟ ਵਾਲਾ ਰੱਖਣਾ ਸੀ ਤੇ ਮੁਲਾਜ਼ਮਾਂ ਨੇ ਕਹਿਤਾ ਆਪਾਂ ਉਧਰ ਨੂੰ ਜਾਈਏ, ਉਧਰ ਨੂੰ ਹੋ ਜਾਈਏ ਸਿੱਧੇ। ਥੋੜੀ ਜਿਹੀ ਮੈਂ ਜਾਣਕਾਰੀ ਹੋਰ ਤੁਹਾਨੂੰ ਦੇ ਦੇਵਾਂ ਵੀ ਉਹ ਜਾਣ ਦੀ ਲੋੜ ਕਿਉਂ ਪਈ।
ਕਿਉਂਕਿ ਪਹਿਲਾਂ ਇਹ ਗੱਲ ਕਹਿਤੀ ਸੀ ਚੰਨੀ ਸਾਹਿਬ ਨੇ ਤੇ ਉਹਨਾਂ ਦੇ ਪ੍ਰਸ਼ਾਸਨ ਨੇ ਕਿ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਮੁੱਖ ਮੰਤਰੀ ਸਾਹਿਬ ਸੈਕਟਰੀਏਟ 'ਚ ਗੱਲਬਾਤ ਕਰਨਗੇ 24 ਤਾਰੀਖ ਨੂੰ। 24 ਤਾਰੀਖ ਨੂੰ ਮੁੱਖ ਮੰਤਰੀ ਸਾਹਿਬ ਤਾਂ ਆਏ ਨਾ ਜੀ। ਉਹ ਉੱਥੋਂ ਪ੍ਰੋਟੈਸਟ ਵਗੈਰਾ ਕਰਕੇ ਮੁੜ ਗਏ ਤੇ ਰਾਤ ਨੂੰ ਮੁਲਾਜ਼ਮ ਜਿਹੜੇ ਹੈਗੇ ਜੀ ਸਿੱਧੇ ਮੁੱਖ ਮੰਤਰੀ ਦੀ ਕੋਠੀ ਪਹੁੰਚ ਗਏ। ਅੱਛਾ, ਰਾਤ ਨੂੰ ਹਾਂ ਦਗੜ ਰਾਤ ਨੂੰ ਦਗੜ ਹੋ ਗਈ ਜੀ, ਦਗੜ ਹੋ ਗਈ। ਫਿਰ ਲਾਲਾ ਹੋ ਗਈ। ਲਾਲਾ ਤੋਂ ਬਾਅਦ ਹੁਣ ਜੇ ਉੱਥੇ ਡਾਂਗ ਫੇਰੀ ਜਾਂਦੀ ਹੈ, ਸਾਰਾ ਮੀਡੀਆ ਆ ਗਿਆ ਤਾਂ ਫਿਰ ਉਹ ਕੀਤੀ ਕਰਾਈ ਦੇ ਉੱਤੇ ਬਣੀ ਬਣਾਈ ਖੀਰ ਦੇ ਉੱਤੇ ਸਵਾਹ ਪੁੱਕਣ ਵਾਲੀ ਗੱਲ ਹੋ ਜਾਂਦੀ ਹੈ। ਹਾਂ, ਫਿਰ ਜੀ ਮੁੱਖ ਮੰਤਰੀ ਸਾਹਿਬ ਉੱਠ ਕੇ ਆਏ, ਕੋਈ ਨਹੀਂ ਥੋੜੇ ਮਸਲੇ ਕਰਾਂਗੇ ਹੱਲ। ਅੱਛਾ, ਰਾਤ ਨੂੰ ਹੀ ਉੱਠ ਪਏ। ਉੱਠਣੀ ਪੈਣਾ ਸੀਗਾ, ਹੋਰ ਉੱਥੇ ਕੀ ਕਰਨੀ, ਉਹਨਾਂ ਨੂੰ ਵੀ ਘਰਾਂ ਨੂੰ ਤੋਰਨਾ ਸੀ। ਉਹਨਾਂ ਨੂੰ ਘਰਾਂ ਨੂੰ ਤੋਰਤਾ। ਉਦੋਂ ਬਾਅਦ ਜੀ ਉਹ ਚੱਲ ਪਏ ਆਪਣੇ ਗੱਲ ਤੜਕੇ ਵੀ ਕਿਹਨੇ ਕਰਨੀ ਸੀ। ਫਿਰ ਇੱਕ ਹੋਰ ਕਾਫਲਾ ਆ ਗਿਆ ਚੰਡੀਗੜ੍ਹ ਤੇ ਆਪਣੀ ਤੁਹਾਡੀ ਪੰਜਾਬ ਦੀ ਸਰਹੱਦ ਦੇ ਉੱਤੇ ਸੀ। ਫਿਰ ਉਹਨਾਂ ਦੇ ਡਾਂਗ ਵਾਹੀ ਚੰਨੀ ਸਾਹਿਬ ਵੋਟਾਂ ਇਕੱਠੀਆਂ ਕਰਨ ਆ ਗਏ ਇੱਧਰ ਨੂੰ ਆਪਣੇ ਨੂੰ ਗੁਰੂ ਹਰਸਾਏ ਵਾਲੇ ਪਾਸੇ। ਇੱਥੋਂ ਫਿਰ ਪ੍ਰੋਗਰਾਮ ਕੈਂਸਲ ਕਰਨੇ ਪੈ ਗਏ। ਜਿੱਥੇ ਇਹਨਾਂ ਨੇ ਗੇਟ ਵਾਲਾ ਰੱਖਣਾ ਸੀ ਉਹ ਉਦਘਾਟਨ ਜਾਂ ਨੀਂਹ ਪੱਥਰ ਉੱਥੇ ਵਕਤ ਤੋਂ ਪਹਿਲਾਂ ਹੀ ਆ ਗਏ। ਹੈਲੀਕਾਪਟਰ ਚੱਕਿਆ ਤੇ ਹੈਲੀਕਾਪਟਰ ਤੋਂ ਫਿਰ ਰਾਣੇ ਦੇ ਘਰੇ ਚਲੇ ਗਏ। ਸੋਢੀ ਦੇ ਰਾਣੇ ਸੋਢੀ ਦੇ ਘਰੇ ਜਾ ਕੇ ਜਦੋਂ ਗੱਲ ਕਰਨੀ ਸ਼ੁਰੂ ਕਰਤੀ ਮੁਲਾਜ਼ਮ ਉੱਥੇ ਵੜ ਗਏ, ਕਿਉਂਕਿ ਉੱਪਰ ਉਹਨਾਂ ਦੀ ਹਾਈ ਕਮਾਂਡ ਦੀਆਂ ਹਦਾਇਤਾਂ ਆ ਗਈਆਂ ਸੀ ਕਿ ਭਾਈ ਆਪਣੀ ਇਹ ਗੱਲ ਨਹੀਂ ਸੁਣਦੇ, ਉਹਨੇ ਇਹਨੂੰ ਸੁਣਾਓ ਫਿਰ ਜਿਵੇਂ ਸੁਣਾਈ ਦੀ ਹੈ, ਜਿਵੇਂ ਸੁਣਾਉਂਦੀ ਆਪਦੇ ਤਰੀਕੇ ਨਾਲ। ਹਾਂਜੀ, ਉਹ ਹੁਣ ਸਾਰੀ ਸਟੇਟ ਦੇ ਵਿੱਚ ਐਕਟਿਵ ਹੋ ਗਏ। ਜਿੱਥੇ ਵੀ ਕੋਈ ਸਰਕਾਰੀ ਬੰਦਾ ਆਉਂਦਾ ਉਸੇ ਨੂੰ ਉਹ ਘੇਰ ਲੈਂਦੀ ਹੈ। ਅੱਜ ਡਿਪਟੀ ਸੀਐਮ ਤੇ ਟਰਾਂਸਪੋਰਟ ਮੰਤਰੀ ਘੇਰ ਲਏ ਮੁਕਤਸਰ। ਉਹ ਤਾਂ ਜੇ ਪਹਿਲਾਂ ਆਪਾਂ ਮੁੱਖ ਮੰਤਰੀ ਨੂੰ ਨਿਪਟ ਲਈਏ ਫਿਰ ਬਾਕੀ ਇੱਧਰਲੇ ਪਾਸੇ ਵੀ ਆ ਜਾਣਗੇ। ਉਹ ਫਿਰ ਉੱਥੇ ਜਦੋਂ ਉੱਥੇ ਵੀ ਵੜ ਗਏ ਜੀ, ਉਹਦੇ ਘਰੇ ਰਾਣੇ ਦੇ ਘਰੇ ਵੀ ਵੜ ਗਏ ਜਿਹੜੇ ਮੁਜ਼ਾਹਰਾਕਾਰੀ ਸੀ। ਮੁੱਖ ਮੰਤਰੀ ਸਾਹਿਬ ਕਹਿੰਦੇ ਤੁਹਾਨੂੰ ਜਿਹੜਾ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਸਾਨੂੰ ਵੀ ਹੱਕ ਹੈ, ਮਾੜਾ ਪਰੇ ਹੋ ਕੇ ਕਰ ਲਓ। ਉਹ ਆਦੇ ਨਾ ਜੀ ਇਹ ਨਹੀਂ ਹੋ ਸਕਦਾ। ਉੱਥੇ ਜੀ ਫਿਰ ਤੂਤ ਰੱਖ ਕੇ ਹੋਈ, ਲਾਲਾ ਹੋਈ। ਇੱਕ ਥਾਂ ਦਾ ਮੁੱਖ ਮੰਤਰੀ ਨੂੰ ਗੱਡੀਆਂ ਬਦਲ ਕੇ ਭੱਜਣਾ ਪਿਆ। ਅੱਛਾ ਜੀ, ਇਹ ਹਾਲਤ ਹੋਈ ਦੀ ਹੈ। ਉਧਰੋਂ ਅੰਮ੍ਰਿਤਸਰ ਦੇ ਵਿੱਚ ਵੀ ਤੁਰੇ ਫਿਰਦੇ ਆ ਵੀ ਜਿੱਧਰ ਨੂੰ ਸਿੱਧੂ ਸਾਹਿਬ ਜਾਂਦੇ ਆ ਲੋਕ ਉਸ ਪਾਸੇ ਨੂੰ ਹੋ ਲੈਂਦੇ ਆ। ਅੱਜ ਤੁਸੀਂ ਦੱਸਦੀ ਮੁਕਤਸਰ ਵਾਲੀ ਗੱਲ। ਮੁਕਤਸਰ ਡਿਪਟੀ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਕੋਲੇ ਗਹਿਰਾ ਵਿਭਾਗ ਆ ਉਹ ਵੀ ਆ ਰਹੇ ਸੀ ਜੀ, ਨਾਲ ਟਰਾਂਸਪੋਰਟ ਮੰਤਰੀ ਕਿਉਂਕਿ ਲੋਕਲ ਆ ਉਹਨਾਂ ਦੇ ਨਾਲ ਹੀ ਆਉਣਾ ਸੀਗਾ। ਉਹਨਾਂ ਨੇ ਕੋਈ ਮੀਟਿੰਗ ਹੋਣੀ ਹੈ, ਇਲਾਕਾ ਉਹਨਾਂ ਦਾ ਜੀ, ਉਹਨਾਂ ਦਾ ਇਲਾਕਾ ਹੈ। ਤੇ ਉੱਥੇ ਹੋਇਆ ਇਹ ਜੀ ਵੀ ਲੋਕ ਜਿਹੜੇ ਅੰਦੋਲਨਕਾਰੀ ਸੀ, ਪ੍ਰਬੰਧ ਤਾਂ ਬਹੁਤ ਕੀਤੇ ਸੀ ਪੁਲਿਸ ਨੇ, ਪਰ ਹੁਣ ਕਿ ਸਾਡਾ ਦੇ ਸਾਹਮਣੇ ਕਿੱਥੇ ਰੁਕਦੇ ਨਿੱਕੇ ਮੋਟੇ ਪ੍ਰਬੰਧ। ਉਹ ਭੱਜ ਕੇ ਜਦੋਂ ਅੱਗੇ ਆਏ, ਉਹਨਾਂ ਨੂੰ ਲੜਕਿਆਂ ਨੂੰ ਚੱਕ ਕੇ ਪਾਸੇ ਸਿੱਟਿਆ, ਮੁਲਾਜ਼ਮਾਂ ਨੂੰ ਇੱਧਰ ਉੱਧਰ ਕੀਤਾ ਕਰਾਇਆ, ਪਰ ਨਹੀਂ ਗੱਲ ਬਣੀ ਨਹੀਂ। ਉਹ ਜਦੋਂ ਜ਼ਿਆਦਾ ਹੀ ਵਿਰੋਧ ਹੋ ਗਿਆ ਤੇ ਫਿਰ ਉਹਨੇ ਕਿਹਾ ਗੱਡੀਆਂ ਰੋਕ ਕੇ ਸਾਨੂੰ ਗੱਲ ਕਰ ਦਿਓ ਇਹਨਾਂ ਨਾਲ। ਜੋ ਗੱਲ ਕਰਨ ਵਾਲੀ ਤੇ ਉਹ ਗੱਲ ਕਰਦਾ ਤੇ ਗੱਲ ਕਾਫੀ ਵੱਧ ਗਈ। ਔਰ ਮੈਨੂੰ ਇਸ ਗੱਲ ਦੀ ਮਤਲਬ ਜਿਹੜੀ ਹੈ ਜੀ ਥੋੜੀ ਜੀ ਹੈਰਾਨੀ ਹੋਈ ਜੀ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਸਿੱਖੀ ਦੀ ਗੱਲ ਕਰਦੇ ਆ, ਉਹਨੂੰ ਆਪਣੇ ਅੱਜ ਉਹ ਇੰਨੇ ਬੇਕਾਬੂ ਹੋ ਗਏ, ਗੱਲ ਤੂਤ ਰੱਖਦੇ ਕਰਨ ਲੱਗ ਗਏ ਜੀ। ਡਾਂਟਣ ਲਾ ਕੇ ਮੁਲਾਜ਼ਮ ਨੂੰ, ਇੱਥੋਂ ਤੱਕ ਡੀਸੀ ਨੂੰ ਬੁਲਾ ਕੇ ਕਹਿੰਦੇ ਨੇ ਤੇ ਦੇਖੋ ਵੀ ਛੁੱਟੀ ਕਿਹੜੇ ਲੈ ਕੇ ਆਏ ਨੇ, ਪ੍ਰਵਾਨਗੀ ਕਿਉਂ ਨਹੀਂ ਲਈ ਮਿਲਣ ਵਾਸਤੇ। ਉਹ ਆਂਦੇ ਜੀ 4.5 ਸਾਲ ਦੇ ਤੁਰੇ ਫਿਰਦੇ ਤੁਹਾਡੇ ਮਗਰ ਪ੍ਰਵਾਨਗੀ ਵਾਲੇ ਦੇ 4.5 ਸਾਲ ਹੀ ਗੱਲ ਛੱਡ ਜਾਂਦੇ, ਉਹਨੂੰ ਛੱਡੋ ਚਲੋ। ਹੁਣ ਛੱਡੋ ਕਿਉਂ ਗੱਲ ਜੀ? 4.5 ਸਾਲ ਦੇ ਵਿੱਚ ਅਮਰਿੰਦਰ ਸਿੰਘ ਕੱਲਾ ਮੁੱਖ ਮੰਤਰੀ ਦਾ ਨਹੀਂ ਸੀ, ਤੁਸੀਂ ਵੀ ਨਾਲ ਸੀ। ਜਿਹੜੀ ਕੈਬਨਿਟ ਪ੍ਰਣਾਲੀ ਹੈ, ਕੈਬਨਿਟ ਪ੍ਰਣਾਲੀ ਦੇ ਮੁਤਾਬਕ ਜਦੋਂ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਉਹਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਜੀ, ਬਿਲਕੁਲ। ਜੇ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਵੀ ਸਾਰੀ ਕੈਬਨਿਟ ਦੀ ਹੁੰਦੀ ਹੈ, ਜੇ ਕੋਈ ਮਤਲਬ ਖਨਾਮੀ ਹੁੰਦੀ ਹੈ ਉਹਦੇ ਪੱਲੇ ਬਦਨਾਮੀ ਪੈਣੀ ਹੁੰਦੀ ਹੈ ਤੇ ਉਹ ਵੀ ਸਾਰੀ ਕੈਬਨਿਟ ਦੇ ਪੈਂਦੀ ਹੈ। ਮੋਰ ਓਵਰ ਮੈਂ ਹੋਰ ਤੁਹਾਨੂੰ ਗੱਲ ਦੱਸਾਂ ਕਿ ਜਿਹੜੀ ਕਮੇਟੀ ਬਣੀ ਹੋਈ ਸੀ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਦੇ ਮਸਲੇ ਨਿਬੇੜਨ ਵਾਸਤੇ ਜੀ, ਉਸ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਸੀ। ਅੱਛਾ ਜੀ। ਉਸ ਕਮੇਟੀ ਨੇ ਸਿਫਾਰਿਸ਼ਾਂ ਕੀ ਕੀਤੀਆਂ ਦੇਖਣ ਵਾਲੀ ਗੱਲ। ਉਹ ਕਮੇਟੀ ਤਾਂ ਕਹਿੰਦੀ ਜੀ ਜਿਹੜੇ 10 ਸਾਲ ਪੁਰਾਣੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਰ ਦਿਓ ਤੇ ਕਰੋ ਵੀ ਉਹਨਾਂ ਨੂੰ ਪੱਕੇ, ਜਿਹੜੇ ਬੰਦੇ ਸਰਕਾਰ ਦੇ ਖਾਤੇ 'ਚ ਬੋਲਦੇ ਹੈ, ਜਿਹੜੇ ਨੀਮ ਸਰਕਾਰੀ ਅਦਾਰੇ ਨੇ, ਜਿਵੇਂ PITC ਹੋ ਗਈ, ਸਕੂਲ ਸਿੱਖਿਆ ਬੋਰਡ ਹੋ ਗਿਆ, ਜਾਂ ਜਿਵੇਂ ਜਿਹੜੀਆਂ ਐਜੂਕੇਸ਼ਨਲ ਸੁਸਾਇਟੀਆਂ ਹੋ ਗਈਆਂ, ਆਂਗਣਵਾੜੀ ਵਾਲੇ ਹੋ ਗਏ, ਜਿਹੜੇ ਇਸ ਤਰ੍ਹਾਂ ਦੇ ਹੈਗੇ EGS ਵਾਲੇ ਹੋ ਗਏ, ਜਿਹੜੇ ਇਹ ਮੁਲਾਜ਼ਮ ਕਹਿੰਦੇ ਇਹਨਾਂ ਤਾਂ ਹੈ ਨਹੀਂ। ਹੁਣ ਉਹ ਕਿਹੜਾ ਪਾਕਿਸਤਾਨ ਦੇ ਮੁਲਾਜ਼ਮ, ਤੁਹਾਡੇ ਮੁਲਾਜ਼ਮ ਹੈ ਤਾਂ ਇੱਥੋਂ ਦਾ ਹੀ, ਉਹਨਾਂ ਬਾਰੇ ਵੀ ਤਾਂ ਤੁਸੀਂ ਸੋਚਣਾ ਚਾਹੀਦਾ ਸੀ। ਸੋ ਹੁਣ ਉਹ ਹੈ ਜੀ, ਉਹਨਾਂ ਨੇ ਇਹ ਗੱਲ ਕਰ ਲਈ ਕਿ ਹੁਣ ਕਾਲੀ ਕਾਂਗਰਸੀ ਤਾਂ ਅਕਾਲੀ ਤੇ ਜਿਹੜੇ BJP ਵਾਲੇ ਤਾਂ ਗਏ ਪਾਸੇ ਜੀ, ਆਪ ਵਾਲੇ ਵੀ ਪਾਸੇ ਗਏ, ਹੁਣ ਦੋ ਹੱਥ ਕਾਂਗਰਸ ਨਾਲ ਕਰਨ ਲੱਗੇ। ਔਰ ਇਹਦੇ ਚ ਦਾਨੇਵਾਲ ਸਾਹਿਬ ਹੈ ਕਿ ਇਸ ਮੁਕਾਮ ਦੇ ਉੱਤੇ ਜਿਹੜਾ ਇੰਨਾ ਵਿਰੋਧ ਹੋ ਰਿਹਾ ਜੀ ਜੀ, ਤੇ ਇਸ ਵਿਰੋਧ ਨੂੰ ਕੰਟਰੋਲ ਕਰਨ ਦੀ ਬਜਾਏ ਕੋਈ ਤੁਸੀਂ ਪੋਜ਼ਿਟਿਵ ਸਟੈਪ ਲੈ ਲਓ। ਤੇ ਜੇ ਤੁਸੀਂ ਉਹਨਾਂ ਨੂੰ ਹਕੂਮਤ ਦੇ ਜ਼ੋਰ ਦੇ ਉੱਤੇ ਡਰਾਓਗੇ, ਧਮਕਾਓਗੇ, ਜਰਕਾਓਗੇ, ਕੁੱਟੋਗੇ, ਮਾਰੋਗੇ ਜੀ, ਤੇ ਉਹਦਾ ਜਿਹੜਾ ਹੈਗਾ
ਉਲਟ ਪ੍ਰਭਾਵ ਸਾਰੇ ਸਮਾਜ ਤੇ ਪਊਗਾ, ਲੋਕ ਖੜੇ ਹੋ ਜਾਣਗੇ ਤੁਹਾਡੇ ਖਿਲਾਫ। ਔਰ ਇਹ ਕੋਈ ਪਤਾ ਨਹੀਂ ਲੱਗਦਾ ਹੁੰਦਾ, ਸਰਕਾਰ ਰਿਪੀਟ ਕਰਦਿਆਂ ਕਿ ਯਾਰ ਕਿਤੇ ਨਾ ਇਹ ਕੀ ਹੋ ਗਿਆ। ਉਹ ਗਾਣਾ ਚੱਲਦਾ ਹੁੰਦਾ ਸੀ ਨਾ 70-72 ਦੇ ਵਿੱਚ, ਜਦੋਂ ਆਪਣਾ ਸਿਰਸਾ ਨਦੀ ਤੋਂ ਗੁਰੂ ਸਾਹਿਬ ਨਿਖੜ ਗਏ ਸੀ ਪਰਿਵਾਰ ਦੇ ਨਾਲੋਂ, ਛੋਟੇ ਸਾਹਿਬਜ਼ਾਦੇ ਨੀਹਾਂ ਚਿਣੇ ਗਏ ਸੀ, ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਸੀ, ਤੇ ਮਾਤਾ ਵੇਖਾ ਜਦੋਂ ਆਏ ਕਿ ਦੁਬਾਰਾ ਮਾਤਾ ਮੇਰੀ ਦੇਖਿਆ ਕੋਈ ਵੀ ਨਹੀਂ ਕੁਛ ਹੈ ਜੀ, ਤੇ ਉਹ ਫਿਰ ਉਹਨੇ ਨਰਿੰਦਰ ਬੀਬਾ ਜਾਂ ਸੁਰਿੰਦਰ ਕੌਰ ਉਹਨਾਂ ਦਾ ਗੀਤ ਹੁੰਦਾ ਸੀ, ਇਹ ਕੀ ਹੋ ਗਿਆ ਵੀ ਐਡਾ ਵੱਡਾ ਭਰਿਆ ਭੁਕੰਡਿਆ ਪਰਿਵਾਰ ਸੀ, ਆ ਹੋ ਕੀ ਗਿਆ। ਔਰ ਇਹਦਾ ਤੁਸੀਂ ਇੱਕੋ ਇੱਕ ਗੱਲ ਯਾਦ ਰੱਖੋ ਦਾਨੇਵਾਲੀਆ ਸਾਹਿਬ, ਕੱਲ ਕੀ ਹੋਇਆ ਕਿ ਕੱਲ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਪੈਰ ਜੋੜ ਕੇ ਸਲੂਟ ਵੱਜਦੇ ਹੁੰਦੇ ਸੀ, ਤੇ ਕੱਲ ਪਟਿਆਲੇ ਉਹਨੂੰ ਦਫ਼ਤਰ ਦੇ ਵਿੱਚ ਨਹੀਂ ਵੜਨ ਦੇ ਰਹੇ ਸੀ, ਉਹਨੂੰ ਰੋਕਿਆ ਹੋਇਆ ਸੀ। ਇਹ ਹਕੂਮਤਾਂ ਜਿਹੜੀਆਂ ਲੋਕਾਂ ਦੀਆਂ ਦਿੱਤੀਆਂ ਹੋਈਆਂ ਹੈ, ਆ ਜਿਹੜੇ ਟੌਰੇ ਲੱਗੇ ਆ ਨਾ ਮੰਤਰੀਆਂ ਵਾਲੇ, ਉਹਨਾਂ ਦੇ ਦਿੱਤੇ ਹੋਏ ਲੱਗੇ ਹੋਏ ਹੈ, ਤੇ ਜੇ ਲੋਕ ਨਾਰਾਜ਼ ਹੋ ਜਾਣ ਤਾਂ ਫਿਰ ਲੋਕ ਨਾ ਧਰਮ ਟਿਕਾਣੇ ਵੀ ਕਰ ਦਿੰਦੇ ਆ। ਹਾਂ, ਮੇਰੇ ਯਾਦ ਆ ਗਈ ਗੱਲ ਜਦੋਂ ਪ੍ਰਤਾਪ ਸਿੰਘ ਕੈਰੋਂ ਲੈ ਗਿਆ ਨਾ, ਤੇ ਉਹ ਲੈਣ ਤੋਂ ਬਾਅਦ ਜਲੰਧਰ ਤੁਰਿਆ ਜਾਵੇ ਜੀ, ਕਿਸੇ ਬੰਦੇ ਨੇ ਆ ਕੇ ਬੁਲਾਤੀ, ਸਤਿ ਸ੍ਰੀ ਅਕਾਲ ਕੈਰੋਂ ਸਾਹਿਬ, ਸਤਿ ਸ੍ਰੀ ਅਕਾਲ। ਉਹ ਕਹਿੰਦਾ ਭਾਈ ਪਛਾਣਿਆ ਨੂੰ ਤੂੰ ਕੌਣ ਹੈ? ਕਹਿੰਦਾ ਜਨਾਬ ਮੈਂ ਤੁਹਾਡਾ ਦਾਸ ਹਾਂ। ਕਹਿੰਦਾ ਕੰਜਰਾ ਤੂੰ ਕਿੱਥੇ ਅੱਗੇ ਆ ਗਿਆ? ਪਹਿਲਾਂ ਇੱਕ ਦਾਸ ਨੇ ਤੁਰਨ ਲਾਤਾ, ਕਿਉਂਕਿ ਦਾਸ ਕਮਿਸ਼ਨ ਬਣਿਆ ਸੀ ਜਿਹਨੇ ਕੈਰੋਂ ਦੇ ਖਿਲਾਫ ਰਿਪੋਰਟ ਦਿੱਤੀ। ਕਹਿੰਦਾ ਇੱਕੋ ਹੀ ਦਾਸ ਵਾਧੂ ਪਿਆ ਸੀ, ਕਹਿੰਦਾ ਕਾਰ ਤੋਂ ਲੈ ਕੇ ਤੁਰਨ ਲਾਤਾ, ਦੂਜਾ ਆ ਗਿਆ ਕਿਧਰੋਂ ਮੇਰੇ ਮੱਥੇ 'ਚ ਵੱਜਿਆ। ਇਹ ਜਿਹੜੇ ਦਾਸ ਹੈ ਨਾ ਜੀ, ਲੋਕਾਂ ਨੂੰ ਦਾਸ ਸਮਝਦੇ ਤੁਸੀਂ, ਇਹ ਦਾਸ ਤੁਹਾਨੂੰ ਆਟੇ ਦਾਣੇ ਦਾ ਭਾਅ ਲਗਾ ਦੇਣਗੇ। ਬਸ ਸੋਚੋ ਕਿ ਇਕੱਲੇ ਕਾਲੀਗਣ ਤੇ ਭਾਜਪਾਈਆਂ ਨੂੰ ਰੋਕਦੇ ਸੀ, ਹੁਣ ਵਾਰੀ ਤੁਹਾਡੀ ਆਈ ਹੈ ਤੇ ਹੁਣ ਤੁਹਾਡੇ ਨਾਲ ਹਿਸਾਬ ਕਰਦੇ ਹੋ। ਕਰਨਗੇ ਜੀ, ਅਗਲੇ ਕਰਨਗੇ। ਅੱਜ ਤਾਂ ਉਹ ਜਿਵੇਂ ਡਿਪਟੀ ਸੀਐਮ ਸਭ ਘਾਬਰਦੇ ਸੀ, ਐ ਘਾਬਰਿਆ ਨਹੀਂ ਨਾ ਗੱਲਾਂ ਬਣਨੀਆਂ। ਹੁਣ ਸੁਣਨਾ ਵੀ ਇਹ ਚੰਗਾ ਹੀ ਨਹੀਂ ਲੱਗਦਾ। ਤੁਸੀਂ ਮਾਲਕ ਹੋ, ਤੁਸੀਂ ਚਲਾਉਣਾ ਉਹਨਾਂ ਨੂੰ, ਤੁਸੀਂ ਡਰਾਉਣਾ ਥੋੜਾ ਹੈ। ਇਹ 4-4.5 ਸਾਲ ਦਾ ਉਹ ਕਹਿੰਦੇ ਅਸੀਂ ਲੰਘਦੇ ਫਿਰਦੇ ਆ, ਤਾਂ ਤੁਸੀਂ ਆਪਣੇ ਮੈਨੀਫੈਸਟੋ 'ਚ ਪਾਇਆ ਸੀ। ਪੁੱਛੋ ਤੁਹਾਡੇ ਰਾਜੀਵ ਗਾਂਧੀ ਨੂੰ, ਰਾਹੁਲ ਗਾਂਧੀ ਨੂੰ ਪੁੱਛੋ ਡਾਕਟਰ ਮਨਮੋਹਨ ਸਿੰਘ ਨੂੰ ਪੁੱਛੋ, ਮਨਪ੍ਰੀਤ ਸਿੰਘ ਬਾਦਲ ਨੂੰ, ਬੀਬੀ ਭੱਠਲ ਨੂੰ ਪੁੱਛੋ ਕਿ ਗੱਲਾਂ ਪਾਈਆਂ ਕਿ ਅਸੀਂ ਮੈਨੀਫੈਸਟੋ 'ਚ। ਉਹ ਬਾਹਰੋਂ ਤਾਂ ਕੁਛ ਨਹੀਂ ਮੰਗਦੇ, ਉਹ ਤਾਂ ਕਹਿੰਦੇ ਜੋ ਕੁਛ ਤੁਸੀਂ ਮੈਨੀਫੈਸਟੋ 'ਚ ਪਾਇਆ ਸਾਡੇ ਨਾਲ ਵਾਅਦੇ ਕੀਤੇ ਉਹ ਪੂਰੇ ਕਰੋ, ਉਹੀ ਦੇ ਦਿਓ ਬਸ, ਹੋਰ ਨਹੀਂ ਅਸੀਂ ਵੱਧ ਮੰਗਦੇ, ਉਹ ਦੇ ਦਿਓ। ਹੁਣ ਇਹ ਠੀਕ ਹੈ ਕਿ ਆਪਾਂ ਇੱਕੋ ਗੱਲ ਕਰ ਲਓ ਜੀ, ਬੇਅਦਬੀ ਆਪਣੀ ਕੰਧ ਤੇ ਬੇਅਦਬੀ ਵੱਡਾ ਮੁੱਦਾ ਹੈ, ਨਸ਼ੇ ਵੱਡਾ ਮੁੱਦਾ ਹੈ, ਉਹਦੇ ਨਾਲ ਵੀ ਜਵਾਨੀ ਬਰਬਾਦ ਹੋ ਰਹੀ ਹੈ, ਲੇਕਿਨ ਉਹਦਾ ਜਵਾਨੀ ਵੀ ਬਰਬਾਦ ਹੋ ਰਹੀ ਹੈ ਤੇ ਜਵਾਨੀ ਦੀਆਂ ਨੂੰ ਜਿਹੜੇ ਪਾਲਣ ਵਾਲੇ ਉਹ ਵੀ ਬਰਬਾਦ ਹੋ ਰਹੇ ਹੈ। ਘਰਾਂ ਦੇ ਵਿੱਚ ਉਹਨਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਹੋ ਗਿਆ, ਆਹ ਹਾਲਤ ਹੋਈ ਪਈ ਹੈ। ਬਿਲਕੁਲ, ਬਹੁਤ ਭੈੜਾ ਹਾਲ ਹੈ ਜੀ। ਐਵੇਂ ਲੱਗਦਾ ਗੱਲਾਂ ਕਰਨੀਆਂ ਸਿਖਾਲੀਆਂ ਨੇ, ਜਦੋਂ ਬੇਰੁਜ਼ਗਾਰੀ ਬਹੁਤ ਵੱਡਾ ਚੀਜ਼ ਹੈ, ਦਿਲ ਧੜਕੂ ਲੱਗ ਜਾਂਦਾ, ਢਿੱਡ ਕੰਬਣ ਲੱਗ ਪੈਂਦਾ। ਉਹ ਘਰੋਲੇ ਨਹੀਂ ਪੈਂਦੇ ਹੁੰਦੇ ਜਦੋਂ ਡਰ 'ਚ ਉਹ ਗੱਲਾਂ ਹੋ ਜਾਂਦੀਆਂ, ਬੰਦਾ ਉੱਠ ਵਾਸ਼ਰੂਮ 'ਚ ਜਾਂਦਾ। ਪਰ ਸਿੱਧੂ ਮੋਰਚਾ ਹੀ ਨਹੀਂ ਬੰਦ ਕਰਦਾ, ਉਹ ਤਾਂ ਫੌਜੀਆਂ ਵਾਂਗੂ ਪੱਟੀ ਰੱਖਦਾ। ਮੈਨੂੰ ਲੱਗਦਾ ਜੀ ਐਤਕੀ ਨੇ ਨਾ ਬੰਦ ਕਰਨ ਵਾਲਾ ਫੈਸਲਾ ਕਰ ਲਿਆ। ਅੱਛਾ, ਮੇਰੀ ਕਿਸੇ ਚੰਡੀਗੜ੍ਹ ਲੀਡਰ ਨਾਲ ਕਾਂਗਰਸ ਦੇ ਨਾਲ ਗੱਲ ਹੋਈ, ਮੈਂ ਕਿਹਾ ਵੀ ਕੀ ਬਣਦਾ? ਉਹ ਕਹਿੰਦੇ ਵੀ ਅਸੀਂ ਹਾਈ ਕਮਾਂਡ ਵਾਲਿਆਂ ਨੂੰ ਕਿਹਾ ਸੀ ਕੁਛ ਕਰੋ। ਕਹਿੰਦੇ ਯਾਰ ਜੋ ਸਿੱਧੂ ਸਾਹਿਬ ਇੱਥੇ ਆਉਂਦੇ ਸਾਡੇ ਨਾਲ ਤਾਂ ਸਾਰੀ ਗੱਲ ਤੋਂ ਸਹਿਮਤ ਹੋ ਜਾਂਦੀ ਹੈ, ਤੇ ਫਿਰ ਪੰਜਾਬ ਜਾ ਕੇ ਕੀ ਹੋ ਜਾਂਦਾ ਹੈ? ਹੁਣ ਪੰਜਾਬ ਹੈ ਕਿ ਪੰਜਾਬ ਦਾ ਜਿਹੜੀ ਕੁਰਸੀ ਮੁੱਖ ਮੰਤਰੀ ਦੀ ਇੱਕ ਹੈ ਤੇ ਦਾਅਵੇਦਾਰ ਤਾਂ ਉਹਦੀ ਬਾਹਲੀ ਹੋ ਗਈ। ਚੰਨੀ ਸਾਹਿਬ ਨੇ ਕੱਲ ਮੁੱਖ ਮੰਤਰੀ ਦੇ ਸਾਹਮਣੇ ਕਹਿਤਾ, ਉਹ ਕਹਿੰਦੇ ਜੀ ਮਤਲਬ ਹੈ ਕੋਈ ਇੱਥੇ ਦਿੱਲੀ ਮਾਰਕਾ ਨਹੀਂ ਚੱਲਣਾ, ਵੀ ਇੱਥੇ ਦਿੱਲੀ ਮਾਡਲ ਨਹੀਂ ਚੱਲਣਾ, ਨਾ ਗੁਜਰਾਤ ਮਾਡਲ ਚੱਲਣਾ ਹੈ, ਇੱਥੇ ਤਾਂ ਹੁਣ ਚੱਲੂ ਤਾਂ ਚੰਨੀ ਮਾਡਲ ਚੱਲੂ ਜੀ। ਜੇ ਚੰਨੀ ਮਾਡਲ ਚੱਲੂ ਤੇ ਦਾਨੇਵਾਲੀਆ ਸਾਹਿਬ ਫਿਰ ਪੰਜਾਬ ਮਾਡਲ ਦਾ ਕੀ ਬਣੂਗਾ? ਪੰਜਾਬ ਮਾਡਲ ਦਾ ਸਿੱਧੂ ਸਾਹਿਬ ਦਾ, ਉਹ ਹਰ ਥਾਂ ਦੇ ਉੱਤੇ ਜਦੋਂ ਸਿੱਧੂ ਸਾਹਿਬ ਆਪਣੇ ਜੇ ਚੰਨੀ ਸਾਹਿਬ ਕੋਈ ਸਕੀਮ ਯੋਜਨਾ ਐਲਾਨਣ ਦਾ ਐਲਾਨ ਕਰਦੇ ਹੈ ਤੇ ਨਾਲ ਦੀ ਨਾਲ ਹੀ ਸਿੱਧੂ ਸਾਹਿਬ ਫਿਰ ਉਹਦੇ ਉਲਟ ਕੁਛ ਕਰਦੇ ਜੀ। ਜਿੱਦਣ ਮੰਤਰੀ ਮੰਡਲ ਬਣਿਆ, ਵਜ਼ੀਰਾਂ ਨੂੰ ਤਨਖਾਹ ਆਪਣੀ ਸਹੁੰ ਚੁਕਾਈ ਜਾ ਰਹੀ ਸੀ, ਉਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ। ਫਿਰ ਕਿੰਨੀ ਮੰਗ ਖਪਾਈ ਉਹ ਵਾਪਸੀ ਤੇ ਹੋਣ ਤੇ ਲੱਗੀ। ਫਿਰ ਆ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਨੇ ਕੁਝ ਐਲਾਨ ਕੀਤੇ ਸੀਗੇ, ਜਿੱਦੇ ਬਿਜਲੀ ਜਾਰੀ ਕੀਤੀ ਹੈ ਜੀ, ਸਸਤੀ ਕਰਤੀ ਫਲਾਨੀ, ਕਹਿੰਦੇ ਪੈਸੇ ਕਿੱਥੋਂ ਲੈ ਕੇ ਆਉਂਗੇ? ਸਵਾਲ ਤਾਂ ਉਹਨਾਂ ਦਾ ਠੀਕ ਹੈ ਵੀ ਪੈਸੇ ਕਿੱਥੋਂ ਲੈ ਕੇ ਆਉਂਗੇ ਜੀ, ਪਰ ਇਹ ਉਦੋਂ ਹੀ ਕਿਉਂ ਕਰਦੇ ਆ? ਇੱਕ ਟਵੀਟ ਆ ਜਾਂਦਾ, ਦੂਜਾ ਟਵੀਟ ਆ ਜਾਂਦਾ। ਕੱਲ ਆਪਾਂ ਗੱਲ ਕੀਤੀ ਸੀ ਥੋੜੀ ਜੀ ਵੀ ਆਮਣੋ ਸਾਹਮਣੇ ਵਾਲੀ ਗੱਲ ਹੋ ਗਈ, ਇੱਕੋ ਸਟੇਜ ਦੇ ਉੱਤੇ ਉਹ ਕਹਿੰਦੇ ਮੈਂ ਤਾਂ ਬੰਦੋਬਸਤ ਰੱਖੂਗਾ। ਅੱਜ ਫਿਰ ਅੰਮ੍ਰਿਤਸਰ 'ਚ ਬੋਲ ਪਏ। ਅੱਛਾ, ਅੱਜ ਅੰਮ੍ਰਿਤਸਰ 'ਚ ਬੋਲ ਪਏ ਜੀ, ਕਹਿੰਦੇ ਇੱਕ ਪੁਰਾਣਾ ਪ੍ਰਧਾਨ ਹੁੰਦਾ ਸੀ, ਪੁਰਾਣੇ ਪ੍ਰਧਾਨ ਨੇ ਕਹਿੰਦੇ ਕਦੇ ਕੀਤੀਆਂ ਗੱਲਾਂ ਜਿਹੜੀਆਂ ਮੈਂ ਕਰਦਾ। ਅੱਛਾ, ਜਿਹੜੇ ਮੁੱਦੇ ਮੈਂ ਉਠਾਏ ਆ ਕਦੇ ਉਠਾਏ ਸੀ, ਉਹ ਪੁਰਾਣਾ ਪ੍ਰਧਾਨ ਕਹਿੰਦੇ ਬੜਾ ਟਵੀਟ ਹੋ ਰਿਹਾ ਅੱਜ ਕੱਲ ਜ਼ੋਰ ਲਾ ਕੇ, ਤੇ ਉਹ ਕਿਹਦੇ ਤੇ ਨਿਸ਼ਾਨਾ ਲਾਇਆ ਜੀ? ਉਹਦੇ ਤੇ ਨਿਸ਼ਾਨਾ ਲਾਇਆ ਸੁਨੀਲ ਜਾਖੜ ਤੇ ਹੀ ਲੱਗਣਾ, ਹੋਰ ਕਿਤੇ ਲੱਗਣਾ। ਅਗਲੀ ਗੱਲ ਦਾਨੇਵਾਲੀਆ ਸਾਹਿਬ ਨੂੰ ਯਾਦ ਕਰੋ, ਰੀਕਾਲ ਕਰੋ ਤੁਸੀਂ ਆਪਣੀ ਯਾਦ ਸ਼ਕਤੀ ਨੂੰ।
ਜਿੱਦਣ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਸੀ, ਤੋਂ ਫੈਸਲਾ ਹੋ ਗਿਆ ਸੀ, ਇਹ ਕਹਿੰਦਾ ਸੀ ਕਿ ਤੁਸੀਂ ਲੀਡਰਸ਼ਿਪ ਨੂੰ ਮਨਾ ਕਰੋ ਕਰੀ ਜਾ ਕੇ। ਸਭ ਤੋਂ ਪਹਿਲਾਂ ਸਿੱਧੂ ਸਾਹਿਬ ਪੰਚਕੂਲਾ ਕਿਹਦੇ ਘਰੇ ਜਾਂਦੇ ਆ? ਸੁਨੀਲ ਜਾਖੜ ਦੀ ਜੀ। ਸੁਨੀਲ ਜਾਖੜ ਦੇ ਜਾ ਕੇ ਜੱਫੀਆਂ ਪੈਂਦੀਆਂ ਆਪਸ ਵਿੱਚ ਇੱਕ ਦੂਜੇ ਨਾਲ, ਔਰ ਆਉਂਦੇ ਆ। ਤੇ ਆਪਾਂ ਨੂੰ ਇਹ ਵੀ ਯਾਦ ਆ ਕਿ ਜਿੱਦੇ ਸਿੱਧੂ ਸਾਹਿਬ ਨੇ ਚਾਰਜ ਸੰਭਾਲਿਆ ਜੀ, ਉਹਦੇ ਸਭ ਤੋਂ ਜੇ ਆਪਾਂ ਦੇਖੀਏ ਜਿਸ ਤਕਰੀਰ ਦਾ ਲੋਕਾਂ ਦੇ ਵਿੱਚ ਜ਼ਿਕਰ ਹੁੰਦਾ ਸੀ, ਸਭ ਤੋਂ ਵੱਧ ਤਕਰੀਰ ਕੀਤੀ ਸੀ ਉਹ ਜਾਖੜ ਸਾਹਿਬ ਦੀ ਸੀ। ਕਿਉਂਕਿ ਲੜਾਈ ਤਾਂ ਅਮਰਿੰਦਰ ਸਿੰਘ ਨਾਲ ਸੀ ਤੇ ਸਜ਼ਾ ਉਸ ਬੰਦੇ ਨੂੰ ਦਿੱਤੀ। ਹੁਣ ਸਿੱਧੂ ਸਾਹਿਬ ਨੇ ਅੱਜ ਉਹਨਾਂ ਦੇ ਖਿਲਾਫ ਵੀ ਮਤਲਬ ਟਵੀਟ ਕਰਤਾ, ਕਰ ਜਵਾਬ ਤਾਂ ਉਹਨਾਂ ਨੇ ਵੀ ਮਕੂਲ ਜਿਹਾ ਦਿੱਤਾ ਹੈ। ਪਰ ਇਹਦੇ ਨਾਲ ਹੁਣ ਦੇਖੋ, ਮੈਨੂੰ ਇਹ ਲੱਗਦੀ ਹੈ ਕਿ ਜਿਹੜੇ ਕੇਜਰੀਵਾਲ ਸਾਹਿਬ ਵਾਰ-ਵਾਰ ਪੰਜਾਬ ਜਿਹੜੇ ਮਾਰਦੇ ਤੇ ਕਹਿੰਦੇ ਆ ਕਿ ਮੁੱਖ ਮੰਤਰੀ ਦਾ ਟਾਈਮ ਨਹੀਂ ਆਇਆ, ਐਲਾਨ ਕਰਾਂਗੇ। ਐਲਾਨ ਕੋਈ ਕਲੱਲਾ ਜਿਹਾ ਹੀ ਲੱਗਦਾ ਹੋਣ ਵਾਲਾ ਹੈ। ਇਹਦੇ ਹੁਣ ਜੇ ਆਪਾਂ ਇਮਕਾਨਾਤ ਦੇਖੀਏ ਨਾ, ਤਾਂ ਇਹ ਪਤਾ ਲੱਗਿਆ ਵੀ ਜਿੱਦੇ ਦਾ ਇਹ ਸਾਰਾ ਕੁਛ ਹੋਇਆ, ਅਮਰਿੰਦਰ ਸਿੰਘ ਨੇ ਪਾਰਟੀ ਆਪਦੀ ਅੱਡ ਬਣਾ ਲਈ, ਉਹ ਪਾਸੇ ਨਿਕਲ ਗਿਆ। ਜਿਹੜੇ ਭਾਜਪਾ ਭਰਾ ਹੈ ਉਹ ਵੀ ਪਾਸੇ ਹੋਏ ਬੈਠੇ ਹੈ ਜੀ। ਇੱਕ ਤਾਂ ਕੇਂਦਰ ਦੇ ਵਿੱਚ ਲੜਾਈ ਛਿੜੀ, ਉਹ 6 ਫਾਰ ਜਸਟਿਸ ਵਾਲੀ। ਬਾਜੇ ਦੇ ਕੇਂਦਰ ਦੇ ਵਿੱਚ ਲੜਾਈ ਜਿਹੜੀ ਛਿੜੀ ਹੋਈ ਹੈ ਉਹ 6 ਫਾਰ ਜਸਟਿਸ ਵਾਲੀ, ਕਿਉਂਕਿ 6 ਫਾਰ ਜਸਟਿਸ ਦਾ ਜਿਹੜਾ ਸਭ ਤੋਂ ਵੱਡਾ ਲੀਡਰ ਹੈ ਉਹਦਾ ਨਾਂ ਗੁਰਪਤਵੰਤ ਸਿੰਘ ਪੰਨੂ ਹੈ। ਉਹਨਾਂ ਦੇ ਦੂਜੇ ਨੰਬਰ ਦਾ ਹੈਗਾ ਜਿਹੜਾ ਨਾਂ ਉਹ ਅਵਤਾਰ ਸਿੰਘ ਪੰਨੂ ਹੈ। ਅਵਤਾਰ ਸਿੰਘ ਪੰਨੂ ਦਾ ਜਿਹੜਾ ਭਰਾ ਹੈ ਬਲਵਿੰਦਰ ਸਿੰਘ ਪੰਨੂ, ਉਹਨੂੰ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਤਾ। ਔਰ ਉਹਦੇ ਤੇ ਹੁਣ ਬੋਲੀ ਜਾਂਦਾ ਆਪਣਾ ਤੁਹਾਡਾ ਅਸ਼ਵਨੀ ਸ਼ੇਖੜੀ ਜੀ। ਉਹ ਕਹਿੰਦਾ ਜੀ ਸਾਡੇ ਪ੍ਰਧਾਨ ਦੇ ਤਾਂ ਜਿਹੜੇ ਮਤਲਬ ਜੇ ਹਿੰਦੁਸਤਾਨ ਨੂੰ ਤੋੜਨ ਵਾਲੇ ਲੋਕ ਆ ਉਹਨਾਂ ਨਾਲ ਤਾਲੁਕਾਤ ਹੈ। ਇਹਦੀ ਆਪਣੇ ਪ੍ਰਧਾਨ ਕਹਿੰਦੇ ਉਹ ਆਪਣੇ ਨੂੰ ਤ੍ਰਿਪਤ ਬਾਜਵਾ ਜੀ ਕਹਿੰਦੇ ਵੀ ਇਹਨਾਂ ਦੇ ਤਾਂ ਉਹਨਾਂ ਨਾਲ ਤਾਂ 6 ਫਾਰ ਜਸਟਿਸ ਨਾਲ ਜੁੜੇ ਹੋਏ ਵੀ ਹੈ। ਫਿਰ ਉਹਨਾਂ ਨੇ ਇੱਕ ਮਿਸਾਲ ਦਿੱਤੀ ਕਿ ਰਾਜੀਵ ਗਾਂਧੀ ਦੇ ਦੌਰ 'ਚ 85 ਦੇ ਵਿੱਚ ਸਾਡੇ 2 ਲੀਡਰਾਂ ਦੀ ਤਸਵੀਰ ਕਿਸੇ ਜਿਹੜੇ ਖਾੜਕੂ ਦੇ ਪਰਿਵਾਰਕ ਮੈਂਬਰ ਨਾਲ ਆ ਗਈ ਸੀ ਜੀ। ਤੇ ਉਹਨੇ ਕਹਿੰਦਾ ਨਾਲੇ ਉਹਦਾ ਝੋਟਾ ਤੇ ਨਾਲੇ ਟਿਕਟਾਂ ਕੱਟਦੀਆਂ ਸੀ। ਉਹ ਕਹਿੰਦਾ ਵੀ ਇਹ ਵੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਜੋ ਤਾਂ ਮੰਨ ਗਿਆ, ਇਹਨੇ ਆਪ ਨੈਸ਼ਨਲ ਮੀਡੀਆ ਤੇ ਕਹਿਦਾ ਹਾਂ ਉਹਨੂੰ ਬਲਵਿੰਦਰ ਸਿੰਘ ਨੂੰ ਮੈਂ ਬਣਵਾਇਆ ਜੀ। ਇਹ ਲੜਾਈ ਉਧਰ ਚੱਲੀ ਜਾਂਦੀ ਹੈ। ਤੇ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਹਰੀਸ਼ ਚੌਧਰੀ ਜਿਹੜਾ ਜਾਖੜ ਦੇ ਘਰੇ ਗਿਆ ਸੀ ਜੀ, ਲੰਬਾ ਸਮਾਂ ਬੈਠਾ ਰਿਹਾ। ਜਾਖੜ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਜਾਖੜ ਸਾਹਿਬ ਆ ਜਾਓ, ਕੋਈ ਨਹੀਂ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੰਦੇ ਆ। ਉਹ ਆਦਾ ਜੀ ਨਾ 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 ਨਾ, ਮੈਂ ਰਹੂੰ ਕਾਂਗਰਸੀ, ਸੇਵਾ ਕਾਂਗਰਸ ਦੀ ਕਰਦਾ ਰਹੂੰਗਾ, ਪਰ ਉਹਦਾ ਕੋਈ ਨਹੀਂ ਕਰਦਾ ਜੀ। ਹੁਣ ਇਹ ਜਿਹੜੀ ਹੈ ਵੀ ਜਾਖੜ ਕਿਵੇਂ ਯਾਦ ਆ ਗਿਆ? ਜਦੋਂ ਜਾਖੜ ਨੂੰ ਪ੍ਰਧਾਨਗੀ ਤੋਂ ਲਾਇਆ, ਉਦੋਂ ਜਾਖੜ ਨੂੰ ਬਰਿਆਉਣ ਵਾਸਤੇ ਹਵਾਈ ਅੱਡੇ ਤੇ ਚੰਡੀਗੜ੍ਹ ਕਿਹਨੇ ਬੁਲਾਇਆ ਸੀ? ਰਾਹੁਲ ਗਾਂਧੀ ਨੇ ਤੇ ਉਹਦੀ ਭੈਣ ਪ੍ਰਿੰਕਾ ਗਾਂਧੀ ਨੇ ਬੁਲਾਇਆ ਸੀ। ਜਾਖੜ ਨੂੰ ਜਹਾਜ਼ 'ਚ ਬਹਾ ਕੇ ਦਿੱਲੀ ਵੀ ਲੈ ਗਏ ਜੀ। ਜਾਖੜ ਦਾ ਨਾਮ ਵੀ ਚਲਾਤਾ ਵੀ ਤੈਨੂੰ ਮੁੱਖ ਮੰਤਰੀ ਬਣਾ ਦਾਂਗੇ, ਲੋਲੀਪੌਪ ਦੇਤਾ। ਵਧਾਈਆਂ ਵਧੂਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਸੀ, ਕੁਛ ਲੋਕਾਂ ਨੇ ਵਧਾਈਆਂ ਵੀ ਦੇ ਦਿੱਤੀਆਂ ਸੀ ਜੀ। ਲੇਕਿਨ ਮਗਰੋਂ ਸਾਰਾ ਕੁਛ ਕੱਢਤਾ। ਬਣਾਉਣ ਵਾਸਤੇ ਰਾਹੁਲ ਗਾਂਧੀ ਗਿਆ ਸੀ ਤੇ ਦੁਬਾਰਾ ਫੇਰ ਨਿਰਾਸ਼ ਹੋ ਕੇ ਘਰੇ ਬਹਿ ਗਿਆ। ਕਾਂਗਰਸ ਪਾਰਟੀ ਦੇ ਕਿਸੇ ਸਮਾਗਮ 'ਚ ਨਹੀਂ ਜਾਂਦਾ ਜੀ। ਤੇ ਹਰੀਸ਼ ਚੌਧਰੀ ਕਿਉਂ ਜਾ ਰਿਹਾ ਹੈ? ਇਹਦੇ 2 ਕਾਰਨ ਹੈ। ਇੱਕ ਕਾਰਨ ਤਾਂ ਇਹਦਾ ਇਹ ਹੈ ਕਿ ਜਿਹੜਾ ਹਿੰਦੂ ਭਾਈਚਾਰਾ ਉਹਦੇ 'ਚ ਪ੍ਰਭਾਵ ਕਾਂਗਰਸ ਦੇ ਉਲਟ ਜਾਣਾ ਸ਼ੁਰੂ ਹੋ ਗਿਆ। ਅੱਛਾ ਜੀ। ਇੱਕ ਤਾਂ ਉਹਦੀ ਪੂਰਤੀ ਕਰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਇਹ ਕਰੀਏ, ਕਿਉਂਕਿ ਆ 6 ਫਾਰ ਜਸਟਿਸ ਵਾਲੀ ਗੱਲ ਹੋਰ ਕਈ ਗੱਲਾਂ ਨਾਲ ਮਿਲ ਕੇ ਉਹ ਲੱਗਦਾ ਕਿ ਇਹਦਾ ਜਿਵੇਂ ਸਾਰੀ ਦੀ ਸਾਰੀ ਹਿੰਦੂ ਭਾਈਚਾਰੇ ਨੂੰ ਇਗਨੋਰ ਕਰਤਾ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਭਵਨ ਦੇ ਵਿੱਚ ਨਵੀਂ ਸੰਸਥਾ ਹੋਣ ਵਿੱਚ ਆਈ ਹੈ, ਸੰਯੁਕਤ ਹਿੰਦੂ ਮੰਚ ਮੋਰਚਾ। ਅੱਛਾ ਜੀ। ਅਸ਼ਵਨੀ ਸ਼ੇਖੜੀ ਦਾ ਪ੍ਰਧਾਨ ਬਣਿਆ ਹੋਇਆ। ਉਹ ਵੀ ਕਹਿੰਦੇ ਵੀ ਸਾਡੇ ਨਾਲ ਵਿਤਕਰਾ ਹੁੰਦਾ ਹਿੰਦੂਆਂ ਨਾਲ ਜੀ। ਇਹ ਸਾਨੂੰ ਤਾਂ ਇਗਨੋਰ ਕੀਤਾ ਜਾ ਰਿਹਾ। ਜਿਹੜੇ ਤ੍ਰਿਪਤ ਬਾਜਵਾ ਦੇ ਰੂਪ ਦੇ ਵਿੱਚ ਉਹਨੇ ਕਿਹਾ ਕਿ ਸਿੱਖ ਲੀਡਰ ਸਾਨੂੰ ਖਰਾਬ ਕਰਦੇ ਆ, ਸਾਡੀ ਜ਼ਮੀਨ ਆਕੂਪਾਈ ਕਰੀ ਜਾਂਦੇ ਆ, ਸਾਨੂੰ ਹਰਾਉਂਦੇ ਤੇ ਫਿਰ ਸਾਡੀਆਂ ਸੀਟਾਂ ਖਾ ਜੀ ਕਬਜ਼ਾ ਕਰਾਉਂਦੇ। ਉਹਦੇ ਕੋਲੇ ਵੀ ਕਹਿੰਦੇ। ਦੂਜੀ ਗੱਲ ਇਹ ਹੈ ਕਿ ਹੁਣ ਮੇਰਾ ਖਿਆਲ ਹੈ ਕਾਂਗਰਸ ਹਾਈ ਕਮਾਂਡ ਨੂੰ ਪਤਾ ਲੱਗ ਗਿਆ ਕਿ ਅਮਰਿੰਦਰ ਜਾਣ ਤੋਂ ਪਹਿਲਾਂ, ਹਟਣ ਤੋਂ ਪਹਿਲਾਂ ਜਿਹੜੀ ਗੱਲ ਕਹਿੰਦਾ ਸੀ ਨਾ ਵੀ ਮੈਨੂੰ ਤਾਂ ਭਾਵੇਂ ਲਾ ਦਿਓ ਪਰ ਪ੍ਰਧਾਨ ਸੋਚ ਕੇ ਬਣਾਇਓ ਜੀ, ਕਿਤੇ ਨਾ ਹੋਵੇ ਥੋੜਾ ਲੋਕ ਲਾੜਾ ਵੀ ਨਾਲ ਲੈ ਜੀ। ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੀ ਇੱਕ ਜੀ ਹੈ ਨੀ ਗਾ। ਉਹ ਇਸ ਕਰਕੇ ਜਿਹੜੀ ਹੈ ਹੁਣ ਦੁਬਾਰਾ ਫਿਰ ਕਰਦੇ ਆ। ਪਰ ਜਿਹੜੀ ਅੱਜ ਜਾਖੜ ਤੇ ਤਾਜ਼ੇ ਹਮਲੇ ਕੀਤੇ ਨੇ ਕਿ ਕੱਲ ਹਰੀਸ਼ ਚੌਧਰੀ ਘਰੇ ਮਨਾਉਣ ਜਾਂਦਾ ਹੈ ਤੇ ਸਿੱਧੂ ਉਹਦੇ ਤੇ ਤਾਜ਼ੇ ਹਮਲੇ ਕਰਦਾ। ਇਹ ਗੱਲ ਜਿਹੜੀ ਹੈ ਤੁਸੀਂ ਕੱਢੋ, ਇਹਦਾ ਅਰਥ ਕੱਢੋ ਕੀ ਹੈ। ਬੜੇ ਡੂੰਘੇ ਨਿਕਲਦੇ ਹੈ। ਬਿਲਕੁਲ ਮੈਨੂੰ ਵੀ ਲੱਗਦਾ ਵੀ ਕੁਛ ਹੋਣ ਵਾਲਾ ਹੈ ਪੰਜਾਬ 'ਚ। ਕੋਈ ਨਵਾਂ ਘਰ ਜਿਹੜਾ ਹੈਗਾ ਉੱਥੇ ਦੀਵੇ ਜਗਣਗੇ ਤੇ ਪੁਰਾਣੇ ਘਰਾਂ ਦੇ ਵਿੱਚ ਸੋਕ ਪਊਗਾ। ਨਵਾਂ ਘਰ ਤਾਂ ਦੇਖੋ ਜੀ ਹੁਣ
ਕਿਹਦੇ ਘਰਾਂ 'ਚ ਦੀਵੇ ਜਗਦੇ ਆ ਤਾਂ ਇਲੈਕਸ਼ਨ ਵਾਲੇ ਕੀ ਕਹਿੰਦੇ ਦੱਸਣਗੇ ਕਿਹਦੇ ਸੋਗ ਪਊਗਾ, ਪਰ ਹਾਂ ਘਰ ਨਵੇਂ ਬੜੇ ਖੜੇ ਹੋ ਜਾਣਗੇ। ਹਰ ਵੀ ਟਾਈਮ ਦੀ ਇੱਕ ਤਾਂ ਨਵੇਂ ਘਰ ਹੋਣਗੇ ਨਾ, ਨਵੇਂ ਘਰ ਜਿੱਥੇ ਅੱਜ ਬੁਝਿਆ ਲੱਗਦਾ ਘਰ ਬੰਦਾ ਨਹੀਂ ਠਿਉਂਦਾ, ਬੰਦਾ ਠਿਉਂਦਾ ਨਹੀਂ, ਜੇ ਬੰਦਾ ਭਾਲਦੇ ਫਿਰਦੇ ਉੱਥੇ ਮੈਨੂੰ ਤੱਕ ਥੋੜੀ ਜਿਹੀ ਗੜਬੜ ਲੱਗੀ। ਸੋ ਆਪ ਵਾਲੇ ਕਹਿੰਦੇ ਹੁੰਦੇ ਆ ਜਿਵੇਂ ਜਵਾਕ ਖੇਡਦੇ ਹੁੰਦੇ ਨਹੀਂ, ਬਾਹਰੋਂ ਕੁੱਕੜ ਫੜ ਕੇ ਟੋਕਰੇ ਥੱਲੇ ਤਾੜਦੇ, ਇੱਕ ਬਾੜਦੇ ਆ ਦੂਜਾ ਭੱਜ ਜਾਂਦਾ, ਇੱਕ ਤਾੜਦੇ ਆ ਦੂਜਾ ਭੱਜ ਜਾਂਦਾ ਹੈ ਜੀ। ਇਹੀ ਹਾਲ ਆਮ ਆਦਮੀ ਪਾਰਟੀ ਦਾ ਹੋਇਆ ਪਿਆ, ਇੱਕ ਗਰੰਟੀ ਦਿੰਦੇ ਇੱਕ MLA ਭੱਜ ਜਾਂਦਾ। ਗਰੰਟੀਆਂ ਨੂੰ ਕਰ ਲਓ ਤੁਸੀਂ, MLA ਦਾ ਆਪਣੇ ਕੋਲ ਤੁਸੀਂ ਨੇ ਜਾਣ ਵਾਲੇ ਸੁੱਖ ਨਾਲ ਥੋੜੀ ਰਹਿ ਗਈ ਹੁਣ ਤਾਂ। ਵਿਰੋਧੀ ਧਿਰ ਵਾਲਾ ਰੁਤਬਾ ਵੀ ਚਲਾ ਗਿਆ। ਅਸਲ ਦੇ ਵਿੱਚ ਜੇ ਉਹ ਆਪਣੀ ਬੀਬੀ ਰੁਪਿੰਦਰ ਕੌਰ ਰੂਬੀ ਹਾਂਜੀ ਬਠਿੰਡਾ ਤੇ ਹਾਜੀ ਦੀ MLA ਗਈ ਹੈ ਛੱਡ ਕੇ ਕਾਂਗਰਸ ਪਾਰਟੀ ਜੀ ਸ਼ਾਮਲ ਕੀਤਾ ਉਹਨੇ, ਕਰਕੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਗੱਲ ਤਾਂ ਕੋਈ ਹੋਊਗੀ। ਅਖਬਾਰਾਂ 'ਚ ਖਬਰਾਂ ਆ ਗਈਆਂ ਸੀ ਕਿ 4-5 ਜਣੇ ਹੋਰ ਤਿਆਰ ਬੈਠੇ ਹੈ ਜੀ, ਤਾਂ ਉਹਦੇ ਤੇ ਫਿਰ ਵੀ ਉਹ ਹੱਲਾ ਜਿਹਾ ਹੋਇਆ ਵੀ 4-5 ਜਣੇ ਕਿਹੜੇ ਹੋਣ। ਤੇ ਫਿਰ ਆਹੀ ਜਗਤਾਰ ਸਿੰਘ ਹਿੱਸੋਵਾਲ ਜਦੋਂ ਜੱਦੀ ਸਾਹਿਬ ਨੇ ਕਹਿੰਦਾ ਸੀ ਕਿ ਮੈਂ ਹੂੰ ਆਮ ਆਦਮੀ ਜੀ, ਆਮ ਆਦਮੀ ਦੀ ਸਰਕਾਰ ਪਾਈ ਆ ਗਈ, ਹੋਰ ਕੋਈ ਆਮ ਆਦਮੀ ਨਹੀਂ, ਤੇ ਤੁਸੀਂ ਮੇਰੇ ਕਨੀ ਦੇਖੋ ਤੇ ਮੈਨੂੰ ਕੋਆਪਰੇਟ ਕਰੋ। ਤੇ ਉਹ ਅਸੈਂਬਲੀ ਦੇ ਵਿੱਚ ਉੱਠ ਕੇ ਖੜਾ ਹੋ ਕੇ ਵਧਾਈਆਂ ਦੇਣ ਲੱਗ ਗਿਆ ਸੀ, ਜਾ ਕੇ ਛੱਡ ਕੇ ਆਪਦੇ ਵਾਲੇ ਬੈਂਚ ਤੇ ਉਹਨਾਂ ਕਾਂਗਰਸ ਵਾਲੇ ਬੈਂਚਾਂ ਤੇ ਬਹਿ ਗਿਆ ਸੀ ਜੀ। ਕੱਲ ਉਹਨੇ ਜੀ ਪੱਕੇ ਤੌਰ ਦੇ ਉੱਤੇ ਜਿਹੜਾ ਹੈਗਾ ਆਪਦੇ ਕਾਂਗਰਸ ਪਾਰਟੀ ਵਾਲਾ ਨਿਸ਼ਾਨ ਆਪਦੇ ਗੱਲ 'ਚ ਪਵਾ ਲਿਆ ਉੱਥੇ ਮੋਗੇ ਦੇ ਵਿੱਚ ਜੀ। ਉਸ ਰੈਲੀ ਜੀ ਨੂੰ ਨਵਜੋਤ ਸਿੰਘ ਸਿੱਧੂ ਨੇ ਤੇ ਚੰਨੀ ਸਾਹਿਬ ਨੇ ਸੰਬੋਧਨ ਕੀਤਾ ਸੀ। ਤੇ ਇਹ ਤੋਂ ਪਹਿਲਾਂ ਤੁਹਾਨੂੰ ਇਹ ਵੀ ਪਤਾ ਚੰਗੀ ਤਰ੍ਹਾਂ ਕਿ ਬੀਬੀ ਦੇ ਜਾਣ ਤੋਂ ਬਾਅਦ ਵੀ ਕਿ ਜਿਹੜੇ ਬਾਕੀ ਭੱਜਣ ਵਾਲੇ ਇਹਨਾਂ ਨੂੰ ਰੋਕ ਲਈਏ ਆਪਾਂ ਜੀ, ਉਦੋਂ 10 ਕੁ ਟਿਕਟਾਂ ਅਨਾਉਂਸ ਕਰਤੀਆਂ ਸੀ। ਹਾਂਜੀ, ਉਹ ਟਿਕਟਾਂ ਅਨਾਉਂਸ ਕਰਤੀਆਂ ਸੀ। ਹੁਣ ਖਬਰਾਂ ਇਹ ਆ ਰਹੀਆਂ ਕਿ ਟਿਕਟਾਂ ਅਨਾਉਂਸ ਕਰਨ ਵਾਲਿਆਂ 'ਚ ਵੀ ਜਾ ਰਹੇ ਹੈ। ਅੱਛਾ ਜੀ। ਇਹਦੇ ਨਾਲ ਇੱਕ ਗੱਲ ਤੁਸੀਂ ਹੋਰ ਵੀ ਦੇਖੀ ਹੋਣੀ ਹੈ, ਪਿਛਲੇ ਦਿਨਾਂ 'ਚ ਕੇਜਰੀਵਾਲ ਸਾਹਿਬ ਨੇ ਫਿਰ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਕਹਿਤਾ ਸੀ ਕਿ ਕਈ ਤਾਂ ਪਾਰਲੀਮੈਂਟ ਦੇ ਮੈਂਬਰ ਕਾਂਗਰਸ ਪਾਰਟੀ ਜੀ ਜੀ ਜਿਹੜੇ ਦਿੱਲੀ ਬੈਠੇ ਹੈ ਉਹ ਤੇ 25 MLA ਸਾਡੇ ਸੰਪਰਕ 'ਚ ਹੈ, ਉਹ ਸਾਡੇ ਵਿੱਚ ਆਉਣਾ ਚਾਹੁੰਦੇ ਹੈ ਜੀ। ਉਹ ਜਦੋਂ ਕਿਹਾ ਵਿੱਚ ਆਉਣਾ ਚਾਹੁੰਦੇ ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਪੱਤਰਕਾਰ ਮੈਨੂੰ ਦੂਜਾ ਸਵਾਲ ਨਾ ਕਰ ਦੇਣ ਕਿ ਜੇ ਤੁਹਾਡੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਤੁਸੀਂ ਲੈਂਦੇ ਕਿਉਂ ਨਹੀਂ। ਕਾਂਗਰਸ ਪਾਰਟੀ ਅੰਦਰ ਤੁਹਾਨੂੰ ਸ਼ਾਮਲ ਕਰਵਾਈ ਜਾਂਦੇ ਤੇ ਫਿਰ ਉਹਨਾਂ ਨੇ ਕਹਿੰਦੇ ਨਾ ਕਾਂਗਰਸ ਪਾਰਟੀ ਦਾ ਕੂੜਾ ਕਰਵਟ ਨਹੀਂ ਲੈਣਾ। ਜੇ ਉਹ ਕੂੜਾ ਚੁਣੇ ਹੋਏ ਵਿਧਾਇਕ ਜੀ ਤੇ ਜਿਹੜੇ ਸ਼੍ਰੀਮਾਨ ਤੁਹਾਡੇ ਕੋਲੇ ਆ, ਤੁਹਾਡੇ ਕੋਲੇ ਵੀ ਤਾਂ ਵੱਖ-ਵੱਖ ਪਾਰਟੀਆਂ 'ਚੋਂ ਆਏ ਹੈ। ਮੈਂ ਬੜਾ ਸਤਿਕਾਰ ਕਰਦਾ, ਇੱਜ਼ਤ ਕਰਦਾ ਅਮਨ ਅਰੋੜਾ ਸਾਹਿਬ ਦੀ ਜੀ। ਅਮਨ ਅਰੋੜਾ ਸਾਹਿਬ ਦੱਸਦੇ ਵੀ ਕਿਹੜੀ ਗੰਗਾ ਨਹਾ ਕੇ ਆਏ ਸੀ, ਉਹ ਵੀ ਤਾਂ ਕਾਂਗਰਸ ਪਾਰਟੀ ਦੇ ਵਿੱਚੋਂ ਆਏ। ਕਾਂਗਰਸ ਚੋਂ ਹੀ ਆਏ ਆ, ਬਿਲਕੁਲ ਕਾਂਗਰਸ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜੀ ਆ, ਟਕਸਾਲੀ ਕਾਂਗਰਸੀ ਪਰਿਵਾਰ ਚੋਂ ਆ ਬਿਲਕੁਲ। ਪਰ ਉਹ ਵੀ ਖਿੱਲਰ ਗਿਆ, ਉਹਦਾ ਭਣੋਈਆ ਕੀ ਕਹਿੰਦਾ ਅਕਾਲੀ ਦਲ ਤੋਂ ਟਿਕਟ ਭਾਲਦਾ ਸੀ ਬੋਰੋਂ, ਪਰ ਉਹ ਵਿਚਾਰੇ ਨੂੰ ਦਿੱਤੀ ਨਹੀਂ। ਉਹ ਤਾਂ ਦੇਣੀ ਨਹੀਂ ਸੀ ਕਿਉਂਕਿ ਆਪਣੇ ਪਿਤਾ ਪੁਰਖੀ ਚੱਲਦਾ ਨਾ, ਭਣੋਈਆ ਭਾਲਦਾ ਸੀ। ਪੁੱਤ ਦੀ ਟਿਕਟ ਪਿਓ ਦੀ ਟਿਕਟ ਪੁੱਤ ਨੂੰ ਮਿਲਦੀ ਹੁੰਦੀ ਹੈ। ਨਹੀਂ, ਉਹ ਉਧਰ ਹਬੋਰ ਚਲਾ ਗਿਆ ਸੀਗਾ ਨਾ ਅਕਾਲੀ ਦਲ 'ਚ। ਪਹਿਲਾਂ ਉਹ ਇੱਥੋਂ ਵੀ ਭਾਲਦਾ ਸੀ ਸੁਨਾਮ ਤੋਂ। ਹਾਂ ਪਹਿਲਾਂ ਸੁਨਾਮ ਤੋਂ ਵੀ ਭਾਲਦਾ ਸੀ। ਦੀਪਾ ਉਹਦਾ ਨਾਂ ਹੈ, ਮੁੰਡਾ ਵਧੀਆ ਬੰਦਾ, ਮੁਕਤਸਰ ਤੋਂ ਹੈ। ਮੁਕਤਸਰ ਦਾ ਰਹਿਣ ਵਾਲਾ, ਸੈਨੇਟ ਦਾ ਮੈਂਬਰ ਵੀ ਹੈ। ਉਹਦੀ ਵਾਈਫ ਜਿਹੜੀ ਹੈਗੀ ਹੈ ਉਹ ਅਮਨ ਦੀ ਭੈਣ ਹੈ ਔਰ ਉਹਦੀ ਵਾਈਫ ਨਾਲ ਉਹਦੀ ਮੈਂ ਉਹ ਕੁੜੀ ਨੂੰ ਜਾਣਦਾ ਚੰਗੀ ਤਰ੍ਹਾਂ, ਉਹਦੇ ਨਾਲ ਬਹੁਤ ਪ੍ਰੇਮ ਸੀ ਉਹਦੇ ਬਾਪ ਦਾ। ਉਹ ਫਿਰ ਜਦੋਂ ਘਰ ਦੇ ਵਿੱਚ ਕੁਛ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਉਹਨੂੰ ਚਲੋ ਕਿੰਨਾ ਉਹਦੀ ਮੌਤ ਹੋ ਗਈ ਸੀ, ਬੜੀ ਗੈਰ ਕੁਦਰਤੀ ਦੀ ਮੌਤ ਹੋਈ ਸੀ, ਗਲਾ ਭਗਵਾਨਦਾ ਸੀ। ਤਾਂ ਉਸ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਕਲੇਸ਼ ਪੈ ਗਿਆ ਸੀ। ਉਦੋਂ ਉਹਨਾਂ ਨੂੰ ਇਹ ਸੀ ਕਿ ਸਾਨੂੰ ਦਿੱਤੀ ਜਾਵੇ ਪੁੱਤ ਨੂੰ ਛੱਡ ਕੇ, ਪਰ ਆਪਾਂ ਨੂੰ ਪਤਾ ਹੈ ਕਿ ਆਪਣੇ ਇਹਦਾ ਫਿਰ ਅਬੋਹਰ ਵਾਲੇ ਪਾਸੇ ਵੀ ਸੀ, ਮੁਕਤਸਰ ਤੇ ਵੀ ਟਰਾਈ ਕੀਤੀ ਸੀ ਕਾਫੀ, ਪਰ ਹੁਣ ਉਹ ਗੱਲ ਬਣੀ ਨਹੀਂ। ਹੁਣ ਚਲੋ ਆਪਾਂ ਗੱਲ ਕਰਦੇ ਸੀ ਵੀ ਬੰਦੇ ਤਾਂ ਇਹ ਵੀ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ, ਪੂਰਾ ਕੰਮ ਤੇ ਇਲੈਕਟਡ ਬੰਦੇ ਨੂੰ ਕਹਿਣਾ ਇਹ ਗੱਲ ਚੰਗੀ ਨਹੀਂ ਲੱਗਦੀ, ਸ਼ੋਭਾ ਨਹੀਂ ਦਿੰਦੀ। ਤੇ ਜੇ ਹੁਣ ਆਪਾਂ ਇਹ ਦੇਖੀਏ ਭਗਵੰਤ ਮਾਨ ਵੀ ਤਾਂ ਆਮ ਆਦਮੀ ਪਾਰਟੀ ਚੋਂ ਗਿਆ, ਆਮ ਆਦਮੀ ਪਾਰਟੀ ਦੇ ਤਾਂ ਜੋ ਪਾਰਲੀਮੈਂਟ ਦਾ ਮੈਂਬਰ ਹੈ, ਪਹਿਲਾਂ ਉਹ ਪੀਪਲਜ਼ ਪਾਰਟੀ ਆਫ ਪੰਜਾਬ ਚ ਸੀ ਜੀ ਜੀ, ਔਰ ਪੀਪਲਜ਼ ਪਾਰਟੀ ਆਫ ਪੰਜਾਬ ਦੀ ਟਿਕਟ ਦੇ ਉੱਤੇ ਉਸ ਬੰਦੇ ਨੇ ਚੋਣ ਲੜੀ ਸੀ ਸੁਨਾਮ ਤੋਂ, ਜੀ ਲਹਿਰੇ ਤੋਂ ਸੌਰੀ ਲਹਿਰੇ ਤੋਂ, ਹਾਂ, ਬੀਬੀ ਰਜਿੰਦਰ ਕੌਰ ਭੱਠਲ ਦੇ ਖਿਲਾਫ। ਇਹ ਇਹਦੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ, ਪਰ ਇਹਨੇ ਕਿਹਾ ਸੀ ਅਸੀਂ ਕੂੜਾ ਕਰਵਟ ਪੀ ਲੈਂਦੇ। ਕੂੜਾ ਕਰਵਟ ਵਾਲੀਆਂ ਖਬਰਾਂ ਜੀ ਜੇ ਸਿਆਹੀ ਦੀ ਸੁੱਕੀ ਸੀ ਤੇ ਜਗਤਾਰ ਸਿੰਘ ਜੱਗਾ ਜੀ ਜਗ੍ਹਾ ਬਦਲ ਗਈ, ਘੋੜੀ ਤੇ ਚੜ ਕੇ ਫਰਾਰ ਹੋ ਗਿਆ। ਨਹੀਂ, ਜਗਤਾਰ ਸਿੰਘ ਜੱਗਾ ਜਗ੍ਹਾ ਬਦਲ ਗਈ, ਠੀਕ ਹੈ ਨਾ। ਚਲੋ ਆ ਕੰਗਣਾ ਰਣੌਤ ਨਾ ਟਿਕੀ ਜੀ, ਇਹਨੂੰ ਤਾਂ ਐਂ ਲੱਗਦਾ ਮੈਂ ਤਾਂ PM ਦੇ ਬਰਾਬਰ ਸਿਕਿਉਰਿਟੀ ਲੈ ਲਾ। ਬੋਲ ਸਿਕਿਉਰਿਟੀ ਤਾਂ ਮਿਲ ਗਈ ਹੈ, ਮੈਨੂੰ ਇਹ ਲੱਗਦੀ ਹੈ ਵੀ ਉਹਦਾ ਫਿਲਮਾਂ ਵਾਲਾ ਕੰਮ ਜ਼ਿਆਦਾ ਹੋ ਗਿਆ ਖਤਮ। ਉਹ ਇਹ ਹੈ ਕਿ ਨੌਵੀਂ ਦੀ
ਇੰਡੀਕੇਟ ਕਰ ਦੇਣ ਕਲਾਕਾਰਾਂ ਵਾਲੇ ਪਾਸੋਂ ਕੋਈ ਬਣਾ ਦੇਣ ਮੈਨੂੰ ਰਾਜ ਸਭਾ ਦੀ ਮੈਂਬਰ। ਹਾਂ ਉਹ ਭਾਲਦੀ ਆ ਹੁਣ ਉਹ ਵੀ ਹੈ। ਪੈਨਸ਼ਨ ਲੱਗ ਜੇ, ਕਿਉਂਕਿ ਰਾਜ ਸਭਾ ਦੇ ਵਿੱਚ ਤੁਸੀਂ ਦੇਖੋ ਨਾ ਸੈਲੀਬ੍ਰਿਟੀਜ਼ ਕਿੰਨੀਆਂ ਆਈਆਂ। ਹਿਮਾ ਮਾਲੀ ਰਾਜ ਸਭਾ ਦੀ ਮੈਂਬਰ ਰਹੀ ਹਿਮਾ ਹੈ। ਮਾਲ ਨਹੀਂ ਆਈ, ਤੁਹਾਡੇ ਬੜੀਆਂ ਆਈਆਂ ਨੇ, ਜੈ ਪ੍ਰਦਾ ਆਈ, ਜੈ ਬਾਦਲੀ ਆਈ, ਜੈ ਬੱਚਨ ਆਈ, ਤੇ ਤੁਹਾਡੇ ਆ ਕੀ ਆ ਰੇਖਾ ਵੀ ਬਣ ਗਈ ਸੀ। ਰੇਖਾ ਹੀ ਬਣ ਗਈ ਸੀ। ਹਾਂਜੀ ਰੇਖਾ ਵੀ ਬਣ ਗਈ ਸੀ। ਉਹਨੂੰ ਕੁਆਲੀਫਿਕੇਸ਼ਨ ਮੈਂ ਵੀ ਪੂਰੀ, ਪਰ ਉਹਨੇ ਕੁਆਲੀਫਿਕੇਸ਼ਨ ਜਿਹੜੀ ਉਹ ਨਵੀਂ ਲੈਣੀ ਸ਼ੁਰੂ ਕੀਤੀ ਹੈ ਨਾ, ਹਾਂ ਉਹ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ। ਜੀ ਜੀ ਜੀ। ਹੁਣ ਤੁਸੀਂ ਦੇਖੋ ਜਦੋਂ ਪ੍ਰਧਾਨ ਮੰਤਰੀ ਨੇ ਅੰਦੋਲਨਕਾਰੀ ਕਿਸਾਨਾਂ ਦੇ ਮੂਹਰੇ ਆਪਣੇ ਹਥਿਆਰ ਸੁੱਟੇ, ਤੇ ਅਸੀਂ ਵੈਲਕਮ ਕਰਦੇ ਹਾਂ ਹਥਿਆਰ ਸੁੱਟਣ ਨੂੰ। ਅਸੀਂ ਕਹਾਂਗੇ ਕਿ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ, ਗੁਰੂ ਸਾਹਿਬ ਦਾ ਦਿਨ ਚੁਣਿਆ ਜੀ, ਪ੍ਰਕਾਸ਼ ਪੁਰਬ ਸੀ, ਉਦੋਂ ਉਹਨਾਂ ਨੇ ਐਲਾਨ ਕੀਤਾ ਸੀ ਜੇ ਅਸੀਂ ਇਹ ਗੱਲ ਕਰਾਂਗੇ। ਪਰ ਕੁੜੀ ਜਿਹੜਾ ਬੋਲਦੀ ਹੈ ਨਾ, ਬੋਲਦੀ ਬੜਾ ਪੁੱਠਾ ਹੈ। ਉਹ ਕਹਿੰਦੀ ਜੀ ਨੁਕਸਾਨ ਹੋਊਗਾ ਇਹਦੇ ਨਾਲ। ਦੱਸ ਵੀ ਤੂੰ ਬੜੀਗਾ। ਹਾਂ, ਨੁਕਸਾਨ ਹੋਣ ਦੀ ਗੱਲ, ਚਲੋ ਨੁਕਸਾਨ ਵਾਲੀ ਨਫੇ ਵਾਲੀ ਗੱਲ ਕਰੀ ਜਾਵੇ, ਪਰ ਉਹਨੇ ਇੱਕ ਹੋਰ ਬੜੀ ਬਹੁਤ ਬਦਤਮੀਜ਼ੀ ਵਾਲੀ ਗੱਲ ਕੀਤੀ। ਉਹਨੇ ਇੰਦਰਾ ਗਾਂਧੀ ਦਾ ਹਵਾਲਾ ਦਿੱਤਾ ਨਹੀਂ, ਉਹ ਔਰਤ ਸੀ ਕਿਸੇ ਦੇਸ਼ ਦੀ ਪ੍ਰਧਾਨ ਮੰਤਰੀ ਹੁੰਦੀ ਸੀ, ਭਾਵੇਂ ਕਹਿੰਦੀ ਉਹਨੂੰ ਮੁਲਕ ਕਿੰਨਾ ਵੀ ਤਾਰਨਾ ਪਿਆ ਜੀ, ਲੋਕਾਂ ਦੀ ਨਫ਼ਰਤ ਲਾਉਣਾ, ਕਹਿੰਦੀ ਉਹਨੇ ਨਾ ਇਹਨਾਂ ਲੋਕਾਂ ਨੂੰ ਕਹਿੰਦੀ ਉਹਨੇ ਕਾਬੂ ਹੇਠ ਰੱਖਿਆ। ਤੇ ਸ਼ਬਦ ਵਰਤਿਆ ਕਹਿੰਦੀ ਵੀ ਇਹ ਜਿਹੜੇ, ਕਿਉਂਕਿ ਇਹ ਕਿਸਾਨ ਨਹੀਂ ਕਹਿੰਦੀ। ਇੱਕ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਸੀ ਕਿ ਕੁਝ ਲੋਕ ਜਿਹੜੇ ਹੈ ਇਸ ਮੁੱਦੇ ਨੂੰ, ਕਿਸਾਨ ਮੁੱਦੇ ਨੂੰ ਹਿੰਦੂ ਤੇ ਸਿੱਖ ਦਾ ਮੁੱਦਾ ਬਣਾਉਣਾ ਚਾਹੁੰਦੇ। ਜੀ ਜੀ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਬਣ ਨਹੀਂ ਦਿੱਤਾ ਸੀ, ਉਹਨਾਂ ਦੇ ਸ਼ੁਕਰਗੁਜ਼ਾਰ ਆ। ਇਹ ਇਹੋ ਜਿਹੇ ਲੋਕ ਹੈ ਜਿਹੜੇ ਇਸ ਮੁੱਦੇ ਨੂੰ, ਕਿਸਾਨ ਅੰਦੋਲਨ ਨੂੰ ਹਿੰਦੂ ਸਿੱਖ ਅੰਦੋਲਨ ਬਣਾਉਣ ਦੇ ਉੱਤੇ ਲੱਗੇ ਹੋਏ ਆ। ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਵੀ ਲੱਗੇ ਹੋਏ ਆ ਤੇ ਬਾਹਰੋਂ ਵੀ ਲੱਗੇ ਹੋਏ ਆ, ਸਾਡੇ ਵਿੱਚੋਂ ਵੀ ਹੈਗੇ। ਸੋ ਜਦੋਂ ਇਹ ਗੱਲ ਆਈ, ਉਸ ਕੁੜੀ ਨੇ ਗੱਲ ਕਹੀ, ਕਹਿੰਦੀ ਤੁਸੀਂ ਤਾਂ ਇਹਨਾਂ ਦੇ ਸਾਹਮਣੇ ਝੁਕੇ, ਤੇ ਇੰਦਰਾ ਗਾਂਧੀ ਨੇ ਕਹਿੰਦੀ ਇਹਨਾਂ ਨੂੰ ਇਉਂ ਮਸਲਤਾ ਸੀ ਜਿਵੇਂ ਮੱਛਰਾਂ ਨੂੰ ਮਸਲੀ ਦਾ। ਇਹ ਗੱਲ ਜਿਹੜੀ ਆ ਬਹੁਤ ਇਤਰਾਜ਼ਯੋਗ ਆ। ਬੜੀ ਮੁਸ਼ਕਿਲ ਦੇ ਨਾਲ ਹਾਲਾਤ ਜਿਹੜੇ ਆ ਕੰਟਰੋਲ ਚ ਆਏ ਆ। ਸਿੱਖਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਨਾ ਹੋਵੇ, ਇਹਨੂੰ ਰੋਕਣ ਵਾਸਤੇ ਬੜੀਆਂ ਮਲਮ ਪੱਟੀਆਂ ਕੀਤੀਆਂ। ਚਲੋ ਅਦਾਲਤਾਂ ਦੇ ਕੋਲੇ ਜਿੰਨਾ ਕੁ ਇਹਨਾਂ ਨੇ ਮਟੀਰੀਅਲ ਪੇਸ਼ ਕੀਤਾ, ਐਵੀਡੈਂਸ ਪੇਸ਼ ਕੀਤੀ, ਉਹਨਾਂ ਨੇ ਉਹਦੇ ਮੁਤਾਬਕ ਫੈਸਲੇ ਕੀਤੇ। ਲੇਕਿਨ ਜੇ ਆਪਾਂ ਦੇਖੀਏ, ਸਾਡੇ ਕੁਝ ਪ੍ਰਧਾਨ ਮੰਤਰੀਆਂ ਨੇ ਵੀ, ਚਾਹੇ ਇੰਦਰ ਕੁਮਾਰ ਗੁਜਰਾਲ ਸੀ, ਚਾਹੇ ਡਾਕਟਰ ਮਨਮੋਹਨ ਸਿੰਘ ਜੀ, ਡਾਕਟਰ ਮਨਮੋਹਨ ਸਿੰਘ ਦਾ ਵਿਚਾਰਾ ਨੇੜੇ ਤੇੜੇ ਵੀ ਨਹੀਂ ਸੀ ਉਹ, ਪਰ ਪਾਰਲੀਮੈਂਟ ਦੇ ਵਿੱਚ ਮਾਫੀ ਉਹਨੇ ਵੀ ਮੰਗੀ ਸੀ। ਬਿਲਕੁਲ ਜੀ ਬਿਲਕੁਲ, ਉਹਨੇ ਵੀ ਮਾਫੀ ਮੰਗੀ ਸੀ ਬਤੌਰ ਪ੍ਰਧਾਨ ਮੰਤਰੀ, ਪਾਰਲੀਮੈਂਟ ਦਾ ਆਗੂ ਹੋਣ ਦੇ ਨਾਤੇ, ਕਿ ਜੋ ਕੁਝ ਹੋਇਆ ਸੀ ਗਲਤ ਹੋਇਆ ਸੀ। ਇਹ ਕਹਿੰਦੀ ਹੈ ਕਿ ਬਹੁਤ ਵਧੀਆ ਕੀਤਾ ਇੰਦਰਾ ਗਾਂਧੀ ਨੇ। ਜੋ ਇੰਦਰਾ ਗਾਂਧੀ ਦੇ ਪਰਿਵਾਰ ਦਾ ਪੁੱਛ ਲਓ ਵੀ ਉਹਨਾਂ ਨੇ ਠੀਕ ਕੀਤਾ ਸੀ। ਇੰਦਰਾ ਗਾਂਧੀ ਦਾ ਪਰਿਵਾਰ ਵੀ ਮਾਫੀ ਮੰਗ ਚੁੱਕਿਆ ਸੀ। ਨਾਲੇ ਉਹ ਤਾਂ ਕਹਿੰਦੇ ਵੀ ਇਹ ਬਹੁਤ ਵੱਡੀ ਗੱਲ ਸੀ, ਇੰਦਰਾ ਗਾਂਧੀ ਖੁਦ ਮੰਨ ਗਈ ਸੀਗੀ ਇਸ ਚੀਜ਼ ਨੂੰ, ਤਾਂ ਵੀ ਮੈਂ ਨਹੀਂ ਸੀ ਕਰਦੀ, ਮੈਥੋਂ ਗਲਤੀ ਹੋ ਗਈ। ਹਾਂ, ਮੈਂ ਨਹੀਂ ਸੀ ਕਰਦੀ। ਇਹਨਾਂ ਦੇ ਇਹੀ ਜਿਨ੍ਹਾਂ ਦੀ ਹੁਣ ਬਣੀ ਖੜੀ, ਉਹਨਾਂ ਨੇ ਤਾਂ ਕਰਵਾਇਆ ਸੀ। ਉਹਨਾਂ ਇਹ ਵੋਟ ਦੀ ਕਿਤਾਬ ਹੀ ਪੜ੍ਹ ਲਏ। ਨਰਿੰਦਰ ਮੋਦੀ ਸਾਹਿਬ ਦਾ ਜਿਹੜਾ ਗੁਰੂ ਹੈ, ਉਹਦਾ ਨਾਮ ਲਾਲ ਕ੍ਰਿਸ਼ਨ ਅਡਵਾਨੀ ਹੈ। ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਪੜ੍ਹ ਲਿਓ। ਕਹਿੰਦੇ ਇੰਦਰਾ ਗਾਂਧੀ ਡਰ ਗਈ ਸੀ। ਇਹ ਤਾਂ ਅਸੀਂ ਕਹਿੰਦੇ ਹਲਾਸ਼ੇਰੀ ਦੇ ਕੇ ਕਰਵਾਇਆ, ਇਸ਼ਾਰਾ ਤਾਂ ਸਾਡਾ ਸੀ ਵੀ ਤੂੰ ਇਹ ਸਾਰਾ ਕੁਛ ਕਰ। ਜਦੋਂ ਉਹ ਕਹਿ ਰਹੀ ਹੈ, ਹੁਣ ਇਹ ਜਿਹੜੇ ਲੋਕ ਹੈ ਦੁਬਾਰਾ ਫਿਰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਆਮ ਆਦਮੀ ਪਾਰਟੀ ਨਾਲ ਕਿਸੇ ਦੇ ਕੋਈ ਕਿੰਨੇ ਵੀ ਮਤਭੇਦ ਹੋਣ, ਉਹਨਾਂ ਨੇ ਪੰਜਾਬ 'ਚ ਜੋ ਜਿਵੇਂ ਉਹਨਾਂ ਦੀ ਚੰਗਾ ਪਰਫਾਰਮ ਕੀਤਾ, ਮਾੜਾ ਕੀਤਾ ਹੈ, ਉਹਨਾਂ ਨੇ ਆਪਣੀ ਕੀਤੀ ਪਾਈ ਜਾਂ ਪਾਉਣਗੇ। ਲੇਕਿਨ ਮੈਂ ਇੱਕ ਗੱਲ ਵਧੀਆ ਸਮਝ ਨਹੀਂ ਰਾਘਵ ਚੱਢਾ ਜਿਹੜਾ ਪੰਜਾਬ ਦਾ ਇੰਚਾਰਜ ਹੈ, MLA ਵੀ ਹੈ ਨਾ ਦਿੱਲੀ ਦਾ, ਇਹਨੇ ਰਾਘਵ ਚੱਢਾ ਜਿਹੜਾ ਹੈਗਾ ਦਿੱਲੀ ਦਾ MLA ਤੇ ਨਾਲ ਇੰਚਾਰਜ ਹੈ, ਨਾਲ ਪੰਜਾਬ ਦਾ ਇੰਚਾਰਜ ਹੈ, ਉਹ ਇੱਕ ਕਮੇਟੀ ਦਾ ਚੇਅਰਮੈਨ ਹੈ। ਇਹਨੂੰ ਪੀਸ ਤੇ ਸੋਲਿਡਰਿਟੀ ਕਮੇਟੀ ਕਿਹਾ ਜਾਂਦਾ ਹੈ ਜੀ। ਅਮਨ ਤੇ ਭਾਈਚਾਰੇ ਵਾਲੀ ਕਮੇਟੀ ਹੈ। ਉਸ ਕਮੇਟੀ ਨੇ ਹੁਣ ਇਹਨੂੰ ਸਮਨ ਕਰ ਲਿਆ, ਕਹਿੰਦੇ ਵੀ ਆ ਜਾ ਭਾਈ ਜੀ, ਤੂੰ ਦੱਸ ਵੀ ਤੂੰ ਆ ਸਿੱਖਾਂ ਦੇ ਖਿਲਾਫ ਜਿਹੜੀਆਂ ਗਲਤ ਟਿੱਪਣੀਆਂ ਕੀਤੀਆਂ ਕਿਉਂ ਕੀਤੀਆਂ, ਤੂੰ ਤਾਂ ਮਾਹੌਲ ਖਰਾਬ ਕਰ ਰਹੀ ਜੀ। ਤੇ ਉਹਨੂੰ ਨੋਟਿਸ ਦੇਤਾ ਜੀ, ਨੋਟਿਸ ਦੇਤਾ 6 ਦਸੰਬਰ ਦਾ ਕਿ 6 ਦਸੰਬਰ ਨੂੰ ਆ ਕੇ ਆਪਣੀ ਜਿਹੜੀ ਹੈ ਪੋਜੀਸ਼ਨ ਐਕਸਪਲੇਨ ਕਰ, ਜਵਾਬ ਦੇ ਆਵਾ ਜੀ। ਦਾਨੇਵਾਲੀਆ ਸਾਹਿਬ ਬੜਾ ਇਤਿਹਾਸਕ ਦਿਨ ਹੈ 6 ਦਸੰਬਰ ਵੀ, ਕਿਉਂਕਿ 6 ਦਸੰਬਰ ਨੂੰ ਬਾਬਰੀ ਮਸਜਿਦ ਨੂੰ ਤਹਿਸ ਨਹਿਸ ਕੀਤਾ ਸੀ ਜੀ। ਉਹਦਾ ਇਨਸਾਫ ਤਾਂ ਨਹੀਂ ਮਿਲਿਆ, ਨਾ ਅਦਾਲਤਾਂ ਚੋਂ ਮਿਲਿਆ, ਨਾ ਕੁਝ। ਸਗੋਂ ਅਦਾਲਤਾਂ ਦੇ ਵਿੱਚ ਇਨਸਾਫ ਦੇਣ ਵਾਲਿਆਂ ਨੂੰ ਮੁਆਵਜ਼ੇ ਮਿਲ ਗਏ, ਮੈਂਬਰੀਆਂ ਦੇ ਮਿਲ ਗਏ ਜੀ। ਉਹ ਤਾਂ ਜਿਹੜੀ ਰਾਜ ਸਭਾ ਦੀ ਮੈਂਬਰੀ ਹੈ ਬੀਬੀ ਭਾਰਤੀ ਹੈ, ਪਰ ਉਦਨ ਮੈਨੂੰ ਲੱਗਦੀ ਹੈ ਵੀ ਜੇ ਉਹ ਪੇਸ਼ ਹੋ ਗਈ ਤਾਂ ਉਦੋਂ ਜ਼ਰੂਰ ਉਹਦੀ ਜਵਾਬ ਤਲਬੀ ਕਰਨਗੇ ਔਰ ਕੋਈ ਨਾ ਕੋਈ ਜ਼ਰੂਰ ਕਾਰਵਾਈ ਵੀ ਕਰਨਗੇ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡਾ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾ ਨੂੰ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ। ਸੋ ਜੁੜੇ ਰਹੋ, ਰੇਡੀਓ ਪੰਜਾਬ ਟੁਡੇ ਨਾਲ ਮੁਲਾਕਾਤ ਹੁਣ ਹੋਏਗੀ ਜੀ। ਸੋਮਵਾਰ।
ਸ਼ਮਾਦਾਨ। ਸੋ ਇੱਕ ਬ੍ਰੇਕ ਆ ਜੀ।